ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਨੂੰ ਮੇਰੀ ਯਾਨੀ ਕਿ ਡਾਕਟਰ ਨਰਿੰਦਰ ਰਵੀ ਦੀ ਆਪ ਸਭ ਨੂੰ ਪਿਆਰ ਭਰੀ ਨਮਸਕਾਰ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਨਾ। ਇਸ ਸੰਡੇ ਵਾਲੇ ਦਿਨ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਅਸੀਂ ਰਿਕਾਰਡ ਕੀਤਾ ਸੀਗਾ, ਉਹਦੀ ਵੌਇਸ, ਉਹਦੀ ਆਵਾਜ਼ ਬੜੀ ਲੋ ਸੀਗੀ, ਇਸ ਕਰਕੇ ਮੈਨੂੰ ਦੂਸਰੀ ਵਾਰ ਰਿਕਾਰਡ ਕਰਨਾ ਪੈ ਰਿਹਾ ਹੈ। ਉਮੀਦ ਹੈ ਕਿ ਤੁਸੀਂ ਮਾਈਂਡ ਨਹੀਂ ਕਰੋਗੇ, ਇਹ ਮੇਰੀ ਨਵੀਂ ਰਿਕਾਰਡਿੰਗ ਹੈ। ਤੇ ਅੱਜ ਦਾ ਜਿਹੜਾ ਟੌਪਿਕ ਹੈ, ਜਿਸ ਤਰ੍ਹਾਂ ਕਿ ਅਸੀਂ ਸੰਡੇ ਨੂੰ ਵੀ ਡਿਸਕਸ ਕੀਤਾ ਸੀਗਾ, ਉਹ ਟੌਪਿਕ ਹੈਗਾ ਡੈਥ ਦੇ ਉੱਪਰ, ਮੌਤ ਦੇ ਉੱਪਰ, ਫੌਤ ਦੇ ਉੱਪਰ, ਕਿ ਮੌਤ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਆਉਂਦੀ ਹੈ, ਕਿਸ ਤਰ੍ਹਾਂ ਤੋਂ ਬਚਿਆ ਜਾ ਸਕਦਾ ਕਿ ਨਹੀਂ ਜਾ ਸਕਦਾ, ਤੇ ਮੌਤ ਦੀਆਂ ਕੀ ਕੀ ਨਿਸ਼ਾਨੀਆਂ ਹੁੰਦੀਆਂ ਹਨ, ਧਰਮ ਦੇ ਵਿੱਚ ਮੌਤ ਦਾ ਕੀ ਮਹੱਤਵ ਹੈ, ਤੇ ਸਾਇੰਟੀਫਿਕਲੀ ਮੌਤ ਦੀ ਕੀ ਇੰਪੋਰਟੈਂਸ ਹੈ। ਇਹਨਾਂ ਕੁਝ ਗੱਲਾਂ ਦੇ ਉੱਪਰ ਲਿਮਟਿਡ ਟਾਈਮ ਦੇ ਵਿੱਚ ਰਹਿੰਦੇ ਹੋਏ ਮੈਂ ਗੱਲਾਂ ਤੁਹਾਡੇ ਨਾਲ ਡਿਸਕਸ ਕਰਾਂਗਾ। ਬਿਫੋਰ I start this topic, I request each and every one of you, please, if you like my channel, please subscribe so that people can get benefit out of it। ਤੇ ਜੇ ਤੁਹਾਨੂੰ ਮੇਰੇ ਜਿਹੜੇ ਚੈਨਲ ਨੇ ਇਹ YouTube ਦੇ ਉੱਤੇ ਵੀ ਆਉਂਦਾ ਹੈ ਤੇ Facebook ਦੇ ਉੱਤੇ ਵੀ ਆਉਂਦਾ ਹੈ, ਤੇ ਨਾਲ ਨਾਲ ਮੇਰੀ ਜਿਹੜੀ ਵੈਬਸਾਈਟ ਬਣੀ ਹੈ ਉੱਥੇ ਵੀ ਤੁਸੀਂ ਦੇਖ ਸਕਦੇ ਹੋ। ਜੇ ਕਿਸੇ ਨੇ YouTube ਤੇ ਦੇਖਣਾ, ਬੜਾ ਇੱਕ ਸਿੰਪਲ ਤਰੀਕਾ, ਜਾਂ ਤਾਂ ਜਿਹੜਾ ਲਿੰਕ ਹੁੰਦਾ ਉਹ ਕਲਿੱਕ ਕਰ ਦਿਓ, Facebook ਦਾ ਵੀ ਤੇ YouTube ਦਾ ਵੀ। ਜੇ ਨਹੀਂ ਆਪਾਂ ਨੂੰ ਆਉਂਦਾ, ਕਈ ਮੇਰੇ ਵਰਗੇ ਹੁੰਦੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ, ਤਾਂ ਉਹ ਕੀ ਕਰੋ ਕਿ ਮੇਰਾ ਨਾਮ ਲਿਖ ਦਿਓ, ਡਾਕਟਰ ਨਰਿੰਦਰ ਰਵੀ ਗੋਇਲ, ਤੇ ਆਟੋਮੈਟਿਕਲੀ ਤੁਸੀਂ ਵੈਬਸਾਈਟ ਪਹੁੰਚ ਜਾਓਗੇ। ਮੇਰੇ ਸਾਰੇ ਚੈਨਲ ਦੇਖ ਸਕਦੇ ਹੋ, ਜਿਹੜੇ ਕਿ ਕੁਝ ਸਪਿਰਿਚੁਅਲਿਟੀ ਦੇ ਨਾਲ ਸੰਬੰਧਿਤ ਨੇ, ਕੁਝ ਮੈਡੀਕਲ ਦੇ ਨਾਲ ਸੰਬੰਧਿਤ ਨੇ, ਕੁਝ ਪੋਲੀਟੀਕਲ ਸੰਬੰਧਿਤ ਨੇ, ਕੁਝ ਸੋਸ਼ਲ ਐਕਟੀਵਿਟੀਜ਼ ਨੇ। ਜਿਸ ਤਰ੍ਹਾਂ ਸਾਡੇ ਉਹ ਆਪਣੇ ਓਬਰਾਏ ਸਾਹਿਬ ਆਏ ਸੀ, ਜਿਹੜੇ ਕਿ ਇੰਡੀਆ ਦੇ ਵਿੱਚ ਬੜੇ ਪਾਪੂਲਰ ਨੇ, ਉਹਨਾਂ ਦੀ ਇੰਟਰਵਿਊਜ਼ ਇਸ ਤਰ੍ਹਾਂ ਹੋਰ ਪੋਲੀਟੀਸ਼ੀਅਨਸ ਦੀ ਹੈ। ਤੁਸੀਂ ਸਾਰੇ ਹੀ ਚੈਨਲ YouTube ਤੇ ਦੇਖ ਸਕਦੇ ਹੋ। ਤੁਸੀਂ ਸਿਰਫ ਇਹ ਕਰਨਾ, ਜਾਂ ਤਾਂ ਲਿੰਕ ਦੱਬ ਦਿਓ, ਜੇ ਲਿੰਕ ਨਹੀਂ ਤੁਹਾਨੂੰ ਦੱਬਣਾ ਆਉਂਦਾ ਤਾਂ ਤੁਸੀਂ ਮੇਰਾ ਨਾਮ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ। ਤੁਸੀਂ YouTube ਤੇ ਚਲੇ ਜਾਓਗੇ, ਤੇ ਜੇ Facebook ਤੁਹਾਡੇ ਲਈ Facebook ਤੇ ਰਜਿਸਟਰ ਕਰ ਲਓ, ਆਟੋਮੈਟਿਕਲੀ ਤੁਹਾਨੂੰ ਮੈਸੇਜ ਆ ਜਾਣਗੇ। Facebook ਹੈਗੀ ਮੇਰੀ ravigoyal.ca, Facebook ਤੇ ਜਾ ਸਕਦੇ ਹੋ। ਐਸੇ ਤਰ੍ਹਾਂ ਹੀ ਰਵੀ ਗੋਇਲ CA ਪਾ ਲਓਗੇ ਤਾਂ ਤੁਸੀਂ ਮੇਰੀ ਵੈਬਸਾਈਟ ਤੇ ਜਾ ਸਕਦੇ ਹੋ। ਵੈਬਸਾਈਟ ਦੇ ਵਿੱਚ ਪੂਰੀ ਦੀ ਪੂਰੀ ਡਿਟੇਲ ਹੈ ਕਿ ਮੈਂ ਕਿੱਥੇ ਜੰਮਿਆ, ਕਿੱਥੇ ਪਲਿਆ, ਕਿੰਨੀਆਂ ਸ਼ਰਾਰਤਾਂ ਕੀਤੀਆਂ, ਕਿਹੋ ਜਿਹਾ ਕੰਮ ਕੀਤਾ, ਕਦੋਂ ਕੈਨੇਡਾ ਮੂਵ ਹੋਏ, ਕਿਹੜੇ SD ਕਾਲਜ ਪੜ੍ਹਿਆ, ਪੰਜਾਬੀ ਯੂਨੀਵਰਸਿਟੀ 'ਚ ਪੜ੍ਹਿਆ, ਸਪੋਰਟਸ ਦੇ ਵਿੱਚ ਕੀ ਰੋਲ ਹੈ, ਪੋਲੀਟਿਕਸ ਦੇ ਵਿੱਚ ਕੀ ਰੋਲ ਹੈ, ਇਲੈਕਸ਼ਨ ਲੜਿਆ ਕਿ ਨਹੀਂ ਲੜੇ, ਉਹ ਸਾਰੀਆਂ ਵੈਬਸਾਈਟ ਦੇ ਵਿੱਚ ਦਿੱਤੀਆਂ ਹੋਈਆਂ ਪਿਕਚਰਸ ਵੀ, ਤੇ ਆਪਣੀ ਬਾਇਓ ਡਾਟਾ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਸੋ ਇਹ ਮੇਰੀ ਤਾਕੀਦ ਹੈ ਕਿ ਤੁਸੀਂ ਪਲੀਜ਼, ਜੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਤਾਂ ਤੁਸੀਂ ਜ਼ਰੂਰ YouTube ਦੇ ਉੱਤੇ ਜਾਂ Facebook ਦੇ ਉੱਤੇ ਹਰ ਸੰਡੇ ਨੂੰ ਮੈਂ ਪ੍ਰੋਗਰਾਮ ਦਿੰਦਾ, ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਨਾਲ ਹੀ ਮੇਰੀ ਇੱਕ ਦੋਨੇ ਹੱਥ ਜੋੜ ਕੇ ਬੇਨਤੀ ਮੈਂ ਕਰ ਰਿਹਾ, ਕਿਉਂਕਿ ਜਦੋਂ ਅਸੀਂ WhatsApp ਦੇ ਉੱਤੇ ਜਾਂ ਮੈਸੇਜ ਦੇ ਉੱਪਰ ਮੈਸੇਜ ਦਿੰਦੇ ਹਾਂ, ਉਹ ਮੇਰੀ ਇੱਕ ਟੀਮ ਹੈ, ਟੈਕਨੀਕਲ ਟੀਮ ਹੈ, ਕਿਉਂਕਿ ਉਹਨਾਂ ਨੇ ਮੇਰਾ ਫੋਨ ਲੈ ਲਿਆ ਸੀ। ਜਿੰਨੇ ਵੀ ਮੇਰੇ ਉਹਦੇ ਵਿੱਚ ਨੰਬਰ ਆਏ ਨੇ ਉਹ ਸਾਰਿਆਂ ਨੂੰ ਭੇਜ ਦਿੰਦੇ ਨੇ। ਹਾਂ, ਕਈ ਬੰਦੇ, ਕਈ ਰਿਸ਼ਤੇਦਾਰ, ਕਈ ਯਾਰ ਦੋਸਤ ਦੇਖਣਾ ਲਾਈਕ ਨਹੀਂ ਕਰਦੇ, ਸੋ ਪਲੀਜ਼ ਮੈਨੂੰ ਟੈਕਸਟ ਕਰ ਦਿਓ, ਉਹਨਾਂ ਦਾ ਅਸੀਂ ਨਾਂ ਡਿਲੀਟ ਡੈਫੀਨੇਟਲੀ ਕਰ ਦਿਆਂਗੇ, ਉਹਨਾਂ ਨੂੰ ਫਿਰ ਮੈਸੇਜ ਨਹੀਂ ਵੀ ਆਉਣਗੇ। ਸੋ ਦੇਅਰ ਇਜ਼ ਨੋ ਹਾਰਡ ਫੀਲਿੰਗ। ਜਿਹੜਾ ਦੇਖਣਾ ਚਾਹੁੰਦੇ ਨੇ ਮੋਰ ਦੈਨ ਵੈਲਕਮ, ਤੇ ਜਿਹੜੇ ਨਹੀਂ ਦੇਖਣਾ ਚਾਹੁੰਦੇ ਉਹ ਮੈਨੂੰ ਸਿਰਫ ਟੈਕਸਟ ਕਰ ਦਿਓ, ਤੇ ਉਹ ਮੈਂ ਆਪਣੀ ਟੀਮ ਨੂੰ ਕਹਿ ਦਾਂਗਾ ਕਿ ਤੁਹਾਡਾ ਨਾਮ ਉਹਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਵੇ। ਕਿਉਂਕਿ ਜਿੰਨੇ ਵੀ ਮੇਰੇ ਪ੍ਰੋਗਰਾਮ ਨੇ, ਇਹ ਨਾਟ ਓਨਲੀ ਇੰਡੀਆ ਦੇ ਵਿੱਚ ਦੇਖੇ ਜਾਂਦੇ ਨੇ ਜਾਂ ਕੈਨੇਡਾ 'ਚ, ਮੈਕਸੀਮਮ ਪਾਕਿਸਤਾਨ ਦੇ ਵਿੱਚ ਔਰ ਦੁਬਈ ਦੇ ਵਿੱਚ ਦੇਖੇ ਜਾਂਦੇ ਨੇ, ਕਿਉਂਕਿ ਇਹ ਪਾਕਿਸਤਾਨੀ ਰੇਡੀਓ ਔਰ TV ਚੈਨਲ ਹੈ। ਸੋ ਲੈਟਸ ਬਿਫੋਰ ਗੋ ਇਨ ਡਿਟੇਲ, ਲੈਟਸ ਸਟਾਰਟ ਦਾ ਟੌਪਿਕ। ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਡੈਥ ਦੇ ਉੱਪਰ, ਕਿ ਮੌਤ ਕੀ ਹੁੰਦੀ ਹੈ। ਦੇਖੋ, ਇੱਕ ਵਾਰ ਮਹਾਤਮਾ ਬੁੱਧ ਨੂੰ ਉਹਨਾਂ ਦੇ ਸ਼ੀਸ਼ਾਂ ਦੇ ਜਿਹੜੇ ਚੇਲੇ ਸੀਗੇ ਉਹ ਬੈਠੇ ਸੀਗੇ, ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਡਿਸਾਈਪਲ ਸੀ, ਚੇਲਾ ਸੀ, ਸ਼ਿਸ਼ ਸੀਗਾ, ਉਹਨੇ ਮਹਾਤਮਾ ਬੁੱਧ ਨੂੰ ਪੁੱਛਿਆ ਕਿ ਮਹਾਤਮਾ ਜੀ, ਤੁਸੀਂ ਇੰਨੇ ਗੁਣੀ ਗਿਆਨੀ ਹੋ, ਤੁਸੀਂ ਪਰਮਾਤਮਾ ਦੇ ਵਿੱਚ ਸਮਾਏ ਹੋਏ ਹੋ, ਤੁਸੀਂ ਮੈਨੂੰ ਇੱਕ ਕੋਈ ਅਜਿਹਾ ਤਰੀਕਾ ਤਾਂ ਦੱਸੋ ਜਿਹਦੇ ਨਾਲ ਮੌਤ ਨਾ ਆਵੇ, ਡੈਥ ਨਾ ਹੋਵੇ। ਦੁਨੀਆ ਦੇ ਵਿੱਚ ਜਦੋਂ ਵੀ ਮੌਤ ਆਉਂਦੀ ਅਸੀਂ ਦੇਖਦੇ ਹਾਂ, ਚਾਹੇ ਉਹ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਹੈ, ਚਾਹੇ ਉਹ ਜਵਾਨ ਹੈ, ਚਾਹੇ ਉਹ ਬੁੱਢਾ ਹੈ, ਉਹ ਸਾਰੇ ਬੰਦੇ ਚੀਕਾਂ ਮਾਰ ਮਾਰ ਕੇ ਰੋਂਦੇ ਨੇ। ਸੋ ਮੈਂ ਉਹ ਚੀਕਾਂ ਬਰਦਾਸ਼ਤ ਨਹੀਂ ਕਰ ਸਕਦਾ, ਇਸ ਕਰਕੇ ਤੁਹਾਨੂੰ ਮੈਂ ਪੁੱਛ ਰਿਹਾ ਕਿ ਮਹਾਤਮਾ ਜੀ, ਕੋਈ ਅਜਿਹਾ ਤਰੀਕਾ ਤਾਂ ਦੱਸੋ, ਕੋਈ ਅਜਿਹਾ ਤਰੀਕਾ ਬਣਿਆ ਨਹੀਂ ਜਿਹਦੇ ਨਾਲ ਆਦਮੀ ਦੀ ਮੌਤ ਨਾ ਆਵੇ, ਉਹ ਹਮੇਸ਼ਾ ਹਮੇਸ਼ਾ ਦੇ ਲਈ ਅਮਰ ਹੋਵੇ। ਮਹਾਤਮਾ ਬੁੱਧ ਨੇ ਇਹ ਸਵਾਲ ਸੁਣਿਆ, ਸੁਣ ਕੇ ਥੋੜਾ ਜਿਹਾ ਮੁਸਕਰਾਏ ਤੇ ਕਹਿੰਦੇ, ਹਾਂ,
मौत ना आवे, ਇਹਦਾ ਇੱਕ ਤਰੀਕਾ ਹੈ। ਸਾਰੇ ਹੈਰਾਨ ਹੋ ਗਏ ਵੀ ਅੱਜ ਤੱਕ ਤਾਂ ਕਦੇ ਸੁਣਿਆ ਨਹੀਂ। ਇਹ ਮਹਾਤਮਾ ਬੁੱਧ ਜੀ ਕਿਉਂਕਿ ਪਹੁੰਚੇ ਤੇ ਸ਼ਾਇਦ ਕੋਈ ਵਧੀਆ ਤਰੀਕਾ ਦੱਸਦਾ ਜਿਹਦੇ ਨਾਲ ਲੋਕਾਂ ਦੇ ਫਿਰ ਜਿਹੜੇ ਦੁੱਖ ਦਰਦ ਨੇ, ਜਿਹੜੇ ਰੋਂਦੇ ਨੇ, ਉਹ ਬਚਾਅ ਹੋ ਜੇ, ਮੌਤ ਨਾ ਆਵੇ। ਮਹਾਤਮਾ ਬੁੱਧ ਕਹਿੰਦੇ ਬੇਟਾ ਜੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਦੀ ਮੌਤ ਨਾ ਹੋਵੇ ਤਾਂ ਇਹਦਾ ਸਿਰਫ ਇੱਕੋ ਇੱਕ ਤਰੀਕਾ ਹੈ ਕਿ ਉਹ ਜਨਮ ਨਾ ਲਵੇ, ਉਹ ਬਰਥ ਨਾ ਲਵੇ। ਕਿਉਂਕਿ ਜਿਹੜਾ ਵੀ ਬੰਦਾ ਜੰਮਿਆ, ਜਿਹਨੇ ਵੀ ਬਰਥ ਲਿਆ, ਜਿਹੜਾ ਵੀ ਪੈਦਾ ਹੋਇਆ, ਡੈਫੀਨੇਟਲੀ ਇਹ ਕੁਦਰਤ ਦਾ ਸੰਵਿਧਾਨ ਹੈ, ਇਹ ਯੂਨੀਵਰਸਲ ਲਾ ਹੈ ਕਿ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਮਰ ਜਾਣਾ। ਜਿਹੜੇ ਅਸੀਂ ਆਪਣੇ ਆਪ ਨੂੰ ਆਦਮੀ ਕਹਿੰਦੇ ਹਾਂ, ਆਦਮੀ ਪੰਜਾਬੀ ਸ਼ਬਦ ਹੈ, ਹਮ ਆਦਮੀ ਹੈ ਇੱਕ ਦਮੀ ਦਾ ਮਤਲਬ ਵਨ ਬ੍ਰੈਥ, ਇੱਕੋ ਹੀ ਸਾਹ ਆਉਂਦਾ। ਸਾਹ ਆ ਗਿਆ ਠੀਕ ਹੈ, ਚੱਲੀ ਜਾਂਦੇ ਆ। ਜਦੋਂ ਸਾਹ ਰੁਕ ਗਿਆ ਘਰਦਿਆਂ ਨੇ ਫਟਾਫਟ ਫਿਊਨਰਲ ਚ ਹੋਮ ਚ ਭੇਜ ਦੇਣਾ, ਤੇ ਕਦੇ ਰਾਤ ਨੂੰ ਤੁਹਾਨੂੰ ਬੜੀ ਮੁਸ਼ਕਿਲ ਨਾਲ ਉਠਾਉਂਦੇ, ਸਿੱਧਾ ਸ਼ਮਸ਼ਾਨ ਘਾਟ ਦੇ ਵਿੱਚ ਅੱਗ ਲਾ ਦੇਣਗੇ ਜਾਂ ਜ਼ਮੀਨ 'ਚ ਦਫਨਾ ਦੇਣਗੇ। ਸੋ ਇਹ ਸਾਡੀ ਹਕੀਕਤ ਹੈ ਕਿ ਹਮ ਆਦਮੀ ਹੈ ਇੱਕ ਦਮੀ, मोहलत मर्त ना जानी, कि we are human being of a single breath. We don't know when our death will come. We don't know our death time. ਇਹ ਸਿੰਗਲ ਬ੍ਰੈਥ ਹੈ। ਸੋ ਇਹ ਸਾਡੀ ਹਕੀਕਤ ਹੈ ਕਿ ਸਾਹ ਜਿੰਨਾ ਚਿਰ ਚੱਲਦੇ ਨੇ ਅਸੀਂ ਭੱਜੇ ਫਿਰਦੇ ਹਾਂ, ਜਦੋਂ ਸਾਹ ਨਿਕਲ ਗਿਆ ਤੇ ਫਿਰ ਸਾਡੀ ਕੋਈ ਦੋਨੀ ਦੀ ਵੈਲਿਊ ਨਹੀਂ। ਫਿਰ ਇਹ ਜਿਹੜਾ ਸਾਰਾ ਜਿਸਮ ਹੈ, ਜਿਹੜਾ ਅਸੀਂ ਭੱਜ ਨੱਠ ਕੇ ਤਿਆਰ ਹੁੰਦੇ ਆ, ਕੱਪੜੇ ਪਾਉਣੇ ਆ, ਵਧੀਆ ਵਧੀਆ ਮੇਕਅਪ ਕਰਦੇ ਆ, ਇਹਦੀ ਕੋਈ ਵੈਲਿਊ ਨਹੀਂ। ਇਹ ਇੱਕ ਮਿੱਟੀ ਤੋਂ ਵੱਧ ਕੋਈ ਚੀਜ਼ ਨਹੀਂ। ਇੱਕ ਮੁੱਠੀ ਜਿਹੜੀ ਹੈ ਉਹ ਮਿੱਟੀ ਦੀ ਹੋ ਜਾਂਦੀ ਹੈ। ਜਿਹੜੇ ਲਾਰਡ ਕ੍ਰਿਸ਼ਨਾ ਨੇ ਹਿੰਦੂ ਧਰਮ ਦੇ ਵਿੱਚ ਗੀਤਾ ਦੇ ਵਿੱਚ, ਜਿਹੜੀ ਭਗਵਦ ਗੀਤਾ ਹੈ, ਉਹਦੇ 8ਵੇਂ ਅਧਿਆਇ ਦੇ ਵਿੱਚ 8ਵੇਂ ਚੈਪਟਰ ਦੇ ਵਿੱਚ ਬੜਾ ਸਿੰਪਲ ਤਰੀਕੇ ਨਾਲ ਮੌਤ ਦੇ ਬਾਰੇ ਕਹਿੰਦੇ ਨੇ ਕਿ एवरीवन हू इज बोर्न विल डाई वन डे, कि ਜਿਹੜਾ ਵੀ ਬੰਦਾ ਪੈਦਾ ਹੋਇਆ ਨਾ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਮਰ ਜਾਣਾ। ਇਸੇ ਤਰ੍ਹਾਂ ਹੀ ਮੁਸਲਿਮ ਭਾਈਚਾਰੇ ਦੇ ਵਿੱਚ ਕੁਰਾਨ, ਜਿਸ ਤਰ੍ਹਾਂ ਕੁਰਾਨ ਉਹਨਾਂ ਦੀ ਹੋਲੀ ਬੁੱਕ ਹੈ, ਉਹਦੇ ਵਿੱਚ ਬੜਾ ਡਿਫਰੈਂਟ ਢੰਗ ਨਾਲ ਮਤਲਬ ਇੱਕੋ ਹੀ ਹੈ। ਕੀ ਕਿਹਾ ਕਿ ਸ਼ੋਰਲੀ ਵੀ ਬਿਲੋਂਗ ਟੂ ਅੱਲਾ ਐਂਡ ਟੂ ਹਿਮ ਸ਼ੈਲ ਬੀ ਰਿਟਰਨ, ਕਿ ਅਸੀਂ ਅੱਲਾ ਦੇ ਜਿਹੜੀ ਮਤਲਬ ਸਰੀਰ ਨੂੰ ਕਹਿੰਦੇ ਅੱਲਾ ਦੇ, ਅਸੀਂ ਅੱਲਾ ਨੇ ਭੇਜਿਆ ਤੇ ਅੱਲਾ ਦੇ ਵਿੱਚ ਹੀ ਵਾਪਸ ਚਲੇ ਜਾਣਾ। ਇਸੇ ਤਰ੍ਹਾਂ ਹੀ ਜੀਸਸ ਕ੍ਰਾਈਸਟ ਨੇ ਬਾਈਬਲ ਦੇ ਚੈਪਟਰ 13 ਚੈਪਟਰ ਦੇ ਵਿੱਚ ਕਿਹਾ, ਡੋਂਟ ਬੀ ਡਿਸਕਰੇਜਡ ਫॉर द लॉर्ड विल बी विद यू वेयरएवर यू गो। ਕਹਿੰਦਾ ਘਬਰਾਉਣ ਦੀ ਲੋੜ ਨਹੀਂ, ਜਿੱਥੇ ਵੀ ਤੁਹਾਡੀ ਆਤਮਾ ਜਾਊਗੀ ਪਰਮਾਤਮਾ ਤਾਂ ਉਹਦੇ ਨਾਲ ਹੀ ਚੱਲਦਾ। ਸੋ ਇਸ ਕਰਕੇ ਗੁਰਬਾਣੀ ਦੇ ਵਿੱਚ ਕਿਹਾ कि राम गयो रावण गयो जा का वो परवार, कहो नानक कुछ थिर नहीं सुपने जो संसार। कि देखो रामचंद्र जी है जिन्होंने असीं परमात्मा मानते हैं, वो उन्होंने एक दिन इस धरती तो जिहड़ी है जुदाई करनी पई, उन्होंने भी डैथ हुई। रावण का कितना बड़ा परिवार सी, किन्ने बाल बच्चे पोत पोते सी, सब किते अज खत्म मर गए। सो कहो नानक कुछ थिर नहीं। गुरु नानक साहब कहते हैं कोई चीज परमानेंट नहीं, नथिंग इज परमानेंट in this world, क्योंकि ਜਿਹੜਾ ਵੀ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਸੁਪਨੇ ਜਿਉਂ ਸੰਸਾਰ, ਜੋ ਕੁਝ ਅਸੀਂ ਦੇਖ ਰਹੇ ਹਾਂ ਇੱਕ ਜਸਟ ਲਾਈਕ ਅ ਡ੍ਰੀਮ ਹੈ। ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ, ਰਾਤ ਨੂੰ ਜਦੋਂ ਸੌਂਦੇ ਹਾਂ ਕਈ ਵਾਰੀ ਸਾਨੂੰ ਸੁਪਨੇ ਆ ਜਾਂਦੇ ਨੇ, ਕਈ ਵਾਰੀ ਅਸੀਂ ਇਮਰਾਨ ਖਾਨ ਬਣ ਜਾਂਦੇ ਹਾਂ, ਕਈ ਵਾਰੀ ਅਸੀਂ ਮੋਦੀ ਬਣ ਜਾਂਦੇ ਹਾਂ, ਕਈ ਵਾਰੀ ਅਸੀਂ ਸੰਤ ਬਣ ਜਾਂਦੇ ਹਾਂ, ਕਈ ਵਾਰੀ ਅਸੀਂ ਅਮੀਰ ਬਣ ਜਾਂਦੇ ਹਾਂ, ਲਾਠੀ ਨਿਕਲ ਆਉਂਦੀ ਹੈ, ਕਈ ਵਾਰੀ ਅਸੀਂ ਇੰਨੇ ਦਾਰਾ ਸਿੰਘ ਪਹਿਲਵਾਨ ਬਣ ਜਾਂਦੇ ਹਾਂ, ਪੈਰਾਂ 'ਚ ਗਰਜਾਈ 'ਚ ਲੱਤਾਂ ਮਾਰਦੇ ਲੜਾਈਆਂ ਝਗੜੇ ਕਰਦੇ ਹਾਂ। ਪਰ ਜਦੋਂ ਸੁਪਨਾ ਖੁੱਲ੍ਹਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਇਸ ਤਾਂ ਮੰਜੇ ਦੇ ਪਏ ਹਾਂ। ਸੁਪਨੇ ਦੇ ਵਿੱਚ ਚੀਕਾਂ ਵੀ ਮਾਰਦੇ ਹਾਂ, ਹੱਸੀ ਵੀ ਜਾਂਦੇ ਹਾਂ, ਕਿਉਂਕਿ ਉਹ ਸੁਪਨਾ ਹੈ, ਹਕੀਕਤ ਨਹੀਂ। ਇਸੇ ਤਰ੍ਹਾਂ ਜਿਹੜੀ ਸਾਡੀ ਲਾਈਫ ਹੈ, ਕਿਸੇ ਦੀ 10 ਸਾਲ ਦੀ ਹੈ, ਕਿਸੇ ਦੀ 40 ਦੀ ਹੈ, ਕਿਸੇ 70 ਹੈ, 80 ਹੈ, 90 ਹੈ, ਇਹ ਵੀ ਇੱਕ ਸੁਪਨਾ ਹੈ। ਇੰਨਾ ਕੁ ਟਾਈਮ ਮਿਲਿਆ ਔਰ ਜਿੰਨਾ ਮਰਜ਼ੀ ਨੱਚ ਲਓ ਟੱਪ ਲਓ, ਪਰ ਹਕੀਕਤ ਕੀ ਹੈ? ਮੌਤ। ਅਖੀਰ ਦੇ ਵਿੱਚ ਮੌਤ ਹੀ ਆਉਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ, ਕੁਝ ਭੈਣ ਭਰਾ ਕਹਿਣਗੇ, ਕੱਲ ਮੈਨੂੰ ਫੋਨ ਆਇਆ ਸੀ ਐਕਚੁਅਲ ਜਿਹਨਾਂ ਨੇ, ਉਹ ਕਹਿੰਦੇ ਤੁਸੀਂ ਤਾਂ ਜੀ ਬੜੇ ਨੈਗੇਟਿਵ ਐਟੀਟਿਊਡ ਰੱਖਦੇ ਹੋ, ਲੋਕਾਂ ਨੂੰ ਡਰਾਈ ਜਾਂਦੇ ਹੋ। ਜੇ ਹਰ ਵਕਤ ਮੌਤ ਦੀ ਨਹੀਂ ਯਾਦ ਰੱਖਾਂ ਫਿਰ ਕੰਮ ਕਦੋਂ ਕਰਾਂਗੇ? ਜ਼ਿੰਦਗੀ ਦੀ ਐਸ਼ ਕਿਵੇਂ ਲਾਂਗੇ? ਜ਼ਿੰਦਗੀ ਵੀ ਤਾਂ ਪਰਮਾਤਮਾ ਨੇ ਬਣਾਈ ਹੈ, ਕੰਮ ਕਦੋਂ ਕਰਾਂਗੇ ਜੇ ਹਰ ਵਕਤ ਹੀ ਮੌਤ ਦਾ ਡਰ ਲੱਗਿਆ ਰਹੂ? ਮੈਂ ਬਿਲਕੁਲ ਨਹੀਂ ਕਹਿੰਦਾ। ਮੈਂ ਇਹ ਕਹਿਣਾ ਜ਼ਿੰਦਗੀ ਦਾ ਇੰਜੋਏ ਕਰੋ, ਜ਼ਿੰਦਗੀ ਨੂੰ ਇੰਜੋਏ ਕਰੋ, ਪਰ ਮੌਤ ਦੀ ਤਿਆਰੀ ਕਰੋ। ਜਿਸ ਤਰ੍ਹਾਂ ਕਹਿੰਦੇ ਨੇ ਹੋਪ ਫॉर द बेस्ट ਐਂਡ ਪ੍ਰਪੇਅਰ ਫॉर द वर्स्ट। ਆਪਾਂ ਕਾਰ ਚਲਾਉਣੇ ਆ, ਕਾਰ ਚੱਲ ਰਹੀ ਹੈ, ਆਪਾਂ ਨੱਚਦੇ ਆ ਟੱਪਦੇ ਆ, ਉਧਰੋਂ ਸੈਲਫੋਨ ਕੰਨ ਤੇ ਲਾ ਲੈਂਦੇ, ਜਿਹਨੂੰ ਮੋਬਾਈਲ ਫੋਨ ਇੰਡੀਆ 'ਚ ਕਹਿੰਦੇ ਆ, ਤੇ ਉਹਦੇ ਲਈ ਅਸੀਂ ਇੰਜੋਏ ਕਰਦੇ ਹਾਂ, ਗੱਲਾਂ ਮਾਸੀ ਚਾਚੀ ਤਾਈ ਵਾਈਫ ਨਾਲ ਕਰਦੇ ਹਾਂ, ਇੰਜੋਏ ਕਰਦੇ ਹਾਂ। ਪਰ ਪ੍ਰਪੇਅਰ ਫॉर द वर्स्ट, ਕਿ ਕਾਰ ਚਲਾਉਂਦੇ ਕਿਤੇ ਇੰਨੇ ਨਾ ਮਗਨ ਹੋ ਜਿਓ ਕਿ ਕਾਰ ਜਾ ਕੇ ਦੂਜੇ ਠੋਕ ਜੇ ਤੇ ਸਤਨਾਮ ਸ਼੍ਰੀ ਵਾਹਿਗੁਰੂ ਹੋ ਜੇ ਉੱਥੇ ਹੀ।
सो इस करके कहते ने भी दुनिया च रहो प्रिपेयर फॉर द बस, पर मौत के बारे भी तैयारी करो, कुछ समा कढो, मौत को समझने की कोशिश करो भी आनी है। सो ये पहला कुछ ना कुछ आप तैयारी कर लीए। ਜਿਹੜੇ ਬੰਦੇ ਤਿਆਰੀ नहीं करते वो फिर बात कहने अब पछताए होत क्या जब चिड़िया चुगी खेत। सो सानू पहला तैयारी करनी चाहिए। स्टूडेंट है IAS की एग्जाम तैयारी कर रहा है, कोई IPS की करता, चलो स्कूल स्टूडेंट भी ला लो, कॉलेज स्टूडेंट भी ला लो, वो की करते हैं ਜਿਹੜੇ ਬੱਚਿਆਂ ਨੂੰ ਪਤਾ ਹੈ ਕਿ ਮਾਰਚ ਅਪ੍ਰੈਲ ਦੇ ਵਿੱਚ ਸਾਡੇ ਟਾਈਮ 'ਚ ਐਗਜ਼ਾਮ ਹੁੰਦੇ ਸੀ, ਉਹ ਸਾਰਾ ਸਾਲ ਖੇਡਦੇ ਵੀ ਸੀ, ਰੋਟੀ ਵੀ ਖਾਂਦੇ ਸੀ, ਆਪਣੇ ਮਾਂ-ਬਾਪ ਦੇ ਕੰਮਾਂ ਦੇ ਵਿੱਚ ਵੀ ਹੈਲਪ ਕਰਦੇ ਸੀ, ਪਰ ਨਾਲ-ਨਾਲ ਸਮਾਂ ਕੱਢ ਕੇ ਉਹ ਪੜ੍ਹਦੇ ਸੀ। ਜਿਹੜੇ ਬੰਦੇ ਕਿਉਂ ਉਹਨਾਂ ਨੂੰ ਪਤਾ ਸੀ ਮਾਰਚ ਦੇ ਵਿੱਚ ਅਪ੍ਰੈਲ ਦੇ ਵਿੱਚ ਐਗਜ਼ਾਮ ਹੋਣਗੇ, ਸੋ ਐਵਰੀ ਡੇ ਜਾਂ ਐਵਰੀ 3 ਡੇਜ਼ 4 ਡੇਜ਼ ਉਹ ਕੀ ਕਰਦੇ ਸੀ, ਘੰਟਾ 2 ਘੰਟੇ ਉਹ ਬੁੱਕਸ ਨੂੰ ਪੜ੍ਹਦੇ ਸੀਗੇ। ਜਦੋਂ ਉਹ ਪੜ੍ਹਦੇ ਸੀ, ਮਿਹਨਤ ਕਰਦੇ ਸੀ, ਜਦੋਂ ਐਗਜ਼ਾਮ ਹੁੰਦਾ ਸੀ ਉਹ ਬੇਫਿਕਰੇ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੇਰੀ ਤਿਆਰੀ ਹੋਈ ਵੀ ਹੈ। ਜਿਹੜੇ ਮੇਰੇ ਵਰਗੇ ਨਲਾਇਕ ਹੁੰਦੇ ਸੀ, ਸੱਚਾਈ ਦੱਸ ਰਹੇ ਆ, ਪੜ੍ਹਨਾ ਤਾਂ ਹੈ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਡੀ ਜਾਣਾ, ਰੋਟੀ ਖਾ ਲਈ, ਫੇਰ ਅਵਾਰਾਗਰਦੀ ਕਰਨ ਨਿਕਲ ਗਏ। ਤੇ ਉਸ ਵੇਲੇ ਜਦੋਂ ਐਗਜ਼ਾਮ ਹੁੰਦੇ ਨੇ ਫਿਰ ਪੂਰਾ ਡਰ ਹੁੰਦਾ, ਫਿਰ ਕੀ ਕਰਦੇ ਹਾਂ ਅਸੀਂ कि सुपरडेंट कौन आया जी, सुपरवाइजर कौन आया जी, ये लिहाज पाओ, या छोटिया छोटिया पर्चियां बना के कोई बांह के पाई फिरदा, कोई लत्तां च पाई फिरदा, कोई पैन च पाई फिरदा, कोई हत्थ से लिखी फिरदा, नाले डर हुंदा भी जे किते देख लिया 3 साल ही डिसकुआलीफाई कर देंगे। सो ये डर है। पर ਜਿਹੜੇ ਬੰਦੇ ਪਹਿਲਾਂ ਪ੍ਰਪੇਅਰ ਕਰਦੇ ਨੇ, ਇੰਜੋਏ ਵੀ ਕਰਦੇ ਨੇ, ਪਰ ਪ੍ਰਪੇਅਰ ਵੀ ਕਰਦੇ ਨੇ, ਐਗਜ਼ਾਮ ਦੀ ਕੁਝ ਸਮਾਂ ਕੱਢਦੇ ਨੇ ਤੇ ਉਹ ਤਿਆਰੀ ਕਰਦੇ ਨੇ, ਉਹ ਬੇਫਿਕਰ ਹੋ ਜਾਂਦੇ ਨੇ। ਸੋ ਉਹੀ ਇੱਥੇ ਮੇਰਾ ਮਤਲਬ ਦੱਸਣ ਦਾ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਜੋਏ ਕਰੋ, ਪਰ जिमें कहते होप फॉर द बेस्ट वधिया करो, पर प्रिपेयर फॉर द वर्स्ट कि ये आनी है मौत है, ये भी तैयारी करो। जिस तरह फॉर एग्जाम्पल आप होर एग्जाम्पल दे सकते हैं, आप इंडिया जाना हो कनेडा तो आप की करते हैं, प्रैक्टिकल देखो, सोच के देखो, छोटी छोटिया गल्लां ने, प्रैक्टिकल है। जे अज मैं सोचा भी आप सरसे जाना, साडे डॉक्टर साहब साडे फ्रेंड रहिंदे ने, जे सुनते होणगे देख लैणगे, तो असीं अज की करांगे, पहला वीज़ा लवावांगे, जो वीज़ा लग गया उन्होंने इन्फॉर्म करांगे कि इन्नी तरीक नूं असीं आ रहे हैं जी, फिर आप उन्हां दे लई गिफ्टां सोचांगे कि समान की लैके आना, दिल्ली एयरपोर्ट ते पहुंचना है तो उत्थे सानूं कौन लैण आऊगा जी, उत्थे सरसे रहना, किन्ने दिन रहना, उत्थे शॉपिंग करनी है, किवें करनी है, सारियां प्लैनिंगां बनाउणियां कि नहीं बनाउंदे, पहला बनाउणे आ। सो मौत जदों आउणी है सानूं ते उहदे लई असीं कोई तैयारी नहीं करदे, फिर जदों मौत आ जांदी है उदों मरण किनारे पए हुंदे ने बाबा जी, चाचा जी, फादर साहब, ग्रैंड फादर, फिर असीं भजदे आ, अटैच अटूचमेंट कोई नहीं, जदों भजदे आ जी, तां बोलदे नहीं, फटाफट पुछो बैंक बैलेंस दी, कापी कित्थे रखती, वो सेफ दी कुंजी कित्थे पई है, वो पैसे किहदे हुंदे ते वो कागज कित्थे लुकोए ने। सो पहला तैयारी करते हैं, फिर असीं उस वेले जे नहीं दसदे आपां कहंदे दस के नहीं गए, हुण पता ही नहीं कि गवर्नमेंट ही रख लूगी। सो सानूं हमेशा जिहड़ी चीज़, कई वारी बंदे मैनूं कहंदे तूं हर वक्त मौत की गल करदा, जिहड़ी सच्चाई है वी शुड बी रियलिस्टिक, प्रैक्टिकल सन होना चाहिए, मौत ने आना ही आना। सो इस करके सानू इहनूं समझ के, इहदी हकीकत नूं समझ के इहदी सानू तैयारी करनी चाहिए है। राणा राव ना को रहे, रंग ना तंक फकीर, बारी आपो अपनी कोई ना बांधे तीर। इत्थे अमीर होण चाहे कोई गरीब होण, किसी दा भलेखा होवे मैं बहुत वड्डा अमीर हाँ, टाटा बिरला अडमाणी जिन्ने मर्जी दुनिया के देशों च भजदा भी इलाज करा लांगे, जो मौत आनी है इलाज भी उत्थे ही खड़े रह जाने। सो आप जिहदी भी वारी आ गई वो उन्हें जाना ही जाना है। ਹੁਣ ਤੁਸੀਂ देख लो, मैं पिछले हफ्ते साढ़े कोई फ्रेंड से उन्होंने वाइफ 74 ਜਾਂ 75 ਦੀ ਹੋਰ 77 ਦੇ ਜਿੰਨੇ ਦੇ ਵੀ ਹੋਏ ਨੇ ਜਾ ਕੇ ਆਏ ਆ, ਉਹਨਾਂ ਨੂੰ ਕੀ ਪਤਾ ਸੀਗਾ, ਉਹਨਾਂ ਦੇ ਹਸਬੈਂਡ ਦੱਸ ਰਹੇ ਸੀਗੇ ਵੀ ਪਰਸੋਂ ਗੱਲ ਕਰਦੇ ਸੀ, ਸਭ ਕੁਝ ਠੀਕ ਠਾਕ ਸੀ, ਅਚਾਨਕ ਪੈਰ ਡਿੱਗਿਆ ਤੇ ਹੈਮਰੇਜ ਹੋ ਗਈ ਤੇ ਚਲੋ ਡੈਥ ਹੋ ਗਈ। ਸੋ ਇਹ ਬਾਰੀ ਹੈ, ਪਤਾ ਨਹੀਂ ਕਿਹਦੀ ਆ ਜੇ, ਇਹ ਬਾਰੀ ਤਾਂ ਆਉਣੀ ਹੈ, ਪਰ ਕਦੋਂ ਕਿਹਦੀ ਆ ਜੇ ਇਹ ਕੋਈ ਨੋਬਡੀ ਨੋਸ ਅਬਾਊਟ ਦ ਡੈਥ टाइम। सो इस करके सानू मौत की कदे फिक्र नहीं करना चाहिए, रोना पिटना नहीं चाहिए। जिहड़े बंदे रोंदे ने ना उन्होंने रोना नहीं चाहिए। जदों मौत आवे किसी दी, सानू रो के साडा की होऊगा, जिहदी चीज़ सी उहने वापस लै ली है ते सानू रोण दी की लोड़ है। रादर असीं उहदी जिहड़ी है उहनूं तकलीफ दे रहे हैं, क्योंकि जिहड़ी आत्मा हुंदी है, क्योंकि सारी जिंदगी साडी दुनिया दे विच उहदी अटैचमेंट हुंदी है, लगाव हुंदी है, ते फिर असीं रोण लग जाना, फिर आत्मा ते जोर पैंदा, शरीर नूं छड्डदी नहीं। रादर सानू चाहीदा इह है कि जदों बंदा मौत दे नेड़े होवे, मौत दे नेड़े हुंदी निशानियां की ने कि साडे पहली गल तां आत्मा है कित्थे, आत्मा साडे पैरां दे नौहां तो लैके सिर दी चोटी तक है, हर थां ते फैली हुई एनर्जी है। ਤਾਂ ਹੀ ਤਾਂ ਜਦੋਂ ਅਸੀਂ ਹੱਥ ਲਾਉਣੇ ਤਾਂ ਹੀ ਹਿਲਦੀਆਂ, ਜੇ ਤਾਂ ਹੈਗੀ ਤੇ ਜਦੋਂ ਮੌਤ ਹੁੰਦੀ ਹੈ ਫਿਰ ਕੋਈ ਹੱਥ ਨਹੀਂ ਹਿਲਦੇ, ਉਹ ਠੰਡੇ ਹੋ ਜਾਂਦੇ, ਲੱਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸਾਨੂੰ ਚਾਹੀਦਾ ਹੈ ਕਿ ਜੇ ਕੋਈ ਪਰਮਾਤਮਾ ਦਾ ਨਾਮ ਲੈਂਦਾ ਹੈ, ਕੋਈ ਗੀਤਾ ਪੜ੍ਹਦਾ ਹੈ, ਕੋਈ ਬਾਈਬਲ ਪੜ੍ਹਦਾ ਹੈ, ਕੁਰਾਨ ਸ਼ਰੀਫ ਪੜ੍ਹਦਾ ਹੈ, ਜਾਂ ਕੋਈ ਹੋਰ ਕਿਸੇ ਸੰਤ ਮਹਾਤਮਾ ਨੂੰ ਮੰਨਦਾ ਹੈ, ਚਾਹੇ ਉਹ ਬਿਆਸਾ ਵਾਲਿਆਂ ਨੂੰ ਮੰਨਦਾ, ਚਾਹੇ ਬਾਪੂ ਆਸਾ ਰਾਮ ਨੂੰ ਮੰਨਦਾ, ਚਾਹੇ ਉਹ ਜਿਨ੍ਹਾਂ ਨੂੰ ਵੀ ਮੰਨਦਾ, ਆਗਰੇ ਮੰਨਦਾ, ਦੇਵੀ ਦੇਵਤਿਆਂ ਨੂੰ ਮੰਨਦਾ, ਉਸ ਵੇਲੇ ਕੀ ਕਰੋ ਕਿ ਉਹਦੇ ਮੂਹਰੇ ਤੁਸੀਂ ਜ਼ਿਆਦਾ ਕੀਰਤਨ ਲਾਓ, ਟੇਪ ਲਾਓ, ਜਾਂ ਉਹਦੇ ਕੰਨ ਦੇ ਵਿੱਚ
ਵਿੱਚ ਉਹਨੂੰ ਭਜਨ ਸਿਮਰਨ ਕਰਾਓ ਜੇ ਕੋਈ ਮੰਤਰ ਮਿਲਿਆ ਵਾ, ਤਾਂ ਕਿ ਉਹ ਈਜ਼ੀ ਤਰੀਕੇ ਨਾਲ ਨਿਕਲ ਸਕੇ। ਸਗੋਂ ਉਹਨੂੰ ਕਹੋ ਵੀ ਤੂੰ ਆਪਣਾ ਭਜਨ ਕਰ, ਸਿਮਰਨ ਕਰ, ਭਜਨ ਕਰ, ਸਿਮਰਨ ਕਰ, ਰੱਬ ਦਾ ਨਾਮ ਯਾਦ ਕਰ, ਤਾਂ ਕਿ ਉਹਦੀ ਜਿਹੜੀ ਅਟੈਚਮੈਂਟ ਹੈ ਉਧਰ ਜਾਵੇ, ਦੁਨੀਆ ਨਾਲੋਂ ਅਟੈਚਮੈਂਟ ਉਹਦੀ ਘਟੇ। ਇਸ ਕਰਕੇ ਤਾਂ ਹੀ ਕਿਹਾ ਨਾ, ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ, ਇਸ ਮਾਰਗ ਸੰਸਾਰ ਮੇ ਨਾਨਕ ਫਿਰ ਨਾ ਕੋਏ। ਫਿਰ ਸਾਨੂੰ ਚਿੰਤਾ, ਜਦੋਂ ਮਰਨਾ ਹੀ ਹੈ ਹਰੇਕ ਨੇ, ਨਾ ਤੁਸੀਂ ਬਚਾ ਸਕਦੇ ਹੋ, ਫਿਰ ਸਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ? ਇਹ ਤਾਂ ਯੂਨੀਵਰਸਲ ਸੱਚਾਈ ਹੈ। ਜੇ ਆਪਾਂ ਕਿਸੇ ਨੇ ਤੋਂ $1000 $2000 ਲੈ ਲਿਆ ਪੈਸੇ, ਤੇ ਜਦੋਂ ਵਾਅਦਾ ਕੀਤਾ ਹੈ ਉਹਨੂੰ ਪਤਾ ਜਦੋਂ ਉਹ ਮੰਗੇ ਤੇ ਸਾਨੂੰ ਖੁਸ਼ੀ ਵਾਪਸ ਦੇ ਦੇਣੇ ਚਾਹੀਦੇ ਨੇ। ਕਈ ਵਾਰੀ ਲੋਕ ਕਹਿੰਦੇ ਨੇ ਨਹੀਂ ਇਸ ਤਾਂ ਦੇ ਦੇਾਂਗੇ, ਦੇਣੇ ਹੀ ਨਹੀਂ, ਝੂਠ ਬਹਾਨਾ ਮਾਰਦੇ ਨੇ, ਅਲਟੀਮੇਟ ਜਿਹੜੇ ਬੇਇੱਜ਼ਤੀ ਕਰਾਉਂਦੇ, ਨਾਲ ਦੇਣੇ ਪੈਂਦੇ, ਨਾਲ ਰਿਲੇਸ਼ਨ ਖਰਾਬ ਹੁੰਦੇ ਨੇ। ਸੋ ਉਹੀ ਸਾਡੀ, ਸਾਨੂੰ ਰੋਣ ਦੀ ਕੀ ਲੋੜ ਹੈ? ਪਰਮਾਤਮਾ ਦੇ ਰਾਹ ਤੇ ਖੁਸ਼ੀ ਉਹਨਾਂ ਨੂੰ ਤੋਰੋ, ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਅੱਗੇ ਜਾ ਕੇ। ਸੋ ਇਸ ਕਰਕੇ ਜਿਹੜੀ ਮੌਤ ਦੇ ਬਾਰੇ ਹੈ ਨਾ, हमेशा के लिए रहना नहीं, हमेशा के लिए रहना नहीं, इस दौरे फानी में कुछ अच्छा काम कर लो, 4 दिन की जिंदगानी में। ਜਿਹੜੀ 4 ਦਿਨਾਂ ਦੀ ਜ਼ਿੰਦਗੀ ਆ, ਕੋਈ ਚੰਗੇ ਕੰਮ ਕਰ ਲੋ। ਸਾਰਾ ਦਿਨ ਨਿੰਦਿਆ ਚੁਗਲੀਆਂ, ਫੋਨਾਂ ਨੇ ਤਾਂ ਪੱਠਾ ਹੀ ਪਾਤਾ। ਫੋਨ ਇੰਨੇ ਹੋ ਗਏ, ਹੁਣ ਤੋਂ WhatsApp ਹੋ ਗਿਆ ਫ੍ਰੀ ਹੈ। ਅੱਗੇ ਤਾਂ ਜਦੋਂ ਇੰਡੀਆ ਕਰਦੇ ਪੈਸੇ ਲੱਗਦੇ ਘੱਟ ਫੋਨ ਹੁੰਦੇ ਸੀ, ਹੁਣ ਉਹ ਫ੍ਰੀ ਹੋ ਗਏ ਤੇ ਫੋਨ ਲੱਗੇ ਰਹਿੰਦੇ ਨੇ ਘੰਟਾ 2 ਘੰਟੇ 3 ਘੰਟੇ। ਮੈਂ ਤੁਹਾਨੂੰ ਪ੍ਰੈਕਟੀਕਲੀ ਦੀ ਗੱਲ ਦੱਸਦਾ, ਅੱਗੇ ਜਦੋਂ ਇੰਡੀਆ ਜਾਂਦੇ ਸੀ, ਕਿਸੇ ਦੇ ਘਰ ਜਾਂਦੇ ਸੀ, ਸਾਰੀਆਂ ਗੱਲਾਂ ਬਾਤਾਂ ਕਰਦੇ ਸੀ, ਕੀ ਹਾਲ ਚਾਲ ਆ ਉਹਦਾ, ਕੀ ਹਾਲ ਚਾਲ ਆ। ਹੁਣ ਜਦੋਂ ਤੁਸੀਂ ਜਾਂਦੇ ਹੋ, ਉਹਨੂੰ ਫੋਨ ਤੇ ਸਭ ਕੁਝ ਪਹਿਲਾਂ ਹੀ ਪਤਾ ਹੁੰਦਾ, ਫੋਨ ਦੇ ਉੱਤੇ ਇਨਫੋਰਮੇਸ਼ਨ ਹੁੰਦੀ ਹੈ। ਸੋ ਇਸ ਕਰਕੇ ਜਿਹੜੇ ਰਿਲੇਸ਼ਨ ਨੇ, ਫੋਨਾਂ ਵੀ, ਸੌਰੀ ਟੂ ਸੇ, ਪਰ ਫੋਨਾਂ ਕਰਕੇ, ਟੈਕਸਟ ਮੈਸੇਜ ਕਰਕੇ ਜਿਹੜੇ ਸਾਡੇ ਪਰਿਵਾਰਕ ਸੰਬੰਧ ਨੇ ਉਹ ਵੀ ਕਮਜ਼ੋਰ ਹੁੰਦੇ ਜਾ ਰਹੇ ਨੇ। ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਡਾ ਜਿਹੜਾ ਫਰਜ਼ ਹੈ, ਜਿਹੜੇ ਫੋਨਾਂ ਦੇ ਉੱਤੇ ਟਾਈਮ ਬਰਬਾਦ ਕਰਦੇ ਆ, ਕਪਿਲ ਸ਼ੋਅ ਦੇ, ਸ਼ਰਮਾ ਦੇ ਪ੍ਰੋਗਰਾਮ ਦੇਖ ਕੇ ਟਾਈਮ ਬਰਬਾਦ ਕਰ, ਦੇਖੋ ਕਦੇ ਦੇਖੋ, ਹਰ ਵਕਤ ਤਾਂ ਨਹੀਂ ਵੀ ਅਮਿਤਾਭ ਬੱਚਨ ਦਾ ਕਦੋਂ ਨੇ ਲੱਗੇ ਰਹੋ, ਮੂਵੀ ਦੇਖੋ, ਡਰਾਮੇ ਦੇਖੋ, ਕੁਝ ਸਮਾਂ ਕੱਢ ਕੇ ਉਸ ਪਰਮਾਤਮਾ ਦੀ, ਉਸ ਅੱਲਾ ਦੀ, ਉਸ ਵਾਹਿਗੁਰੂ ਦੀ, ਜਿਹਨੂੰ ਵੀ ਤੁਸੀਂ ਮੰਨਦੇ ਹੋ, ਹਾਂਜੀ, ਚਾਹੇ ਮਰਾਰੀ ਜੀ ਨੂੰ ਮੰਨਦੇ ਹੋ, ਚਾਹੇ ਰਾਮ ਰਹੀਮ ਨੂੰ ਮੰਨਦੇ ਹੋ, ਚਾਹੇ ਬਿਆਸਾ ਨੂੰ ਮੰਨਦੇ ਹੋ, ਚਾਹੇ ਦੁਰਗਾ ਮਾਤਾ ਨੂੰ ਮੰਨਦੇ ਹੋ, ਚਾਹੇ ਲక్ష్ਮੀ ਨੂੰ ਮੰਨਦੇ ਹੋ, ਚਾਹੇ ਕੁਰਾਨ ਸ਼ਰੀਫ ਨੂੰ ਮੰਨਦੇ ਹੋ, ਮੁਹੰਮਦ ਸਾਹਿਬ ਨੂੰ ਮੰਨਦੇ ਹੋ, ਬਾਈਬਲ ਨੂੰ ਮੰਨਦੇ ਹੋ, ਮੌਜੇ ਤੁੰਗ ਨੂੰ ਮੰਨਦੇ ਹੋ, ਜਿਹਨੂੰ ਵੀ ਮੰਨਦੇ ਹੋ, ਤੁਸੀਂ ਉਹਨੂੰ ਯਾਦ ਕਰੋ। ਜਦੋਂ ਤੁਸੀਂ ਯਾਦ ਕਰੋਗੇ ਤੁਹਾਡੇ ਉਹੀ ਚੀਜ਼ਾਂ ਕੰਮ ਹੋਣੀਆਂ। ਦੇਖੋ ਕਈ ਵਾਰੀ ਕਹਿੰਦੇ ਨੇ ਨਹੀਂ ਜੀ ਇਹ ਸਭ ਭੁਲੇਖਾ ਹੈ, ਕੋਈ ਰੱਬ ਰੂਪ ਨਹੀਂ ਹੈ, ਐਵੇਂ ਸੋਚੀ ਕਹੀ ਜਾਂਦੇ, ਪੜਾਇਆ ਇੱਥੇ ਨਵੀਆਂ ਜਿਹੀਆਂ ਗੱਲਾਂ ਹੀ ਦੱਸੀ ਜਾਂਦੇ ਹੋ ਰੱਬ ਹੈਗਾ। ਮੈਂ ਕਹਿੰਦਾ ਚਲੋ ਜੇ ਨਹੀਂ ਵੀ ਰੱਬ, ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਕਰਦਾ। ਜੇ ਹੋਇਆ ਫਿਰ ਤਾਂ ਨੁਕਸਾਨ ਉਹਦੇ ਵੀ ਖਾਲੀ ਹੱਥ ਗਏ। ਘੱਟੋ ਘੱਟ ਆਪਾਂ ਜੇ ਹੁਣ ਆਪਾਂ ਚੀਜ਼ਾਂ ਲੈ ਕੇ ਇੰਡੀਆ 4 ਚਲੇ ਜਾਂਦੇ ਆ, ਜੇ ਕੋਈ ਰਿਸ਼ਤੇਦਾਰ ਨਹੀਂ ਮਿਲਦਾ, ਕਿਸੇ ਦੇ ਹੋਰ ਆਜੂ ਕੰਮ, ਪਰ ਨੁਕਸਾਨ ਤਾਂ ਕੋਈ ਨਹੀਂ। ਜੇ ਖਾਲੀ ਹੱਥ ਆ ਕੇ ਕਿਸੇ ਦੇ ਘਰੇ ਗਏ, ਕੋਈ ਹੋਰ ਰਿਸ਼ਤੇਦਾਰ ਟੱਕਰ ਕੇ ਤੁਹਾਡੇ ਕੋਲ ਕੁਝ ਵੀ ਨਾ, ਫਿਰ ਨੀਵੀਂ ਚ ਪਾ ਲੈਂਦੇ ਆ। ਸੋ ਇਸ ਕਰਕੇ ਭਜਨ ਸਿਮਰਨ ਜ਼ਰੂਰ ਕਰੋ, ਮੈਡੀਟੇਸ਼ਨ ਜ਼ਰੂਰ ਕਰੋ। ਜੇ ਤਾਂ ਤੁਸੀਂ ਪੂਰੀ ਦੱਬ ਕੇ ਮਿਹਨਤ ਕਰੋਗੇ, ਮੈਂ ਤੁਹਾਨੂੰ ਗਰੰਟੀ ਕਹਿਣਾ ਕਿ ਤੁਹਾਨੂੰ ਪਰਮਾਤਮਾ ਅੰਦਰੋਂ ਹੀ ਲੱਭ ਲੂ, ਬਾਹਰ ਜਾਣ ਦੀ ਕੋਈ ਲੋੜ ਨਹੀਂ, 100% ਹੈ। ਜੇ ਅਸੀਂ ਬਾਹਰਲੀ ਮਿਹਨਤ ਕਰਕੇ, ਰਾਤਾਂ ਨੂੰ ਜਾਗ ਕੇ MA ਕੀਤੀ, MLED ਕੀਤੀ, PhD ਕੀਤੀ, ਦੂਜੀ ਕੀਤੀ, ਫਿਰ ਬੁੱਕਸ ਲਿਖੀਆਂ, ਉਹ ਮਿਹਨਤਾਂ ਕਰਕੇ ਬਾਹਰਲਾ ਗਿਆਨ। ਤੇ ਜੇ ਅਸੀਂ ਅੰਦਰਲਾ ਗਿਆਨ ਕਰਨਾ ਹੈ, ਜਦੋਂ ਅਸੀਂ ਅੰਦਰ ਮਿਹਨਤ ਕਰਾਂਗੇ, ਤੁਸੀਂ ਦੇਖੋ ਜਿਹੜੇ ਬੰਦੇ ਅੰਦਰ ਮਿਹਨਤ ਕਰਦੇ ਨੇ ਮਸਤ ਹੁੰਦੇ ਨੇ, ਮੌਲਾ ਹੁੰਦੇ ਨੇ, ਉਹਨਾਂ ਨੂੰ ਲੋਕ ਅੱਜ ਜਿਹੜੀ ਇੱਜ਼ਤ ਦੀ ਨਿਗਾਹ ਨਾਲ ਕਰਦੇ ਨੇ। ਤੁਸੀਂ ਦੇਖੋ ਜਿੰਨੇ ਸੇਠ ਸ਼ਾਹੂਕਾਰ ਰਾਜੇ ਮਹਾਰਾਜੇ ਨੇ, ਉਹਨਾਂ ਨੂੰ ਕਿੰਨਾ ਕੁ ਯਾਦ ਕੀਤਾ ਜਾਂਦਾ। ਮਹਾਤਮਾ ਬੁੱਧ ਨੂੰ ਕਿੰਨਾ ਯਾਦ ਕਰਦੇ, ਗੁਰੂ ਨਾਨਕ ਸਾਹਿਬ ਨੂੰ ਕਿੰਨਾ ਯਾਦ ਕਰਦੇ ਨੇ, ਰਾਮਚੰਦਰ ਜੀ ਨੂੰ ਕਿੰਨਾ ਯਾਦ ਕਰਦੇ, ਕ੍ਰਿਸ਼ਨ ਜੀ ਨੂੰ ਕਿੰਨਾ ਯਾਦ ਕਰਦੇ, ਧੰਨਾ ਭਗਤ ਨੂੰ ਕਿੰਨਾ ਯਾਦ ਕਰਦੇ ਨੇ, ਮੁਹੰਮਦ ਸਾਹਿਬ ਨੂੰ ਕਿੰਨਾ ਯਾਦ। ਉਹਨਾਂ ਨੂੰ ਅੱਜ ਤੱਕ ਵੀ ਰਿਸਪੈਕਟ ਦੇ ਤਰੀਕੇ ਨਾਲ ਯਾਦ ਕੀਤਾ ਜਾਂਦਾ। ਕਿਉਂ? ਕਿਉਂਕਿ ਉਹਨਾਂ ਨੇ ਅੰਦਰ ਦੀ ਮਿਹਨਤ ਕਰਕੇ ਅੰਦਰਲਾ ਆਪਣਾ ਪਰਦਾ ਖੋਲ ਲਿਆ ਸੀ। ਸੋ ਇਹ ਨਾ ਸੋਚੋ ਵੀ ਇਧਰੋਂ ਪਿੱਠ ਕਰੋ, ਵੀ ਅੰਦਰਲੀ ਨਹੀਂ ਬਾਹਰਲੀ ਦੁਨੀਆ ਕਰੀ ਚਲੋ, ਪੈਸੇ ਇਕੱਠੀ ਕਰੀ ਚਲੋ, ਕਿੰਨਾ ਕੁ ਕਰ ਲਓਗੇ। ਇੰਨਾ ਸਾਡਾ ਲਾਲਚ ਵੱਧ ਗਿਆ। ਜਿਵੇਂ ਕੋਈ 2 ਭਰਾ ਸੀਗੇ, ਬਾਪ ਨੇ ਜ਼ਮੀਨ ਵੰਡਤੀ ਉਹਨਾਂ ਦੀ, ਇੱਕ ਭਰਾ ਨੇ ਮਿਹਨਤ ਕਰਕੇ ਇੰਡਸਟਰੀਜ਼ ਵਗੈਰਾ ਲਗਾ ਲਈਆਂ, ਹੋਰ ਕੰਮ ਕਰ ਲਿਆ, ਤੇ ਦੂਜਾ ਭਰਾ ਆਪਣਾ ਪੂਜਾ ਪਾਠ ਕਰਦਾ ਸੀ, ਸਿਮਰਨ ਕਰਦਾ ਸੀਗਾ। ਸੋ ਉਹ ਉਨੀ ਜਿਹੜੀ ਜ਼ਮੀਨ ਮਾਂ ਬਾਪ ਨੇ ਦਿੱਤੀ ਸੀਗੀ, ਉਹਦੇ ਵਿੱਚ ਬੀਜ ਕੇ ਉਹਦਾ ਗੁਜ਼ਾਰਾ ਹੋ ਜਾਂਦਾ ਸੀ। ਪਰ ਉਹਦਾ ਜਿਹੜਾ ਪਾਰਟਨਰ ਸੀਗਾ, ਉਹਦੀ ਜਿਹੜੀ ਵਾਈਫ ਸੀਗੀ, ਉਹ ਲਾਲਚੀ ਸੀ। ਹੁਣ ਤੁਹਾਨੂੰ ਪਤਾ ਵੀ ਜੋਰੂ ਦੇ ਗੁਲਾਮ ਤਾਂ ਸਾਰੇ ਹੀ ਆ ਆਪਾਂ। ਜਨਾਨੀ ਦਾ ਜੋ ਮਰਜ਼ੀ ਕਹੀ ਜਾਵੇ, ਮੈਂ ਨਹੀਂ ਕਹਿਣਾ ਮੰਨਦਾ, ਮੈਂ ਨਹੀਂ ਮੰਨਦਾ। ਜਨਾਨੀ ਦਾ ਤੁਹਾਨੂੰ ਕਹਿਣਾ ਜਿੰਨਾ ਚਿਰ ਨਹੀਂ ਮੰਨਦੇ, ਉਨਾ ਚਿਰ ਤੱਕ ਫਿਰ ਸ਼ਾਂਤੀ ਵੀ ਨਹੀਂ ਘਰ 'ਚ ਰਹਿਣੀ। ਜਨਾਨੀ ਨੇ ਸਵੇਰੇ ਸ਼ਾਮ ਨੂੰ ਟੌਂਚੀ ਕਰੀ ਜਾਣੀ, ਤਾਨੇ ਦੇਈ ਜਾਣੇ ਵੀ ਦੇਖ ਤੂੰ ਉੱਥੇ ਦਾ ਉੱਥੇ ਤੁਰਿਆ ਫਿਰਦਾ, ਉਹੀ ਟੁੱਟਿਆ ਜਾ ਘਰ ਆਪਣੇ ਕੋਲੇ, ਉਹੀ 2 ਕਿੱਲੇ ਜ਼ਮੀਨ ਆ, ਤੇਰੇ ਭਰਾ ਨੇ ਇੰਡਸਟਰੀ ਲਾ ਲਈ, ਉਹ ਜ਼ਮੀਨ ਖਰੀਦ ਲਈ, ਆਹ ਕਿੱਡੀ ਵੱਡੀ ਕੋਠੀ ਪਾ ਲਈ। ਉਹਦਾ ਜਦੋਂ ਬਾਰ ਕੰਪਨੀ ਦਾ ਅਸਰ ਜ਼ਰੂਰ ਹੁੰਦਾ, ਜੋ ਜਨਾਨੀ ਕਹਿਣ ਲੱਗੀ, ਉਹ ਕਹਿੰਦਾ ਚਲੋ ਫਿਰ ਠੀਕ ਹੈ, ਉਹ ਵੀ ਲਾਲਚ 'ਚ ਆ ਗਿਆ। ਉਹ ਕਹਿੰਦਾ ਫਿਰ ਐਂ ਕਰ, ਜਿਹੜਾ ਹੁਣ ਤੇਰੇ ਕੋਲ ਗਹਿਣਾ ਗੁਣਾ ਸੋਨਾ ਵੀ ਤੂੰ ਵੇਚ ਦੇ, ਪੈਸੇ ਦੇ, ਤੇ ਆਪਾਂ ਰਸ਼ੀਆ ਦੇ ਵਿੱਚ ਇੱਕ ਜਗ੍ਹਾ ਹੈ, ਉੱਥੇ ਬੜੀ ਸਸਤੀ ਜ਼ਮੀਨ ਮਿਲਦੀ ਹੈ, ਉੱਥੇ ਜਾ ਕੇ ਜਗ੍ਹਾ ਲੈ ਲੈਂਦੇ, ਫਿਰ ਖੇਤੀਬਾੜੀ ਕਰਾਂਗੇ, ਆਪਾਂ ਵੀ ਅਮੀਰ ਹੋ ਜਾਵਾਂਗੇ। ਜਨਾਨੀ ਕਹਿੰਦੀ ਠੀਕ ਹੈ, ਚਲੋ ਮਸਾਂ ਮੰਨਿਆ ਤਾਂ ਸਹੀ। ਉਹਨੇ ਆਪਣੇ ਗਹਿਣੇ ਗੁਣੇ ਵੇਚਤੇ, ਦੋਨੇ ਚਲੇ ਗਏ ਉਸ ਪਿੰਡ ਦੇ ਵਿੱਚ, ਰਸ਼ੀਆ ਦੇ ਵਿੱਚ।
ਤੇ ਉੱਥੇ ਜਾ ਕੇ ਉਹ ਸਰਪੰਚ ਨੂੰ ਮਿਲੇ ਕਿ ਅਸੀਂ ਜੀ ਜ਼ਮੀਨ ਖਰੀਦਣੀ ਹੈ, ਸਾਨੂੰ ਪਤਾ ਇੱਥੇ ਸਸਤੀ ਹੈ, ਕੀ ਰੇਟ ਤੇ ਦਊਂਗੇ? ਕਹਿੰਦੇ ਕਿੰਨੀ ਕੁ ਲੈਣੀ? ਉਹਨੇ ਕਿਹਾ ਵੀ ਆਹ ਸਾਡੇ ਕੋਲ ਇੰਨੇ ਪੈਸੇ ਨੇ, ਇਹਦੀ ਜ਼ਮੀਨ ਲੈਣੀ ਹੈ। ਕਹਿੰਦੇ ਕੋਈ ਗੱਲ ਨਹੀਂ, ਇੱਥੇ ਹਿਸਾਬ ਦਾ ਜ਼ਮੀਨ ਦਾ ਨਹੀਂ ਵੀ 1 ਕਿੱਲਾ ਹੈ, 2 ਕਿੱਲੇ ਹੈ, 5 ਕਿੱਲੇ ਹੈ, 10 ਏਕੜ ਹੈ, ਤੂੰ ਸਵੇਰੇ 7 ਵਜੇ ਆ ਜੀ, ਸਾਰੇ ਪਿੰਡ ਦੇ ਵੀ ਲੋਕ ਆ ਜਾਣਗੇ, ਤੂੰ ਭੱਜੀ ਜਾਈ, ਜਿੰਨਾ ਜਿੰਨਾ ਵੀ ਤੂੰ ਭੱਜ ਕੇ ਚੱਕਰ ਕੱਟ ਲੇਗਾ ਉਹ ਜ਼ਮੀਨ ਤੇਰੀ ਹੋ ਜੂ। ਉਹਨੇ ਕਿਹਾ ਵੀ ਬੱਲੇ ਬੱਲੇ, ਮੈਂ ਹੀ ਸੋਚਿਆ ਸੀ ਕਿ ਇੱਥੇ ਸਸਤੀ ਜ਼ਮੀਨ ਬੜੀ ਹੈ। ਸਵੇਰੇ 7 ਵਜੇ ਆ ਗਿਆ, ਭੱਜਣਾ ਸ਼ੁਰੂ ਕਰਤਾ, ਭੱਜੀ ਗਿਆ ਭੱਜੀ ਗਿਆ ਭੱਜੀ ਗਿਆ। ਲੋਕ ਕਹਿੰਦੇ ਭਾਈ ਸਾਹਿਬ ਤੁਸੀਂ ਥੋੜਾ ਜਿਹਾ ਪਾਣੀ ਪੀ ਲਓ, ਥੱਕੇ ਹੋਗੇ। ਉਹ ਕਹਿੰਦਾ ਮੂਰਖੋ, ਮੈਨੂੰ ਨਾ ਬੁਲਾਓ, ਮੈਂ ਜੇ ਇੱਕ ਹੋਰ ਥੋੜਾ ਜਿਹਾ ਭੱਜਣਾ, ਮੈਨੂੰ 1 ਏਕੜ ਜ਼ਮੀਨ ਦਾ ਹੋਰ ਮਾਲਕ ਬਣ ਜੂ। ਕਿਸੇ ਨੇ ਕਿਹਾ ਮਾੜੀ ਚਲੋ ਐਂ ਕਰੋ ਕੋਈ ਮਾੜਾ ਬ੍ਰੇਕਫਾਸਟ ਹੀ ਕਰ ਲਓ, 3 ਘੰਟੇ ਹੋ ਗਏ ਭੱਜ ਨੂੰ। ਉਹ ਕਹਿੰਦਾ ਹੱਡ ਪਿੱਛੇ ਤੂੰ ਗੱਲ ਨਾ ਕਰ, ਮੈਨੂੰ ਭੱਜਣਾ ਦੇ। ਉਹ ਭੱਜੀ ਗਿਆ ਭੱਜੀ ਗਿਆ, ਅਖੀਰ ਚ ਹਾਰਟ ਅਟੈਕ ਹੋ ਗਿਆ, ਉੱਥੇ ਡਿੱਗ ਪਿਆ। ਤੇ ਸਰਪੰਚ ਕਹਿੰਦਾ ਟੋਆ ਕੱਟੋ ਇਹਨੂੰ, ਇੱਥੋਂ ਦਫਨਾਓ ਇਹਨੂੰ, ਇੰਨੀ ਜ਼ਮੀਨ ਚਾਹੀਦੀ ਸੀ। ਸੋ ਇਹ ਸਾਡੀ ਹਕੀਕਤ ਹੈ। ਕਿੰਨਾ ਕੁ ਭੱਜਣੇ, ਬੈਂਕ ਬੈਲੈਂਸ ਵਧਾਈ ਜਾਓ ਵਧਾਈ ਜਾਓ ਵਧਾਈ ਜਾਓ। ਕੱਲ ਮੈਂ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀਗਾ ਕਿ ਜੇ ਕੋਈ ਬੰਦਾ, ਜਿਵੇਂ ਹੁਣ ਅਸੀਂ ਫਰਨੀਚਰ ਸੀ, ਜਿਹੜੇ ਫਰਨੀਚਰ ਸੀਗੇ ਉਹਨਾਂ ਨੂੰ 2000 3000 ਸੇਵਿੰਗ ਹੁੰਦੀ ਹੈ, ਉਹ ਬੜੇ ਖੁਸ਼ ਹੁੰਦੇ ਨੇ। ਦੂਜੇ ਦਿਨ ਸਵੇਰੇ ਜਾਂਦੇ ਨੇ, ਤਿਆਰੀ ਕਰਦੇ ਨੇ ਕ੍ਰਿਸਮਸ ਦੀ ਹੋਰ ਦੀ। ਜਿਹੜਾ ਉਹਨਾਂ ਦਾ ਗਵਾਂਢੀ ਹੈ ਉਹ ਕੋਈ ਹੋਰ ਕੰਮ ਕਰਦਾ, ਉਹ 5000 ਕਮਾਉਂਦਾ। ਕੋਈ ਬੰਦਾ ਡਾਕਟਰ ਆ, ਕੋਈ 10000 ਕਮਾਉਂਦਾ। ਕੋਈ ਬੰਦੇ ਦੇ ਹੋਰ ਇੰਪੋਰਟ ਐਕਸਪੋਰਟ ਦੇ ਕੰਮ ਨੇ 20000 ਕਮਾਉਂਦੇ। ਸਾਰੇ ਬੰਦੇ ਖੁਸ਼ ਨੇ ਵੀ ਪੈਸੇ ਕਮਾਉਂਦੇ, ਕਮਾਈ ਚਲੋ, ਉਸ ਤੋਂ ਮੇਥੋਂ ਵੱਡਾ ਕੋਈ ਅਮੀਰ ਹੀ ਨਹੀਂ ਹੈ। ਪਰ ਅਮੀਰ ਇੱਥੇ ਕੋਈ ਕੰਪੀਟੀਸ਼ਨ ਕੋਈ ਨਹੀਂ ਹੈ। ਤੁਸੀਂ ਇੱਕ ਮਕਾਨ ਲੈ ਲਓ, ਗਵਾਂਢੀ ਜਿੱਥੇ ਜਾ ਕੇ ਵੱਡਾ ਲਾਓਗੇ ਉਹਦੇ ਨਾਲ ਤੁਹਾਨੂੰ ਹੋਰ ਵੱਡੇ ਰੱਖਣਗੇ, ਫਿਰ ਤੁਹਾਨੂੰ ਉਧਰ ਝਾਕੋਗੇ, ਉੱਥੇ ਲਾਓਗੇ ਫਿਰ ਹੋਰ ਝਾਕੋਗੇ। ਇਹ ਕਿਤੇ ਜਿਵੇਂ ਕਹਿੰਦੇ ਨਾ ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ। ਆਸਾਂ ਤਾਂ ਵੱਧਦੀਆਂ ਜਾਂਦੀਆਂ, ਹਮਾਦਾ ਹੀ ਦੱਸਦਾ ਪਰਮਾਤਮਾ ਦੇਦਾਂ ਦੇ ਲੈਂਦੇ ਥੱਕ ਪੈ, ਜੁਗਾ ਜਗੰਤਰ ਖਾਈ ਖਾ। ਪਰਮਾਤਮਾ ਸਾਡੀਆਂ ਆਸਾਂ ਪੂਰੀਆਂ ਕਰੀ ਜਾਂਦਾ, ਲਈ ਜਾਂਦੇ, ਖਾਈ ਜਾਂਦੇ, ਪਰ ਲੋਭ ਰੂਪੀ ਕੁੱਤਾ ਕਦੇ ਹਟਦਾ ਹੀ ਨਹੀਂ। ਸੋ ਇਸ ਕਰਕੇ ਮੌਤ ਜਿਹੜੀ ਹੈਗੀ ਉਹ ਬੜੀ ਇੰਪੋਰਟੈਂਟ ਹੈ। ਹੁਣ ਹੈਗੀ ਕਿ ਮੌਤ ਕਹਿੰਦੇ ਕੀ ਨੇ, ਮੌਤ ਨੂੰ ਸਮਝਾਇਆ ਕਿਵੇਂ ਜਾ ਸਕਦਾ ਹੈ? ਉਹਨੂੰ ਆਪਾਂ ਇੱਕ ਤੁਕ ਦੇ ਵਿੱਚ ਸਮਝਾ ਸਕਦੇ ਹਾਂ। ਉਹ ਮੌਤ ਕੀ ਹੈ ਕਿ ਪਾਣੀ ਤੇ ਹੀ ਹਿਮ ਭਿਆ, ਪਾਣੀ ਤੇ ਹੀ ਹਿਮ ਭਿਆ। 2 ਸ਼ਬਦ ਆ ਗਏ, ਪਾਣੀ ਵਾਟਰ ਨੂੰ ਕਹਿੰਦੇ ਨੇ, ਹਿਮ ਕਹਿੰਦੇ ਨੇ ਆਈਸ ਨੂੰ, ਬਰਫ਼ ਨੂੰ। ਪਾਣੀ ਤੇ ਹੀ ਹਿਮ ਭਿਆ ਕਿ ਦੇਖੋ ਜਿਹੜਾ ਪਾਣੀ ਹੈ ਜਦੋਂ ਆਪਾਂ ਫ੍ਰਿਜ 'ਚ ਰੱਖਦੇ ਹਾਂ ਕੀ ਬਣ ਜਾਂਦੀ ਹੈ? 2 ਘੰਟੇ ਬਾਅਦ 3 ਘੰਟੇ ਬਾਅਦ ਹਿਮ, ਬਰਫ਼ ਬਣ ਜਾਂਦੀ ਹੈ। ਹਿਮ ਫਿਰ ਭਇਆ ਬਲਾਈ, ਉਹ ਜਿਹੜੀ ਬਰਫ਼ ਦੀ ਟੁਕੜੀ ਨੂੰ ਤੁਸੀਂ ਮੇਜ਼ ਦੇ ਉੱਤੇ ਰੱਖ ਦਿਓ, 2 ਘੰਟੇ ਬਾਅਦ ਕੀ ਹੋਊਗਾ? ਲਿਕੁਇਡ ਬਣ ਜਾਊਗਾ। ਬਲਾਈ ਮੀਨਸ ਲਿਕੁਇਡ ਜਾਂ ਪਾਣੀ ਬਣ ਜਾਊਗਾ। ਠੀਕ ਹੈ ਜੀ। ਕਬੀਰਾ ਜੋ ਥਾ ਸੋ ਭਇਆ, ਅਬ ਕੁਛ ਕਹਾ ਨਾ ਜਾਏ। ਕਹਿੰਦਾ ਜਿਹੜਾ ਕੁਛ ਸੀਗਾ ਪਹਿਲਾਂ ਪਾਣੀ ਸੀਗਾ, ਫਿਰ ਬਰਫ਼ ਬਣ ਗਈ, ਫਿਰ ਬਰਫ਼ ਤੋਂ ਪਾਣੀ ਬਣ ਗਿਆ, ਹੁਣ ਕਹਿਣਾ ਕੀ ਹੈ? ਸੋ ਉਸੇ ਤਰ੍ਹਾਂ ਹੀ ਹੈ ਵੀ ਪਰਮਾਤਮਾ ਤੋਂ ਸਾਡੀ ਆਤਮਾ ਹੀ, ਆਤਮਾ ਵਾਪਸ ਜਾ ਕੇ ਪਰਮਾਤਮਾ ਚ ਹੋਗੀ। ਇਹੀ ਸਾਰਾ ਖੇਡ ਹੈ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ, ਸਮੁੰਦਰ ਜਿਹੜੇ ਬੰਦੇ ਗਏ ਨੇ ਕਰੂਜ਼ ਦੇ ਵਿੱਚ, ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ। ਜਦੋਂ ਲਹਿਰਾਂ ਬਾਹਰ ਆਉਂਦੀਆਂ ਨੇ ਘਾਹ ਦੇ ਉੱਤੇ, ਆਪਣੇ ਰੇਤੇ ਤੇ ਡਿੱਗਦੀਆਂ, ਉਹ ਡਿਫਰੈਂਟ ਲੱਗਦੀਆਂ ਨੇ, ਪਰ ਉਹ ਵਾਪਸ ਜਾ ਕੇ ਲਹਿਰ ਸਮੁੰਦਰ ਚ ਹੋ ਜਾਂਦੀ ਹੈ। ਫਿਰ ਦੇयर इज नो डिफरेंस बिटवीन लहर एंड ਸਮੁੰਦਰ। ਸੋ ਇਸੇ ਤਰ੍ਹਾਂ ਸਾਡੀ ਆਤਮਾ ਤੇ ਪਰਮਾਤਮਾ ਦਾ ਇਹ ਸੱਚਾਈ ਹੈ। ਇਸ ਕਰਕੇ ਸਾਨੂੰ ਵਰੀ ਕਰਨ ਦੀ ਲੋੜ ਨਹੀਂ, ਇਹਨੂੰ ਸਮਝਣ ਦੀ ਲੋੜ ਹੈ, ਤਾਂ ਫਾਇਦਾ ਕਿਵੇਂ ਉਠਾਉਣਾ ਚਾਹੀਦਾ ਹੈ। ਦੇਖੋ ਬਾਲਟੀ ਹੈ ਪਾਣੀ ਦੀ, ਹਾਂਜੀ, ਇੱਕ ਟੱਬ ਲੈ ਲਓ, ਬਾਲਟੀ ਲੈ ਲਓ, ਬਾਲਟੀ ਚੋਂ ਆਪਾਂ ਇੱਕ ਜੱਗ ਪਾਣੀ ਦਾ ਕੱਢੀਏ, ਬਾਲਟੀ ਸਾਡਾ ਦਿਲ ਲੱਗ ਕਰਦਾ ਵੀ ਇਹ ਤਾਂ ਪਾਣੀ ਦਾ ਜੱਗ ਘਟ ਗਿਆ, ਪਰ ਜੋ ਬਾਲਟੀ ਦੇ ਪਾਣੀ, ਜੱਗ ਦੇ ਪਾਣੀ ਸਮੁੰਦਰ ਸਿੱਟ ਜੀ, ਉਹ ਉੱਥੇ ਜਾ ਕੇ ਮਿਲ ਗਿਆ। ਤੁਸੀਂ ਹੋਰ ਐਗਜ਼ਾਮਪਲ ਹੋਟਲ ਦੀ ਲੈ ਲਓ। ਆਪਾਂ ਕਈ ਵਾਰੀ ਜਾ ਕੇ ਹੋਟਲ ਦੇ ਵਿੱਚ 10 ਦਿਨ 15 ਦਿਨ ਜਾ ਕੇ ਸਟੇ ਕਰਦੇ ਹਾਂ। ਜਦੋਂ ਸਟੇ ਕਰਦੇ ਹਾਂ, ਉੱਥੋਂ ਦੇ ਮੈਨੇਜਰ ਦੇ ਨਾਲ, ਉੱਥੇ ਦੇ ਕਾਊਂਟਰ ਦੇ ਨਾਲ, ਉੱਥੋਂ ਦੇ ਸਫਾਈ ਕਰਨ ਦੇ ਨਾਲ, ਉੱਥੋਂ ਦੇ ਬ੍ਰੇਕਫਾਸਟ ਕਰਾਉਣ ਨਾਲ, ਉੱਥੋਂ ਦੇ ਆਂਢ ਗੁਆਂਢੀਆਂ ਦੇ ਨਾਲ ਜੋ ਸਾਡੀ ਅਟੈਚਮੈਂਟ ਹੋ ਜਾਂਦੀ ਹੈ। 15ਵੇਂ 20ਵੇਂ ਦਿਨ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਹੁਣ ਚੱਲੇ ਆ। ਉਹ ਕਹਿੰਦੇ ਭਾਈ ਸਾਹਿਬ ਚੱਲੇ, ਉਦਾਸ ਹੋ ਗਏ ਕਿਉਂਕਿ ਉਹਨਾਂ ਦੀ ਅਟੈਚਮੈਂਟ ਹੈ। ਉਹ ਕਹਿੰਦਾ ਮੈਂ ਇੱਥੋਂ ਦਾ ਚੱਲਿਆ, ਪਰ ਮੈਂ ਚੱਲਿਆ ਤਾਂ ਆਪਣੇ ਪਰਿਵਾਰ ਕੋਲੇ ਆ, ਆਪਣੇ ਪਰਿਵਾਰ ਨੂੰ ਮਿਲਣ ਚੱਲੇ ਆ। ਮੈਨੂੰ ਤਾਂ ਉਹਨੂੰ ਤਾਂ ਖੁਸ਼ੀ ਆ ਕਿ ਮੈਂ ਆਪਣੇ ਵਾਈਫ ਦੇ ਕੋਲੇ, ਬੱਚਿਆਂ ਕੋਲੇ ਚੱਲੇ ਆ। ਉਹ ਬੰਦੇ ਜਿਹੜੇ 10-15 ਦਿਨ ਦੀ ਆਏ ਨੇ, ਉਹ ਉਦਾਸ ਨੇ। ਸੋ ਇਹੀ ਸਾਡੀ ਹਕੀਕਤ ਹੈ। ਸੋ ਇਸ ਕਰਕੇ ਆਤਮਾ ਜਾਂਦੀ ਕਿੱਥੇ ਹੈ? ਪਰਮਾਤਮਾ ਕੋਲੇ। ਪਰਮਾਤਮਾ ਚੋਂ ਹੀ ਆਤਮਾ ਆਉਂਦੀ ਹੈ। ਇਹ ਗੱਲ ਨੂੰ ਸਮਝਣ ਲਈ ਮੈਂ ਛੋਟੀ ਜਿਹੀ ਐਗਜ਼ਾਮਪਲ ਇੱਕ ਬੱਚੇ ਦੀ ਦੇਣਾ। ਬੱਚੇ ਦੇ ਹੱਥ ਦੇ ਵਿੱਚ ਦੀਵਾ ਰੱਖਿਆ ਹੋਇਆ ਸੀਗਾ, ਕੈਂਡਲ ਕਹਿ ਲਓ, ਦੀਵਾ ਕਹਿ ਲਓ, ਉਹਦੀ ਵੀ ਲਾਈਟ ਚੱਲ ਰਹੀ ਸੀਗੀ, ਹੈਨਾ। ਜਿਸ ਤਰ੍ਹਾਂ ਹੁਣ ਆ ਮੇਰੇ ਕੋਲ ਮੋਮਬੱਤੀ ਹੈ, ਮੋਮਬੱਤੀ ਦੀ ਲਾਈਟ ਜਗਦੀ ਹੋਵੇ, ਮੇਰੇ ਹੱਥ 'ਚ ਫੜੀ ਹੋਵੇ। ਸੋ ਉਹ ਬੱਚੇ ਨੂੰ ਕਿਸੇ ਬੰਦੇ ਨੇ ਪੁੱਛਿਆ, ਬੇਟਾ ਤੂੰ ਐਂ ਦੱਸ ਵੀ ਜਿਹੜੀ ਲਾਈਟ ਹੈ ਇਹ ਕਿੱਥੋਂ ਆਈ? ਉਹ ਤਾਂ ਉਹਨੇ ਬੱਚੇ ਨੂੰ ਪੁੱਛਿਆ ਵੀ ਬੱਚੇ ਨੂੰ ਦੇਖਿਆ ਪਤਾ ਵੀ ਹੈ ਕਿ ਨਹੀਂ? ਜਾਂ ਤਾਂ ਕਹੂਗਾ ਮੈਨੂੰ ਤਾਂ ਜੀ ਮੈਨੂੰ ਪਤਾ ਨਹੀਂ, ਮੈਨੂੰ ਤਾਂ ਮੇਰੀ ਬੀਬੀ ਨੇ, ਮੇਰੀ ਮੰਮੀ ਨੇ ਜਗਾ ਕੇ ਦੇਤੀ ਸੀਗੀ। ਉਹ ਬੱਚਾ ਸੀਗਾ ਥੋੜਾ ਜਿਹਾ ਸਮਾਰਟ। ਉਹ ਕਹਿੰਦਾ ਅੰਕਲ ਜੀ ਥੋੜਾ ਜਿਹਾ ਮੇਰੇ ਨਾਲ ਆ ਜਾਓ, ਮੈਂ ਅੱਗੇ ਜਾ ਕੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਉਹ ਬੰਦਾ ਉਹਦੇ ਪਿੱਛੇ ਤੁਰ ਪਿਆ। ਥੋੜੀ ਦੂਰ ਗਿਆ, ਬੱਚੇ ਦਾ ਆ ਗਿਆ ਘਰ। ਬੱਚੇ ਦਾ ਜਦੋਂ ਘਰ ਆ ਗਿਆ, ਬੱਚਾ ਕਹਿੰਦਾ ਅੰਕਲ ਜੀ ਹੁਣ ਪੁੱਛੋ, ਕੀ ਸਵਾਲ ਪੁੱਛਦੇ ਹੋ? ਕਹਿੰਦਾ ਬੇਟਾ ਮੈਂ ਤਾਂ ਤੁਹਾਨੂੰ ਇਹ ਪੁੱਛਿਆ ਸੀਗਾ ਵੀ ਜਿਹੜੀ ਲਾਈਟ ਹੈ, ਜਿਹੜੀ ਰੋਸ਼ਨੀ ਹੈ, ਇਹ ਆਈ ਕਿੱਥੋਂ?
ਉਹ ਕਹਿੰਦਾ ਆਈ ਕਿੱਥੋਂ ਹੈ। ਉਹਨੇ ਉਹਦੇ ਲਾਈਟ ਦੇ ਉੱਤੇ ਧੂਫ ਦੇ ਜਿਹੜੀ ਲਾਈਟ ਸੀਗੀ, ਮੋਮਬੱਤੀ ਸੀ ਜਾਂ ਜੀਵਾ ਸੀ, ਉਹਦੇ ਫੂਕ ਮਾਰਤੀ। ਕਹਿੰਦਾ ਜੀ ਤੁਹਾਡੇ ਸਵਾਲ ਦਾ ਤਾਂ ਜਵਾਬ ਮੈਂ ਬਾਅਦ ਚ ਦਊਂ, ਪਹਿਲਾਂ ਇਹ ਦੱਸੋ ਇਹ ਗਈ ਕਿੱਥੇ। ਕਹਿੰਦਾ ਵਾਹ ਵਾਹ ਵਾਹ, ਬੱਚੇ ਦੇ ਮੂਹਰੇ ਹੱਥ ਜੋੜ ਕੇ ਖੜ ਗਿਆ ਵੀ ਇਹ ਤਾਂ ਬਹੁਤ ਪਹੁੰਚਿਆ ਹੋਇਆ ਬੰਦਾ। ਜਿੱਥੇ ਗਈ ਉੱਥੋਂ ਹੀ ਆਈ ਸੀ, ਜਿੱਥੋਂ ਆਈ ਹੈ ਉੱਥੇ ਚਲੀ ਜਾਣੀ ਹੈ। ਸਿੰਪਲ ਗੱਲ ਹੈ ਜੀ, ਹੋਰ ਕੀ ਗੱਲ ਹੈ। ਇਹੀ ਮੌਤ ਹੈ, ਇਹੀ ਸਾਡੀ ਲਾਈਫ ਹੈ। ਸੋ death is defined as the act of passing away. Death is defined as the act of passing away. ਕੋਈ ਚੀਜ਼ ਚਲੀ ਜਾਂਦੀ ਹੈ ਦੂਰ, ਹਮੇਸ਼ਾ ਹਮੇਸ਼ਾ ਲਈ ਚਲੀ ਜਾਂਦੀ ਹੈ। The end of life, ਸਾਡੀ ਜ਼ਿੰਦਗੀ ਦਾ ਅੰਤ ਹੈ, ਇਹਨੂੰ ਅਸੀਂ ਡੈਥ ਕਹਿੰਦੇ ਹਾਂ। When a person takes last breath, ਜਦੋਂ ਸਾਡਾ ਅਖੀਰਲਾ ਸਾਹ ਆਉਂਦਾ ਹੈ, then he is dead. ਹੋਰ ਤਰੀਕੇ ਨਾਲ ਕਹਿ ਲਓ, when our heart, ਦਿਲ or brain or heart and brain stop working, it means we are died. We died. ਸਾਡੀ ਡੈਥ ਹੋ ਗਈ। ਪਰ ਇਹਦੇ ਵਿੱਚ ਜੇ ਅਸੀਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ ਮੈਡੀਕਲ ਦੇ, ਜਦੋਂ ਬੰਦਾ ਮਰਨ ਲੱਗ ਜੇ ਤਾਂ ਐਕਸੀਡੈਂਟ ਹੋ ਗਿਆ, ਕੁਝ ਹੋਰ ਹੋ ਗਿਆ, ਉਹ ਤਾਂ ਡਿਫਰੈਂਟ ਰਾਈਟ ਵੇ ਆਤਮਾ ਨਿਕਲ ਜੂਗੀ, ਪਾੜ ਦੂ ਸਰੀਰ ਤੇ। ਪਰ ਜੇ ਕੋਈ ਬੰਦਾ ਬਿਮਾਰ ਹੈ, ਠਮਾਰ ਹੈ, ਬਜ਼ੁਰਗ ਹੈ, ਉਹਦੀਆਂ ਕੁਛ ਨਾ ਕੁਛ ਨਿਸ਼ਾਨੀਆਂ ਨੇ ਮੈਡੀਕਲੀ। ਉਹ ਤਾਂ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡੇ ਰਿਸ਼ਤੇ ਹੁਣ ਅਸੀਂ ਵੱਡੇ ਵੀ ਹੋ ਚੱਲੇ, ਕੋਈ ਆਂਢ ਗੁਆਂਢ ਚ ਬੰਦਾ ਹੁੰਦਾ, ਸਾਨੂੰ ਪਤਾ ਹੋਵੇ ਵੀ ਇਹਦੀਆਂ ਕੀ ਨਿਸ਼ਾਨੀਆਂ ਨੇ, ਵੀ ਮਰਨ ਦੇ ਕਿੰਨੇ ਨੇ। ਬਾਕੀ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋ, ਉਹ ਤਾਂ ਲੱਗ ਗਿਆ। ਪਰ ਨਿਸ਼ਾਨੀਆਂ ਕੀ ਨੇ ਮੌਤ ਦੀਆਂ? ਇੱਕ ਹੁੰਦੀ ਹੈ ਡਿਕਰੀਜ਼ਿੰਗ ਐਪੀਟਾਈਟ, ਭੁੱਖ ਘਟਦੀ ਹੈ। 2-2 4-4 ਦਿਨ ਖਾਂਦਾ ਨਹੀਂ, ਕਦੇ ਚਮਚੇ ਨਾਲ ਸੀ ਮਾੜਾ ਮੋਟਾ ਮੂੰਹ ਚ ਪਾ ਦੇਣੇ, ਦਾ ਮਤਲਬ ਵੀ ਉਹਦਾ ਟਾਈਮ ਆ ਗਿਆ ਨੇੜੇ। ਫਿਰ ਹੁੰਦਾ ਸਲੀਪਿੰਗ ਮੋਡ, ਗੱਲ ਕਰਦੇ ਤੁਸੀਂ ਕਹਿੰਦੇ ਅੰਕਲ ਜੀ, ਚਾਚਾ ਜੀ, ਫੂਫਾ ਜੀ, ਉਹ ਗੱਲ ਕਰਦੇ ਕਰਦੇ ਤੁਹਾਡੀ ਸੁਣਦੇ ਸੁਣਦੇ ਸੌ ਜਾਂਦੇ। ਫਿਰ ਕਦੇ 2-4 ਘੰਟਿਆਂ ਬਾਅਦ ਉਹਦਾ ਫੇਰ ਸੌ ਜਾਂਦਾ, 1-2 ਮਿੰਟ ਬਾਅਦ। ਇਹ ਇੱਕ ਡੈਥ ਦੇ ਨਜ਼ਦੀਕ ਹੁੰਦੀਆਂ ਨਿਸ਼ਾਨੀਆਂ ਨੇ। ਫਿਰ ਹੁੰਦਾ ਬਲੱਡ ਪ੍ਰੈਸ਼ਰ ਡ੍ਰੌਪ, ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੁੰਦਾ ਉਹ ਡ੍ਰੌਪ ਹੋ ਜਾਂਦਾ। ਫਿਰ ਨਾਟ ਓਨਲੀ ਦੈਟ, ਫਿਰ ਨਾਟ ਹੈਵਿੰਗ ਪਲਸ, ਜਿਹੜੀ ਸਾਡੀ ਪਲਸ ਹੈ ਉਹ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਜਾਂ ਖਤਮ ਹੋ ਜਾਂਦੀ ਹੈ। ਸਕਿਨ, ਜਿਹੜੀ ਚਮੜੀ ਹੈ, ਸਕਿਨ ਬਿਗ ਕੋਲਡ, ਸਕਿਨ ਠੰਡੀ ਹੋਣੀ ਸ਼ੁਰੂ ਕਰਦੀ ਹੈ, ਲੱਤਾਂ ਪੈਰ ਬਾਹਾਂ ਜਿੱਥੇ ਤੇ ਹੁੰਦੀ ਜਾਂਦੀ ਹੈ। ਨਾਟ ਬਰੀਥਿੰਗ, ਸਾਹ ਨਹੀਂ ਆਉਂਦਾ, ਸਾਹ ਪਿਆ ਆਪਾਂ ਕਹਿੰਦੇ ਵੀ ਸਾਹ ਤਾਂ ਰੁਕਿਆ ਵਾ, ਫਿਰ 2 ਮਿੰਟ ਬਾਅਦ ਸਾਹ ਆ ਜਾਂਦਾ, ਫਿਰ ਹੋ ਜਾਂਦਾ। ਅਖੀਰਲੇ ਤੇ ਤਾਂ ਡੈਥ ਹੋਣੀ ਹੈ, ਪਰ ਇਸ ਤਰ੍ਹਾਂ ਸਾਹ ਰੁਕ ਕੇ ਆਉਣਾ ਸ਼ੁਰੂ ਹੋ ਜਾਂਦਾ। ਆਈ ਰਿਮੇਨਸ ਫਿਕਸ, ਅੱਖ ਜਿੱਧਰ ਨੂੰ ਝਾਕੀ ਜਾਂਦਾ ਉਧਰ ਨੂੰ ਝਾਕੀ ਜਾਂਦਾ ਹੈ ਜੀ, ਇਹ ਵੀ ਨਿਸ਼ਾਨੀ ਹੈ ਮੌਤ ਦੀ। ਫਿਰ ਹੁੰਦਾ ਬਾਉਲ ਔਰ ਬਲੈਡਰ, ਜਿਹੜਾ ਹੈਗਾ ਉਹ ਰਿਲੀਜ਼ਿੰਗ, ਪਿਸ਼ਾਬ ਨਿਕਲ ਜਾਂਦਾ, ਪੋਟੀ ਨਿਕਲ ਜਾਂਦੀ, ਇਹ ਵੀ ਹੈ ਵੀ ਹੁਣ ਦੀ ਤਿਆਰੀ ਹੈ। ਆਈਲਿਡਸ ਪਾਰਸ਼ਲੀ ਸ਼ਟ, ਤੇ ਕਈ ਵਾਰੀ ਸਾਡੀਆਂ ਅੱਖਾਂ ਅੱਧੀਆਂ ਖੁੱਲੀਆਂ ਰਹਿੰਦੀਆਂ ਨੇ, ਉੱਧਰ ਜਾ ਕੇ ਦੇਖਦੇ ਹਾਂ, ਇਹਦਾ ਵੀ ਨਿਸ਼ਾਨੀ ਇਹ ਹੈ ਵੀ ਮੌਤ ਦੇ ਅਸੀਂ ਕਰੀਬ। ਸੋ ਇਹ ਤਾਂ ਸੀਗੀ ਸਾਇੰਟੀਫਿਕ ਤਰੀਕੇ ਨਾਲ, ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ। ਜਦੋਂ ਕਿ ਲਾਰਡ ਕ੍ਰਿਸ਼ਨਾ ਨੇ ਸਾਨੂੰ ਦੱਸਿਆ ਭਗਵਦ ਗੀਤਾ ਵਿੱਚ ਕਿ ਮੌਤ ਜਿਹੜੀ ਹੈਗੀ ਨਾ, ਜਿਸ ਤਰ੍ਹਾਂ ਆਪਾਂ ਆਪਣੇ ਰੋਜ਼ਾਨਾ ਕੱਪੜੇ ਬਦਲਦੇ ਹਾਂ, ਪੁਰਾਣੇ ਕੱਪੜੇ ਉਤਾਰ ਦਿੰਦੇ ਆ, ਉਹ ਲਾਂਡਰੀ ਚ ਪਾ ਦੇਣੇ, ਨਵੇਂ ਪਾ ਲੈਣੇ, ਇਸੇ ਤਰ੍ਹਾਂ ਮੌਤ ਹੈ ਜਿਹੜੀ ਸਾਡੀ ਆਤਮਾ ਸਾਡੇ ਇਸ ਸਰੀਰ ਨੂੰ ਛੱਡ ਕੇ ਕਿਸੇ ਹੋਰ ਸਰੀਰ ਚ, ਕਿਸੇ ਹੋਰ ਜੀਵ ਆਤਮਾ ਚਲੀ ਜਾਂਦੀ ਹੈ, ਜੂਨੀ ਦੇ ਵਿੱਚ ਚਲੀ ਜਾਂਦੀ। ਹਾਲਾਂਕਿ ਕਈ ਵਾਰੀ ਬੰਦੇ ਲੋਕ ਕਹਿੰਦੇ ਨੇ ਵੀ ਜੂਨੀ ਜਾਣੀਆਂ ਕੁਛ ਨਹੀਂ ਹੈ, ਜੂਨੀਆਂ ਹੈਗੀਆਂ। 1,84 ਜੂਨ ਸਬਾਈ ਮਾਨਸ ਕੋ ਪ੍ਰਭਦੀਪ ਬਿਰਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਇੰਦਾ। ਇਹ ਗੁਰੂ ਸਾਹਿਬ ਨੇ ਕਿਹਾ, ਜੂਨੀਆਂ ਕਿਉਂ ਨਹੀਂ ਹੈ ਹਾਂਜੀ। ਸੋ ਇਸ ਕਰਕੇ ਮੰਨੋ ਜਾਂ ਨਾ ਮੰਨੋ ਡਿਫਰੈਂਟ ਗੱਲ ਹੈ। ਕਈ ਰੱਬ ਨੂੰ ਨਹੀਂ ਮੰਨਦੇ, ਨਾ ਮੰਨੋ, ਆਪਾਂ ਕੋਈ ਬਹਿਸ ਦਾ ਵਿਸ਼ਾ ਨਹੀਂ ਰੱਖਦੇ। ਜਿਹੜੇ ਉੱਲੂ ਹੁੰਦੇ ਨੇ, ਆਉਲ ਹੁੰਦੇ ਨੇ, ਉਹਨਾਂ ਨੂੰ ਰਾਤ ਨੂੰ ਦਿਸਦਾ, ਉਹਨਾਂ ਨੂੰ ਸਵੇਰੇ ਪੁੱਛੋ ਵੀ ਸੂਰਜ ਚੜਿਆ ਕਿ ਨਹੀਂ, ਸੂਰਜ ਤਾਂ ਚੜਿਆ ਹੀ ਨਹੀਂ, ਕਿਉਂਕਿ ਉਹਨਾਂ ਦੀ ਕਪੈਸਿਟੀ ਨਹੀਂ। ਏਵਡ ਉੱਚਾ ਹੋਏ ਕੋਏ ਕਿਸ ਉੱਚੇ ਕੋ ਜਾਣੇ ਸੋਏ, ਜਿੰਨਾ ਚਿਰ ਸਾਡਾ ਲੈਵਲ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਨੌਲੇਜ ਨਹੀਂ ਹੁੰਦੀ। ਜਿਹੜਾ 10ਵੀਂ ਪੜ੍ਹਿਆ ਬੱਚਾ ਹੈ, ਉਹਨੂੰ PhD ਤੇ MA ਦੇ ਬਾਰੇ ਕੀ ਪਤਾ ਹੋ ਸਕਦਾ? ਜਦੋਂ ਉਹਦੇ ਬਰਾਬਰ ਹੋ ਜੂ ਉਦੋਂ ਉਹਦੀ ਨੌਲੇਜ ਹੋ ਜੂਗੀ। ਸੋ ਇਸ ਕਰਕੇ ਬਹਿਸ ਦਾ ਵਿਸ਼ਾ ਨਹੀਂ। ਮੰਨਦੇ ਹੋ ਬਹੁਤ ਵਧੀਆ ਗੱਲ ਹੈ, ਨਹੀਂ ਮੰਨਦੇ ਆਪਣੇ ਘਰ 'ਚ ਆਰਾਮ ਕਰੋ। ਜਿਸ ਤਰ੍ਹਾਂ ਤੁਹਾਡੀ ਲਾਈਫ ਹੈ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਹਰੇਕ ਬੰਦੇ ਨੂੰ ਰਾਈਟ ਹੈ। ਮੈਂ ਇਹ ਗੱਲ ਕਹਿੰਦਾ, ਜੋ ਮੈਨੂੰ ਫਾਇਦਾ ਹੋਇਆ ਮੈਂ ਤੁਹਾਨੂੰ ਦੱਸ ਰਿਹਾ। ਜੇ ਤੁਹਾਡੀ ਅਕਲ ਦੇ ਵਿੱਚ, ਤੁਹਾਡੀ ਸਮਝ ਦੇ ਵਿੱਚ ਆਉਂਦਾ, ਇਹਨੂੰ ਮੰਨ ਲਓ, ਨਹੀਂ ਮੰਨਦੇ ਤਾਂ ਕੋਈ ਗੱਲ ਨਹੀਂ, ਇਹਦੇ ਵਿੱਚ ਕੋਈ ਡਿਫਰੈਂਸ ਆਫ ਓਪੀਨੀਅਨ ਹੋ ਸਕਦੀ ਹੈ। ਸੋ ਇਸ ਕਰਕੇ ਲਾਰਡ ਕ੍ਰਿਸ਼ਨ ਨੇ ਕਿਹਾ ਵੀ ਮੌਤ ਜਿਹੜੀ ਹੈ 3 ਤਰ੍ਹਾਂ ਦੀ ਹੁੰਦੀ ਹੈ, ਤੇ 3 ਪ੍ਰਕਾਰ ਦੇ ਲੋਕ ਹੁੰਦੇ ਨੇ। ਇੱਕ ਤਮੋਗੁਣੀ ਹੁੰਦੇ ਨੇ, ਇੱਕ ਰਜੋਗੁਣੀ ਹੁੰਦੇ ਨੇ, ਇੱਕ ਸਤੋਗੁਣੀ ਹੁੰਦੇ ਨੇ। ਸ਼ਾਰਟ ਕਰ ਲੈਣੇ ਆ। ਤਮੋਗੁਣੀ ਉਹ ਹੁੰਦੇ ਜਿਹੜੇ ਬੁਰੇ ਕੰਮ ਕਰਦੇ ਨੇ, ਕਤਲ ਕਰਦੇ ਨੇ, ਖੂਨ ਕਰਦੇ ਨੇ, ਸੈਕਸ ਕਰਦੇ ਨੇ, ਹੋਰ ਕਰਦੇ ਨੇ, ਤਮੋਗੁਣੀ ਨੇ। ਤੇ ਜਿਹੜੇ ਹੁੰਦੇ ਨੇ ਰਜੋਗੁਣੀ, ਚੰਗੇ ਵੀ ਕਰਦੇ ਨੇ, ਮਾੜੇ ਵੀ ਕਰਦੇ ਨੇ, ਵਪਾਰੀ ਟਾਈਪ ਕਹਿ ਲਓ। ਤੇ ਸਤੋਗੁਣੀ ਉਹ ਹੁੰਦੇ ਜਿਹੜੇ ਮੈਡੀਟੇਸ਼ਨ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਗੁਰੂ ਦੀ ਭਗਤੀ ਕਰਦੇ ਨੇ, ਨੇਕ ਪਾਕ ਸਾਫ ਸੁਥਰੇ ਕੰਮ ਕਰਦੇ ਨੇ, ਉਹ ਸਤੋਗੁਣੀ ਨੇ। ਜਿਹੜੇ ਸਭ ਤੋਂ ਘਟੀਆ ਤਰੀਕੇ ਦੇ ਲੋਕ ਹੁੰਦੇ ਨੇ ਤਮੋਗੁਣੀ, ਉਹਨਾਂ ਦੀ ਕਹਿੰਦੇ ਜਿਹੜੀ ਮੌਤ ਹੈ ਨਾ, ਉਹ ਬੜੀ ਦਰਦਨਾਕ ਹੈ, ਚੀਕਾਂ ਮਾਰਦੇ ਨੇ। ਮੈਂ ਆਪਣੇ ਰਿਸ਼ਤੇਦਾਰਾਂ ਦੇ ਦੇਖਿਆ, 1-2 ਬੰਦਿਆਂ ਨੂੰ ਹੋਏ, ਉਹ ਜਦੋਂ ਮੌਤ ਦਾ ਟਾਈਮ ਸੀ, ਯੰਗ ਬੱਚਾ ਸੀ, ਮਾਂ ਦੀ ਭੈਣ ਦੀਆਂ ਗਾਲਾਂ ਹੀ ਕੱਢੀ ਜਾਂਦਾ ਸੀਗਾ, ਇੰਨਾ ਤਕਲੀਫ ਦੇ ਵਿੱਚ ਹੀ ਉਹਨੂੰ ਕੋਈ ਗੱਲ ਕਰਦੀ ਗਾਲਾਂ ਕੱਢਦਾ ਸੀਗਾ। ਤੇ ਮੈਂ ਦੇਖਿਆ ਲੱਤਾਂ ਮਾਰਦੇ ਨੇ, ਹੋਰ ਕਰਦੇ ਨੇ, ਚੀਂਕ ਝਾੜੇ। ਇਹ ਜਿਹੀਆਂ ਮੌਤਾਂ ਮੈਂ ਬਹੁਤ ਦੇਖੀਆਂ ਨੇ। ਉਹ ਤਮੋਗੁਣੀ ਹੁੰਦੇ ਨੇ, ਕਿਉਂਕਿ ਸਾਰੀ ਜ਼ਿੰਦਗੀ ਪੁੱਠੇ ਕੰਮ ਕਰਦੇ ਨੇ। ਉਹਦੀ ਨਿਸ਼ਾਨੀ ਕੀ ਹੈ? ਪਹਿਲੀ ਗੱਲ ਤਾਂ ਜਿਹੜੀ ਉਹਨਾਂ ਦੀ ਆਤਮਾ ਉਹ ਇੰਦਰੀ ਚੱਕਰ ਚੋਂ ਨਿਕਲਦੀ ਹੈ।
ਅਕੋਰਡਿੰਗ ਟੂ ਗੁਰੁੜ ਪੁਰਾਣ, ਜਿਹੜਾ ਸਾਡਾ ਗੁਰੁੜ ਪੁਰਾਣ ਹੈ ਨਾ ਹਿੰਦੂ ਧਰਮ ਦੇ ਵਿੱਚ, ਉਹਦੇ ਵਿੱਚ ਮੌਤ ਦੇ ਬਾਰੇ ਬੜਾ ਡਿਟੇਲ 'ਚ ਲਿਖਿਆ ਹੋਇਆ ਹੈ। ਉੱਥੇ ਦੱਸਿਆ ਹੋਇਆ ਵੀ ਇਹ ਜਿਹੇ ਬੰਦਿਆਂ ਦੀ ਜਿਹੜੀ ਮੌਤ ਹੈ ਨਾ, ਉਹ ਇੰਦਰੀ ਚੱਕਰ ਚੋਂ ਨਿਕਲ ਜਿਹੜੀ ਪਿਸ਼ਾਬ ਕਰਨ ਵਾਲੀ ਜਗ੍ਹਾ ਹੁੰਦੀ ਹੈ, ਤੇ ਜਦੋਂ ਨਿਕਲ ਜਾਂਦੀ ਉਹਦੀ ਨਿਸ਼ਾਨੀ ਕੀ ਹੈ ਕਿ ਜਾਂ ਤੁਸੀਂ ਦੇਖੋਗੇ ਪਿਸ਼ਾਬ ਦੇ ਉੱਥੇ ਜਿਹੜੇ ਉਹ ਆਪਣੀ ਪਿਸ਼ਾਬ ਕਰਨ ਵਾਲੀ ਜਗ੍ਹਾ ਉਹਦੇ ਪਿਸ਼ਾਬ ਦੇ ਟੁਕੜੇ ਹੋਣਗੇ, ਤੁਪਕੇ ਹੋਣਗੇ, ਸੌਰੀ ਨਾ ਟੁਕੜੇ, ਤੁਪਕੇ ਹੋਣਗੇ, ਜਾਂ ਬੀਰਜ ਜਿਹੜਾ ਸੀਮਨ ਹੈ ਸਾਡਾ ਉਹਦੇ ਵੀ ਤੁਪਕੇ। ਇਹ ਹੁੰਦੀ ਹੈ ਵੀ ਇਹਦੀ ਜਿਹੜੀ ਆਤਮਾ ਹੈਗੀ ਇਹ ਇੰਦਰੀ ਚੱਕਰ ਚੋਂ ਨਿਕਲੀ ਹੈ। ਦੂਜਾ ਹੈਗਾ ਹਿਰਦੇ ਚੱਕਰ। ਉਹ ਜਿਹੜੇ ਬੰਦੇ ਨੇ ਦੂਸਰੀ ਕੈਟਾਗਰੀ ਦੇ ਰਜੋਗੁਣੀ ਹੁੰਦੇ ਨੇ, ਜਿਹੜੇ ਚੰਗੇ ਦੇ ਮਾੜੇ ਬਰਾਬਰ ਕਰਦੇ ਨੇ, ਉਹ ਇਹ ਜਿਹੜਾ ਹਾਰਟ ਹੈ, ਹਾਰਟ ਦਾ ਮਤਲਬ ਫਿਜ਼ੀਕਲ ਹਾਰਟ ਨਹੀਂ, ਇਹ ਵੀ ਆਪਾਂ ਸੂਖਸ਼ਮ ਜਿਹੜੀ ਹੈਗੀ ਸਪਿਰਿਚੁਅਲ ਜਿਹੜਾ ਹਾਰਟ ਹੈ ਉਹਦੇ ਵਿੱਚੋਂ ਨਿਕਲਦੀ ਹੈ, ਉਹਨੂੰ ਹਿਰਦੇ ਚੱਕਰ ਕਹਿੰਦੇ ਨੇ। ਤੇ ਜਿਹੜੇ ਬੰਦੇ ਭਗਤੀ ਵਗੈਰਾ ਕਰਦੇ ਨੇ, ਨਾਮ ਜਪਦੇ ਨੇ, ਭਗਤੀ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਉਹ ਸਾਡੀ ਥਰਡ ਆਈ ਦੇ ਉੱਤੇ ਉਹਦੀ ਜਿਹੜੀ ਹੈਗੀ ਉੱਥੇ ਜਾ ਕੇ ਮੌਤ ਹੁੰਦੀ ਹੈ। ਹਾਂਜੀ, ਸੋ ਜਿਹੜੇ ਪੂਰੇ ਗੁਰੂ ਨਾਲ ਜੁੜਦੇ, ਜਿਹੜੇ ਜਿਉਂਦੇ ਜੀ ਮਰ ਜਾਂਦੇ ਨੇ, ਹਰ ਰੋਜ਼ ਮਰਨ ਦੀ ਤਿਆਰੀ ਕਰਕੇ ਪਹੁੰਚਦੇ ਨੇ। ਮਰਨਾ, ਜਿਉਂਦੇ ਜੀ ਮਰਨਾ ਤੇ ਨੈਚੁਰਲ ਡੈਥ ਦੇ ਥੋੜਾ ਜਿਹਾ ਫਰਕ ਦੱਸਦਾ। ਜਿਹੜਾ ਸਿਲਵਰ ਕੋਡ ਹੈ ਨਾ, ਚਲੋ ਇਹਨੂੰ ਸਿੰਪਲ ਤਰੀਕੇ ਨਾਲ ਕਹਿ ਲਓ, ਜਿਹੜੇ ਬੰਦੇ ਪਾਠ ਕਰਕੇ ਆਪਣੀ ਰੂਹ ਨੂੰ ਪੈਰਾਂ ਤੋਂ ਸਮੇਟ ਕੇ ਤੀਜੀ ਅੱਖ ਤੇ ਲਿਆ ਕੇ ਉੱਪਰ ਦਾ ਸਫ਼ਰ ਸ਼ੁਰੂ ਕਰਦੇ ਨੇ, ਉਹਨਾਂ ਦੇ ਸਾਹ ਰੁਕਦੇ ਨਹੀਂ, ਸਾਹ ਉਹਨਾਂ ਦਾ ਚੱਲਦਾ ਰਹਿੰਦਾ। ਸਰੀਰ ਲੱਗਦਾ ਮਰਿਆ ਵਾ, ਪਰ ਉਹ ਮਰੇ ਨਹੀਂ ਹੁੰਦੇ। ਜਦੋਂ ਚਾਹੋ ਵਾਪਸ ਵੀ ਆਉਂਦੇ, ਉਹਨਾਂ ਦੀਆਂ ਬਾਹਾਂ ਰਗੜੋ, ਲੱਤਾਂ ਰਗੜੋ, ਤੇ ਆਤਮਾ ਵਾਪਸ ਆ ਜਾਂਦੀ ਹੈ। ਸੋ ਉਹਨੂੰ ਮਰ ਕੇ ਅਭਿਆਸ ਕਰਦੇ ਨੇ। ਪਰ ਜਿਹੜੇ ਤਮੋਗੁਣੀ ਹੁੰਦੇ ਨੇ ਨਾ, ਜਿਹੜੇ ਦੁੱਖ ਹੁੰਦੇ ਨੇ, ਉਹਦੇ ਬਾਰੇ ਸਹਿਜੋ ਬਾਈ ਕਹਿੰਦੀ ਹੈ, ਸਹਿਜੋ ਮ੍ਰਿਤੂ ਕੇ ਸਮੇਂ, ਸਹਿਜੋ ਮ੍ਰਿਤੂ ਕੇ ਸਮੇਂ ਪੀੜਾ ਹੋਤ ਵਾਰ, ਲੱਖ ਕਰੋੜ ਬਿੱਛੂ ਡੰਗ ਮਾਰਤ ਇੱਕ ਵਾਰ। ਇੱਕ ਬਿੱਛੂ ਦਾ ਡੰਗ ਹੋਵੇ ਨਾ, ਕਿੰਨੀ ਤਕਲੀਫ ਹੁੰਦੀ ਹੈ। ਇਹ ਸਹਿਜੋ ਬਾਈ ਕਹਿੰਦੀ ਹੈ ਸੰਤ ਵੀ ਜਿਹੜੇ ਲੱਖਾਂ ਕਰੋੜ ਜਿਹੜੇ ਬਿੱਛੂ ਇੱਕੋ ਟਾਈਮ ਡੰਗ ਮਾਰਨ ਨਾ, ਉਨੀ ਤਕਲੀਫ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਸੈਕਸ ਦੀ ਭਾਵਨਾ ਹੈ, ਬੁਰੀ ਨਜ਼ਰ ਦੇਖਦੇ, ਅੱਖਾਂ ਨਾਲ ਦੇਖਦੇ ਭੱਜੇ ਫਿਰਦੇ, ਕਾਂ ਬਹੁਤ ਵੱਡੀ ਪਾਵਰ ਹੈ। ਕਹਿੰਦੇ ਇੱਕ ਭਰਤ ਮੁਨੀ ਹੋਏ ਨੇ, ਭਰਤ ਮੁਨੀ ਇੰਨੀ ਤਪੱਸਿਆ ਕੀਤੀ, ਜਦੋਂ ਮਰਨ ਦੇ ਕਿਨਾਰੇ ਆਏ ਨਾ, ਮਰਨ ਲੱਗੇ, ਸਰੀਰ ਛੱਡਣ ਲੱਗੇ, ਉਹਨਾਂ ਨੇ ਕੋਈ ਸੁੰਦਰ ਇਸਤਰੀ ਦੇਖੀ ਤੇ ਬੁਰੀ ਭਾਵਨਾ ਆ ਗਈ, ਸੈਕਸ ਭਾਵਨਾ ਆ ਗਈ। ਕਹਿੰਦੇ ਨੇ ਉਹਨਾਂ ਨੂੰ ਹਿਰਨ ਦੀ ਜੂਨੀ ਵਿੱਚ ਜਨਮ ਲੈਣਾ ਪਿਆ। ਹਿਰਨ ਦੇ ਵਿੱਚ ਵੀ, ਕਿਉਂਕਿ ਹਿਰਨ ਦੋ ਤਰ੍ਹਾਂ ਦੇ ਨੇ, ਮੇਲ ਤੇ ਫੀਮੇਲ। ਜਿਹੜੇ ਮੇਲ ਹਿਰਨ ਨੇ ਨਾ, ਵੈਸੇ ਫੀਮੇਲ ਤਾਂ ਹਿਰਨੀਆਂ ਕਹਿ ਦਿੰਦੇ, ਮੈਂ ਤਾਂ ਕਿਹਾ ਵੀ ਵੱਖ-ਵੱਖ ਮਾਦਾ ਤੇ ਉਹਦੇ ਚੱਕਰ ਪੈਂਦੇ ਨੇ। ਹਿਰਨ ਤੇ ਹਿਰਨੀ ਸਮਝ ਲਓ। ਹਿਰਨ ਦੇ ਵਿੱਚ ਵੀ ਕਸਤੂਰੀ ਹੁੰਦੀ ਆ, ਉਹ ਸਾਰਿਆਂ 'ਚ ਨਹੀਂ ਹੁੰਦੀ, ਤੁਸੀਂ ਗੂਗਲ ਕਰਕੇ ਦੇਖ ਲਿਓ। ਕੁਝ ਹਿਰਨਾਂ ਦੇ ਵਿੱਚ ਕਸਤੂਰੀ ਹੁੰਦੀ ਆ, ਉਹਨਾਂ ਦੀ ਸਮੈਲ ਨਹੀਂ ਹੁੰਦੀ, ਇਸ ਕਰਕੇ ਜੰਗਲ ਭਟਕਦੇ ਫਿਰਦੇ ਨੇ, ਉਹ ਅਲੱਗ ਗੱਲ ਹੈ। ਦੂਜੇ ਪਾਸੇ ਜਿਹੜੀਆਂ ਹਿਰਨੀਆਂ ਹੁੰਦੀਆਂ, ਕਸਤੂਰੀ ਦੀ ਸਮੈਲ ਦੇ ਲਈ ਉਸ ਹਿਰਨ ਦੇ ਆਲੇ ਦੁਆਲੇ ਚੱਕਰ ਮਾਰਦੇ ਨੇ, ਤੇ ਉਹ ਜਿਹੜਾ ਹਿਰਨ ਹੈ ਜਿਹਦੇ ਵਿੱਚ ਕਸਤੂਰੀ ਹੁੰਦੀ ਹੈ, ਦਬ ਕੇ ਸੈਕਸ ਕਰਦਾ। ਸੋ ਕਹਿਣ ਦਾ ਪਰਪਸ ਇਹ ਹੈ, ਆਦਮੀਆਂ ਦੇ ਜਿਹੜੇ ਕਾਮ ਦੀ ਭਾਵਨਾ ਹੋਵੇ, ਉਹਨਾਂ ਨੂੰ ਅਖੀਰ 'ਚ ਹਿਰਨ ਦੀ ਜੂਨੀ ਮਿਲਦੀ ਹੈ। ਜੇ ਲੇਡੀਜ਼ ਦੇ ਵਿੱਚ ਕਾਮ ਦੀ ਭਾਵਨਾ ਜ਼ਿਆਦਾ ਹੋਵੇ, ਜਾਂ ਕੁੱਤੀ ਬਣਦੀ ਹੈ ਜਾਂ ਸੂਰੀ ਬਣਦੀ ਹੈ, ਮੈਂ ਨਹੀਂ ਕਹਿੰਦਾ, ਕਿਉਂਕਿ ਮੈਂ ਤਾਂ ਨਾ ਹਾਲੇ ਮਰਿਆ ਤੇ ਨਾ ਹੀ ਮੈਨੂੰ ਕੋਈ ਅੰਦਰਲਾ ਤਜਰਬਾ ਹੈ। ਹਾਂ, ਥੋੜਾ ਮੋਟਾ ਹੋਇਆ ਉਹਨਾਂ ਅੰਦਰਲਾ, ਪਰ ਜ਼ਿਆਦਾ ਤਜਰਬਾ ਨਹੀਂ। ਇਸ ਕਰਕੇ ਜੋ ਮੈਂ ਪੜ੍ਹਿਆ ਉਹੀ ਦੱਸ ਰਿਹਾ। ਸੋ ਡੋਂਟ ਟੇਕ ਮੀ ਰੋਂਗ, ਮਤਲਬ ਜੋ ਬੁੱਕਸ ਦੇ ਵਿੱਚ ਲਿਖਿਆ ਉਹ ਤੁਹਾਨੂੰ ਮੈਂ ਦਿਖਾ ਸਕਦਾ। ਸੋ ਇਸ ਕਰਕੇ ਉਹਨੂੰ ਹਿਰਨ ਦੀ ਜੂਨੀ 'ਚ ਮਰਨਾ ਪਿਆ। ਤੇ ਬਾਅਦ ਦੇ ਵਿੱਚ ਉਹਦੇ ਗੁਰੂ ਨੇ ਆ ਕੇ ਉਹਦੇ ਕੰਨ 'ਚ ਗੁਰੂ ਮੰਤਰ ਕੀਤਾ, ਮਨੁੱਖਾ ਜਨਮ ਮਿਲ ਗਿਆ। ਜਦੋਂ ਬੱਚੇ ਨੂੰ ਸੁਰਤਾ ਸੀ ਕਿ ਮੈਂ ਪਿੱਛੇ ਕਿੰਨੀ ਭਗਤੀ ਕੀਤੀ ਸੀ, ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਅੱਖਾਂ ਨਹੀਂ ਖੋਲੀਆਂ, ਕਿਉਂਕਿ ਉਹ ਕਹਿੰਦਾ ਮੈਂ ਇੱਕ ਵਾਰ ਅੱਖ ਖੋਲੀ ਸੀ ਤੇ ਮੈਨੂੰ ਜਾਨਵਰ ਦੀ ਹਿਰਨ ਦੀ ਜੂਨੀ ਜਾਣਾ ਪਿਆ। ਸੋ ਉੱਥੇ ਇੱਕ ਸ਼ਬਦ ਆਉਂਦਾ, ਏਕ ਮੋਹ ਕੇ ਕਾਰਨੇ। ਮੋਹ ਕਿਹੜਾ ਸੀ? ਸੈਕਸ ਦਾ। ਏਕ ਮੋਹ ਕੇ ਕਾਰਨੇ ਭਰਤ ਮੁਨੀ ਭਰਤ ਦਰੀ ਦੁਈ ਦੇ, ਉਹਨੂੰ ਦੂਜੀ ਦੇ ਲੈਣੀ ਪਈ, ਉਹਨੂੰ ਦੂਜਾ ਜਨਮ ਲੈਣਾ ਪਿਆ। ਸੋ ਨਰ ਕੈਸੇ ਛੁੱਟ ਹੀ ਜਾ ਕੇ ਮੋਸ ਨੇ। ਕਹਿੰਦੇ ਉਹ ਆਦਮੀਆਂ ਦੇ ਬਾਰੇ ਸੋਚੋ ਜਿਹੜੇ ਪੈਰ ਦੇ ਮਗਰ, ਕਾਮ ਦੇ ਮਗਰ ਭੱਜੇ ਫਿਰਦੇ, ਉਹਨਾਂ ਦਾ ਕੀ ਹਾਲ ਹੋਊਗਾ। ਕਈ ਲੋਕ ਜਿਹੜੇ ਨੇ ਨਾ, ਜਿਹੜੇ ਹੁਣ ਅਖੀਰਲੇ ਜਿਹੜੇ ਰਜੋਗੁਣੀ ਨੇ, ਜਿਹੜੇ ਦੇਖੋ ਤਿੰਨ ਤਰ੍ਹਾਂ ਦੀ ਗੱਲ ਕਰ ਲਈ ਪਿਸ਼ਾਬ ਦੇ ਵਿੱਚ, ਇੰਦਰ ਚੱਕਰੀ, ਹਿਰਦੇ ਚੱਕਰ, ਫਿਰ ਹੈਗਾ ਆਪਣਾ ਜਿਹੜਾ ਤੀਸਰਾ ਸੀਗਾ, ਉਹ ਸੀਗਾ ਥਰਡ ਆਈ ਦੇ ਵਿੱਚ ਆਗਿਆ ਚੱਕਰ ਕਹਿੰਦੇ ਨੇ, ਉੱਥੋਂ ਜਾਂਦੀ ਹੈ। ਪਰ ਜਿਹੜੇ ਟੌਪ ਦੇ ਪਹੁੰਚੇ ਹੁੰਦੇ ਨੇ, ਜਿਹੜੇ ਰੋਜ਼ਾਨਾ ਮਰਦੇ ਨੇ, ਉਹ ਕਹਿੰਦੇ ਨੇ ਉਸ ਚੱਕਰ ਨੂੰ ਆਪਾਂ ਕਹਿੰਦੇ ਆ ਕਰਾਊਨ ਚੱਕਰ, ਜਿਹੜਾ ਆਪਣੇ ਜਿੱਥੇ ਬ੍ਰੇਨ ਹੁੰਦਾ ਇਹਦੇ ਵਿੱਚੋਂ ਨਿਕਲਦੀ ਹੈ। ਇੱਕ ਸਿੰਬੋਲਿਕ ਹੈ, ਜਦੋਂ ਆਤਮਾ ਨਿਕਲਦੀ ਹੈ, ਕਈਆਂ ਦੀਆਂ ਅੱਖਾਂ ਫੜੀਆਂ ਰਹਿ ਜਾਂਦੀਆਂ, ਕਈਆਂ ਕੰਨਾਂ 'ਚ, ਕਈਆਂ ਨੱਕ ਦੇ, ਕਿਤੇ ਮੂੰਹ ਦੇ ਵਿੱਚ। ਹਾਂਜੀ, ਇਸ ਤਰ੍ਹਾਂ ਦੀ ਆਤਮਾ ਨਿਕਲਦੀ ਹੈ, ਸਿੰਬੋਲਿਕਲੀ ਹੈ। ਤੇ ਜਿਹੜੇ ਬੰਦੇ, ਤਾਂ ਹੀ ਦੇਖੋ ਜਦੋਂ ਅੱਗੇ ਡੈਥ ਹੁੰਦੀ ਸੀ ਕਿਸੇ ਦੀ, ਮੈਨੂੰ ਤਾਂ ਆਪਣੇ ਟਾਈਮ 'ਚ ਯਾਦ ਹੈ, ਸਾਡੇ ਜਿਹੜੇ ਬਜ਼ੁਰਗ ਗ੍ਰੈਂਡਫਾਦਰ ਜਾਂ ਪੇਰੈਂਟਸ ਮਰੇ, ਜਦੋਂ ਉਹਨਾਂ ਨੂੰ ਚਿਤਾ ਦੇ ਉੱਤੇ ਲਿਟਾ ਦਿੱਤਾ, ਅੱਗ ਲਾਈ ਜਾਂਦੀ ਸੀ ਨਾ, ਪਿੱਛੋਂ ਸੂਟੀ ਮਾਰ ਦਿੰਦੇ ਸੀ ਇਹਦੇ ਵਿੱਚ, ਜਿੱਥੇ ਬ੍ਰੇਨ ਹੈ। ਉਹ ਸੋਚਦੇ ਸੀ ਵੀ ਜੇ ਕਿਤੇ ਆਤਮਾ ਪਰਚੰਸ ਜੀ ਸਰੀਰ ਦੇ ਵਿੱਚ ਹੈਗੀ, ਇਹ ਨਿਕਲ ਕੇ ਚਲੀ ਜਾਵੇ। ਹਾਂਜੀ, ਇਹ ਮਤਲਬ ਹੁਣ ਅੱਜ ਕੱਲ੍ਹ ਘੜਾ ਤੋੜਨ ਲੱਗੇ ਵੀ ਦੱਸਣਾ, ਘੜੇ ਤੋੜਨ ਦਾ ਮਤਲਬ ਵੀ ਆਤਮਾ ਨੂੰ ਦੱਸਣਾ ਵੀ ਤੇਰਾ ਹੁਣ ਇਹ ਸਰੀਰ ਨਾਲ ਸੰਬੰਧ ਟੁੱਟ ਗਿਆ। ਇਹ ਸਭ ਫਾਰਮੈਲਿਟੀਜ਼ ਨੇ। ਆਤਮਾ ਨੂੰ ਕਿਤੇ ਪਤਾ ਨਹੀਂ ਮੇਰਾ ਜਦੋਂ ਵਿੱਚੋਂ ਨਿਕਲ ਗਈ ਤਾਂ ਉਹਨੂੰ ਦੱਸਣ ਦੀ ਕੀ ਲੋੜ ਹੈ। ਇਹ ਇੱਕ ਫਾਰਮੈਲਿਟੀਜ਼ ਬਣ ਗਈਆਂ, ਕਿਉਂਕਿ ਸਾਨੂੰ ਕੁਛ ਨੌਲੇਜ ਨਹੀਂ, ਇਸ ਕਰਕੇ ਸਾਨੂੰ ਸਿੱਖਣ ਦੀ ਲੋੜ ਹੈ। ਗਰੁੜ ਪੁਰਾਣ ਵੀ
ਜਿਹੜੇ ਮੌਤ ਤੋਂ ਬਾਅਦ ਵੀ ਆਤਮਾ ਕਿੱਥੇ ਜਾਂਦੀ ਹੈ, ਕਿੰਨੇ ਦਿਨਾਂ ਜਾਂਦੀ ਹੈ, ਇਸ ਕਰਕੇ 13ਵੀਂ 12ਵੀਂ ਮਨਾਈ ਜਾਂਦੀ ਹੈ। ਅਸੀਂ ਸਿਰਫ ਕੀ ਤਾਂ ਸ਼ਲੋਕ ਹੈ ਪੰਡਤ ਜੀ ਪੜ੍ਹੀ ਜਾਂਦੇ ਨੇ, ਅਸੀਂ ਟਾਈਮ ਤੇ ਜਾਂਦੇ ਨਹੀਂ, ਇੱਕ ਉਹ ਵੀ ਸ਼ਲੋਕ ਪੜ੍ਹੀ ਜਾਂਦੇ ਨੇ, ਵਿਆਖਿਆ ਉਹ ਵੀ ਨਹੀਂ ਕਰਦੇ। ਤੇ ਮੈਂ ਕਹਿੰਦਾ ਮੌਤ ਤੋਂ ਬਾਅਦ ਪੜ੍ਹਨ ਦੀ ਕੀ ਲੋੜ, ਪਹਿਲਾਂ ਪੜ੍ਹੋ, ਹੈ ਨਾ। ਗਰੁੜ ਪੁਰਾਣ ਜਿਹੜਾ ਹੈਗਾ ਬੜਾ ਪਵਿੱਤਰ ਗ੍ਰੰਥ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹੋ, ਗਰੁੜ ਪੁਰਾਣ ਨੂੰ ਪੜ੍ਹੋ, ਗੀਤਾ ਨੂੰ ਪੜ੍ਹੋ, ਇਹਨਾਂ ਚੀਜ਼ਾਂ ਤੋਂ ਸਾਨੂੰ ਨੌਲੇਜ ਮਿਲਦੀ ਹੈ। ਮਰਨ ਤੋਂ ਬਾਅਦ ਨਹੀਂ, ਨਾਲੇ ਇਹ ਨਹੀਂ ਵੀ ਪਾਠ ਰਖਾ ਲਿਆ, ਭੋਗ ਪਵਾ ਲਏ ਤੇ ਆਪਾਂ ਕਹਿੰਦੇ ਵੀ ਗੀਤਾ ਦਾ ਪਾਠ ਰਖਾਇਆ, ਉਦੋਂ ਜਿੱਦਣ ਹੀ ਰਖਾਉਣਾ ਸ਼ੁਰੂ ਕਰਦੇ ਹੋ, ਪੰਡਿਤ ਜੀ ਨੂੰ ਬੁਲਾਉਣੇ ਹੋ, ਰਾਤ ਨੂੰ ਤੁਹਾਨੂੰ ਫਿਕਰ ਪੈਂਦਾ ਵੀ ਕਿੰਨਾ ਗੈਸਟਾਂ ਨੂੰ ਬੁਲਾਉਣਾ, ਦਰੀਆਂ ਕਿੱਥੇ ਵਿਛਾਉਣੀਆਂ, ਬਿਠਾਵਾਂਗੇ ਕਿੱਥੇ, ਸਬਜ਼ੀਆਂ ਕਿੱਥੇ ਮੰਗਾਉਣੀਆਂ, ਹਾਂਜੀ, ਤੇ ਕੋਈ ਨਾਰਾਜ਼ ਨਾ ਹੋ ਜੇ, ਉਹਨੂੰ ਵੀ ਬੁਲਾ ਲਿਆ, ਇਹਨੂੰ ਵੀ ਬੁਲਾ ਲਿਆ। ਕੀਤਾ ਤਾਂ ਸੀ ਵੀ ਸਾਨੂੰ ਮਨ ਨੂੰ ਸ਼ਾਂਤੀ ਆਵੇ, ਪਰ ਸਾਨੂੰ ਤਾਂ ਉਲਟਾ ਫਿਕਰ ਪੈਗਾ, ਨੀਂਦਾਂ ਨਹੀਂ ਆਉਂਦੀਆਂ, ਤੇ ਨਾਲੇ ਉਹ ਪੜ੍ਹੀ ਜਾਂਦਾ, ਅਸੀਂ ਆਪਣੀਆਂ ਚਾਦਰਾਂ ਚੁਦਰਾਂ ਠੀਕ ਕਰੀ ਜਾਂਦੇ ਹਾਂ, ਰਿਸ਼ਤੇਦਾਰ ਯਾਰ ਦੋਸਤਾਂ ਨੂੰ ਮਿਠਾਈਆਂ ਖਵਾਉਣੇ, ਵੀ ਚਾਹ ਪੀ ਲਓ ਕਿਤੇ, ਉਹ ਨਾ ਨਾਰਾਜ਼ ਹੋਣ। ਸਾਨੂੰ ਰੱਬ ਨਾਲੋਂ ਜ਼ਿਆਦਾ ਆਪਣੇ ਰਿਸ਼ਤੇਦਾਰਾਂ ਦੀ ਜ਼ਿਆਦਾ ਇੰਪੋਰਟੈਂਸ ਹੈ। ਸੋ ਇਹ ਸਾਰੀ ਮਤਲਬ ਫਿਕਰ ਹੈ। ਪਰ ਜਿਹੜੇ ਬੰਦੇ ਮਿਹਨਤ ਕਰਕੇ ਆਪਣਾ ਅੰਦਰਲਾ ਪਰਦਾ ਖੋਲ ਲੈਂਦੇ ਨੇ, ਉਹਦੇ ਬਾਰੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਕਬੀਰਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੇ ਬੰਦੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਦੇ ਨੇ, ਉਹ ਮਰਨ ਤੋਂ ਬਾਅਦ ਕਹਿੰਦੇ ਨੇ ਵੀ ਮਰਨ ਤੋਂ ਬਾਅਦ ਜਾ ਕੇ ਅਸੀਂ ਉਹਨਾਂ ਨੂੰ ਪਰਮਾਤਮਾ 'ਚ ਉਹਨਾਂ ਨੂੰ ਮੁਕਤੀ ਹੋ ਗਈ। ਗਲਤ ਹੈ। ਨਾਮਦੇਵ ਨੇ ਕਿਹਾ ਸੀ ਨਾਓ ਐਂਡ ਨੈਵਰ, ਪ੍ਰਿੰਸੀਪਲ ਸਿੰਪਲ ਹੈ। ਜਿਹੜੇ ਬੰਦੇ ਮਰ ਗਏ, ਉਸ ਨੂੰ ਆ ਕੇ ਕੋਈ ਦੱਸ ਕੇ ਗਿਆ ਵੀ ਮੈਂ ਤਾਂ ਉੱਥੇ ਸਵਰਗ 'ਚ ਚਲਾ ਗਿਆ, ਨਰਕ 'ਚ ਚਲਾ ਗਿਆ, ਕਿਹਨੂੰ ਮੈਂ ਗਿਆ? ਜਿਹੜਾ ਮਰ ਗਿਆ ਮਰ ਗਿਆ। ਜਿਹਨੇ ਦੱਸਣਾ ਉਹ ਜਿਉਂਦੇ ਜੀ ਦੱਸੂਗਾ। ਜਦੋਂ ਬੰਦਾ ਜਿਉਂਦੇ ਜੀ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਕਰ ਲੈਂਦੇ ਆ, ਉਹਨੂੰ ਅੰਦਰ ਦੀਆਂ ਗੱਲਾਂ ਪਤਾ ਲੱਗ ਜਾਂਦੀਆਂ, ਫਿਰ ਉਹਨੂੰ ਵਿਆਹ ਜਿੰਨਾ ਚਾਅ ਚੜਿਆ ਹੁੰਦਾ। ਉਹ ਉਹਨੂੰ ਕਹਿੰਦੇ ਨੇ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿ ਜਦੋਂ ਅਸੀਂ ਮਰ ਜਾਂਦੇ ਆ ਉਦੋਂ ਪਹਿਲਾਂ ਹੀ ਸਾਨੂੰ ਖੁਸ਼ੀ ਚੜੀ ਹੁੰਦੀ ਹੈ, ਸਾਨੂੰ ਪਤਾ ਹੁੰਦਾ ਕਿ ਉੱਥੇ ਜਾ ਕੇ ਕੀ ਹੋਣਾ। ਜਿਵੇਂ ਕਿਸੇ ਬੰਦੇ ਨੇ ਨਾਇਗਰਾ ਫਾਲ ਜਾਣਾ ਹੋਵੇ, ਤੇ ਜਿਹੜਾ ਬੰਦਾ ਅੱਗੇ ਗਿਆ ਉਹਨੂੰ ਪਤਾ ਵੀ ਕਿੱਥੇ ਬੱਸ ਰੁਕਣੀ, ਕਿੱਥੇ ਸਟਾਪ ਹੈ, ਕਿੱਥੇ ਹੋਟਲ ਹੈ, ਕਿੱਥੇ ਫਾਲਸ ਨੇ, ਕਿੱਥੇ ਪਾਰਕਿੰਗ ਕਰਨੀ ਹੈ, ਕਿੱਥੇ ਆਪਾਂ ਗੇਮਾਂ ਖੇਡਣੀਆਂ, ਕਿਉਂਕਿ ਉੱਥੇ ਆਲਰੇਡੀ ਉਹ ਫਿਰ ਇੰਜੋਏ ਕਰਦਾ ਕਾਰ 'ਚ ਬੈਠਾ। ਤੇ ਜਿਹੜਾ ਕਿਤੇ ਗਿਆ ਨਹੀਂ, ਉਹ ਘਬਰਾਇਆ ਹੁੰਦਾ, ਉਹਨੂੰ ਕੀ ਪਤਾ ਕਿ ਉੱਥੇ ਕੀ ਹੋਣਾ ਕੀ ਨਹੀਂ, ਕਿੱਥੇ ਟਿਕਟ ਮਿਲਣੀ। ਸੋ ਇਹ ਹੈਗੀ ਮੌਤ ਦੇ ਬਾਰੇ ਗੱਲ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਰਨੇ ਦਾ ਮੁੱਲ ਪਾਏਗਾ। ਮਰਦੇ ਤਾਂ ਸਾਰੇ ਹੀ ਨੇ, ਪਰ ਮਰਨ ਤੋਂ ਪਹਿਲਾਂ ਜੇ ਮਰੇਗਾ। ਇਸੇ ਕਰਕੇ ਮਰਤਾ ਮਰਤਾ ਜਗ ਮੁਆ, ਮਰ ਨਾ ਜਾਣਾ ਕੋਈ, ਐਸੀ ਮਰਨੀ ਜੋ ਮਰੇ ਬਹੁਰ ਜਨਮ ਨਾ ਹੋਏ। ਕਿ ਮਰੀ ਜਾਂਦੇ ਨੇ ਮਰੀ ਜਾਂਦੇ ਨੇ ਮਰੀ ਜਾਂਦੇ ਨੇ ਮਰੀ ਜਾਂਦੇ ਨੇ, ਕੋਈ ਫਿਕਰ ਕਰਦਾ? 2-4 ਘੰਟੇ ਅਸੀਂ ਪਾਠ ਪੂਠ ਜੇ ਰਖਾ ਦੇ, ਉਦੋਂ ਬਾਅਦ ਫਿਰ ਉਹੀ ਨਿੰਦਿਆ ਚੁਗਲੀ ਸ਼ੁਰੂ, ਉਹੀ ਕੰਮ, ਘਰ ਦੇ ਕੰਮਕਾਜ ਸ਼ੁਰੂ। ਐਸੀ ਮਰਨੀ ਜੋ ਮਰੇ ਬਹੁਰ ਜਨਮ ਨਾ ਹੋਏ। ਜਿਹੜੇ ਚੰਗੇ ਕੰਮ ਕਰਕੇ ਜਿਉਂਦੇ ਜੀ ਮਰ ਜਾਂਦੇ ਨੇ, ਉਹ ਫਿਰ ਮੁੜ ਮੁੜ ਕੇ ਜਨਮ ਨਹੀਂ ਲੈਂਦੇ। ਹੁਣ ਦੋ ਚੀਜ਼ਾਂ ਸਮਝ ਲਈ ਅਸੀਂ, ਇੱਕ ਮੁਕਤੀ ਹੈ, ਇੱਕ ਮੋਕਸ਼ ਹੈ। ਮੁਕਤੀ ਕਿਹਨੂੰ ਕਹਿੰਦੇ ਨੇ? ਮੁਕਤੀ ਕਹਿੰਦੇ ਨੇ ਬੁਰੇ ਕੰਮਾਂ ਤੋਂ ਛੁਟਕਾਰਾ, ਦੁੱਖਾਂ ਤੋਂ ਛੁਟਕਾਰਾ। ਪਰ ਜਿਹੜਾ ਮੋਕਸ਼ ਹੈ ਉਹ ਜੰਮਣ ਮਰਨ ਤੋਂ ਛੁਟਕਾਰਾ। ਮੁਕਤੀ ਦੇ ਵਿੱਚ ਇਹ ਹੈ ਵੀ ਜਿਸ ਅਸੀਂ ਚੰਗੇ ਕੰਮ ਕਰਦੇ ਹਾਂ ਸਵਰਗ ਮਿਲ ਜਾਂਦਾ ਹੈ, ਹਾਂਜੀ, ਜੰਨਤ ਮਿਲ ਜਾਂਦੀ ਹੈ। ਬੁਰੇ ਕੰਮ ਕਰਦੇ ਹਾਂ ਦੋਜ਼ਖ ਮਿਲ ਜਾਂਦੀ ਹੈ, ਨਰਕ ਮਿਲ ਜਾਂਦੇ ਨੇ, ਪਰ ਉੱਥੇ ਆਪਣੇ ਉਹ ਕੰਮ ਭੁਗਤਾ ਕੇ ਫਿਰ ਜਨਮ ਲੈਣਾ ਪੈਂਦਾ। ਪਰ ਜਿਹਨੂੰ ਮੋਕਸ਼ ਮਿਲ ਗਿਆ, ਉਹ ਮੁੜ ਕੇ ਜੰਮਣ ਮਰਨ ਦੇ ਚੱਕਰ ਦੇ ਵਿੱਚ ਹੀ ਨਹੀਂ ਆਉਂਦਾ। ਸੋ ਦਿਸ ਇਜ਼ ਦ ਬੇਸਿਕ ਡਿਫਰੈਂਸ ਬਿਟਵੀਨ ਮੁਕਤੀ ਐਂਡ ਮੋਕਸ਼। ਸੋ ਇਹ ਗੱਲ ਵੀ ਖਿਆਲ ਰੱਖਣ ਦੀ ਗੱਲ ਹੈ। ਜੀਸਸ ਕ੍ਰਾਈਸਟ ਨੇ ਤਾਂ ਬੜਾ ਸਾਫ਼ ਕਿਹਾ ਸੀ, ਆਈ ਕੈਨ ਬੀ ਇਨ ਦ ਬੋਡੀ ਐਂਡ ਲੀਵ ਦ ਬੋਡੀ ਵੈਨ ਐਵਰ ਆਈ ਵਾਂਟ ਟੂ। ਕਿ ਮੈਂ ਸਰੀਰ ਦੇ ਵਿੱਚ ਆਤਮਾ ਨੂੰ ਕਹਿੰਦੇ, ਆਤਮਾ ਜਦੋਂ ਮੈਂ ਚਾਹ ਬਾਹਰ ਕੱਢ ਲੈਣਾ, ਜਦੋਂ ਚਾਹ ਅੰਦਰ ਲੈ ਆਉਣਾ। ਕਹਿੰਦਾ ਇਹ ਕਿਉਂ? ਕਿਉਂਕਿ ਮੈਂ ਮਿਹਨਤ ਕੀਤੀ ਹੈ। ਸੇਂਟ ਪੌਲ ਬਾਈਬਲ ਦੇ ਅੰਦਰ ਕਹਿੰਦਾ ਆਈ ਡਾਈ ਡੇਲੀ, ਆਈ ਡਾਈ ਡੇਲੀ। ਇੰਨਾ ਪਾਠ ਕਰਦਾ, ਭਜਨ ਕਰਦਾ ਕਿ ਆਪਣੀ ਆਤਮਾ ਨੂੰ ਖਿੱਚ ਕੇ ਸਰੀਰ ਤੋਂ ਬਾਹਰ ਲੈਂਦਾ, ਉੱਪਰ ਨਜ਼ਾਰੇ ਦੇ ਕੇ ਉੱਪਰਲੇ ਮੰਡਲਾਂ ਦੇ, ਵਾਪਸ ਆ ਕੇ ਫਿਰ ਇਹ ਸਰੀਰ ਦੇ ਵਿੱਚ ਕੰਮ ਕਰਨ ਲੱਗ ਜਾਂਦਾ। ਸੋ ਇਹ ਹੈਗਾ ਆਈ ਡਾਈ ਡੇਲੀ ਦਾ, ਇਹ ਜਿਉਂਦੇ ਜੀ ਮਰਨ ਦਾ ਸੌਦਾ ਹੈ। ਸੋ ਹੁਣ ਆਪਾਂ ਇਹ ਗੱਲ ਕਰੀਏ ਕਿ ਇਹ ਤਾਂ ਹੋ ਗਈਆਂ ਸੰਤਾਂ ਦੀਆਂ ਗੱਲਾਂ, ਕਿਉਂਕਿ ਟਾਈਮ ਹੋ ਗਿਆ, ਆਪਾਂ ਥੋੜਾ ਜਿਹਾ ਨੂੰ ਸ਼ਾਰਟ ਕਰਨਾ ਪੈਣਾ ਹੁਣ। ਸੋ ਇੱਕ ਦੂਜੀ ਗੱਲ ਇਹ ਹੈ ਵੀ ਕੁਝ ਸਾਇੰਟੀਫਿਕ ਤਰੀਕੇ ਨੇ, ਇੱਕ ਡਾਕਟਰ ਰੇਮੰਡ ਮੂਡੀ ਹੋਇਆ, ਮੂਡੀ ਐਕਚੁਅਲੀ RAMOND MOODY, ਡਾਕਟਰ ਰੇਮੰਡ ਮੂਡੀ। ਇਹ ਜਾਰਜੀਆ ਦਾ ਅਟਲਾਂਟਾ ਉੱਥੇ ਪੈਦਾ ਹੋਇਆ ਸੀ। ਸਾਥੋਂ ਕੋਈ 7-8 ਸਾਲ ਪਹਿਲਾਂ, ਵੱਡਾ ਹੀ ਹੈ, 1944 ਦੇ ਵਿੱਚ ਪੈਦਾ ਹੋਇਆ ਸੀ। ਪਹਿਲਾਂ ਤਾਂ ਇਹਨੇ ਕੀਤੀ MA ਫਿਲਾਸਫੀ, ਫਿਰ ਇਹਨੇ ਕੀਤੀ PhD ਇਨ ਫਿਲਾਸਫੀ। ਹੀ ਵਾਜ ਏ ਪ੍ਰੋਫੈਸਰ ਇਨ ਫਿਲਾਸਫੀ, ਕਿਉਂਕਿ ਮੇਰਾ ਸਬਜੈਕਟ ਵੀ ਹੈ, ਅਸੀਂ ਮੈਥ ਦੇ ਪੜ੍ਹਦੇ ਹਾਂ। ਇਹਦੀਆਂ ਬਹੁਤ ਬੁੱਕਸ ਲਿਖੀਆਂ ਹੋਈਆਂ, ਬਹੁਤ ਬੁੱਕਸ ਲਿਖੀਆਂ ਹੋਈਆਂ। ਤੇ ਬਾਅਦ ਦੇ ਵਿੱਚ ਇਹਨੇ ਮੈਡੀਕਲ ਦੀ ਡਿਗਰੀ ਲਈ, MD ਲਈ। MD ਕਾਹਦੇ ਵਿੱਚ? ਸਾਈਕੈਟਰੀ ਦੇ ਵਿੱਚ। ਫਿਰ ਪ੍ਰੋਫੈਸਰ ਹੈ ਉਹਦੇ ਵਿੱਚ। ਸੋ ਇਹਨੇ ਬੜੀਆਂ ਬੁੱਕਸ ਲਿਖੀਆਂ। ਇੱਕ ਬੁੱਕ ਹੈਗੀ ਲਾਈਫ ਆਫਟਰ ਲਾਈਫ, ਵਿਚ ਇਜ਼ ਵੈਰੀ ਪਪੂਲਰ, ਵਰਲਡ ਦੀ ਸਭ ਤੋਂ ਜ਼ਿਆਦਾ ਬੁੱਕ ਵਿਕੀ ਸੀਗੀ। ਉਹ ਕਿਉਂ ਹੈ? ਵੀ ਲਾਈਫ ਆਫਟਰ ਲਾਈਫ
ਵੀ ਉਹਨੇ ਇਹ ਐਕਚੁਅਲੀ ਗੱਲ ਇਹ ਸੀ ਕਿ 1991 ਦੇ ਵਿੱਚ ਇਹ ਸੁਸਾਈਡ ਕਰਨਾ ਚਾਹੁੰਦਾ ਸੀ। ਇਹਨੂੰ ਇੱਕ ਬਿਮਾਰੀ ਹੋ ਗਈ ਸੀ, ਪਰ ਜਦੋਂ ਇਹ ਸੁਸਾਈਡ ਕਰਨ ਲੱਗਿਆ ਤੇ ਇਹਨੂੰ ਅੰਦਰਲੇ ਰੂਹਾਨੀ ਤਜਰਬੇ ਹੋਏ, ਸੋ ਉਹਨੇ ਬਿਆਨ ਕੀਤਾ ਤੇ ਮੁੜ ਕੇ ਫਿਰ ਇਹ ਦੁਨੀਆ ਦੇ ਵਿੱਚ ਜਿਹੜੇ ਅਜਿਹੇ ਲੋਕ ਸੀ ਜਿਹੜੇ ਮਰਦੇ ਸੀ, ਕਈ ਵਾਰੀ ਵਾਪਸ ਆ ਜਾਂਦੇ ਸੀ। ਇਹਨੇ ਇਹਦੇ ਵਿੱਚ ਇਸ ਬੁੱਕ ਦੇ ਵਿੱਚ ਲਿਖਿਆ ਕਿ ਇੱਕ ਬੰਦੇ ਨੂੰ ਹਾਰਟ ਅਟੈਕ ਹੋ ਗਿਆ, ਉਹ ਜਿਹੜੀ ਹੁੰਦੀ ਹੈ ਨਾ ਆਪਣੀ AED, ਜਦੋਂ ਛਾਤੀ ਨੂੰ ਦੱਬਦੇ ਆ, AED ਹੁੰਦੇ ਆਰਟੀਫਿਸ਼ੀਅਲ ਇਲੈਕਟ੍ਰੋਨਿਕ ਡਿਵਾਈਸਿਸ, ਉਹ ਹੁੰਦੇ ਨੇ ਮਾਰਦੇ ਜੋੜ ਕੇ ਵੀ ਸ਼ਾਇਦ ਦਾ ਸਾਹ ਵਾਪਸ ਆ ਜਾਏ। ਕਹਿੰਦੇ ਆਤਮਾ ਨਿਕਲ ਗਈ, ਉੱਪਰਲੇ ਨਜ਼ਾਰੇ ਦੇਖ ਲਈ ਜੀ। ਕਹਿੰਦੇ ਉਹ ਬੰਦਾ ਦੱਸ ਰਿਹਾ, ਕਹਿੰਦਾ ਜੋ ਇੱਕ ਪਾਸੇ ਲਾਈਟ ਸੀਗੀ, ਚਾਨਣ ਪ੍ਰਕਾਸ਼ ਬਹੁਤ ਵਧੀਆ ਸੀ, ਦੂਜੇ ਪਾਸੇ ਹਨੇਰਾ ਸੀ, ਕੁਛ ਪ੍ਰਕਾਸ਼ ਕਰਨੀ ਜਾਈ ਜਾਂਦੇ ਸੀ, ਕੁਛ ਹਨੇਰੇ ਕਰਨੀ ਜੋ ਮੈਂ ਪ੍ਰਕਾਸ਼ ਕਰਨੀ ਬੜਾ ਇੰਜੋਏ ਕਰ ਰਿਹਾ ਸੀ। ਕਹਿੰਦਾ ਉਹਨਾਂ ਨੇ ਜਦੋਂ ਜ਼ੋਰ ਦੀ ਸ਼ਾਟ ਮਾਰਿਆ, ਮੇਰੀ ਆਤਮਾ ਖਿੱਚ ਕੇ ਸਰੀਰ 'ਚ ਆ ਗਈ। ਉਹਨੇ ਆਪ ਐਕਸਪਲੇਨ ਕੀਤਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ। ਸੋ ਇਸੇ ਤਰ੍ਹਾਂ ਹੀ ਮਧੂ ਮੋਤਵਾਨੀ ਹੈ, ਬ੍ਰਹਮ ਕੁਮਾਰੀ ਹੈ ਮੇਰੇ ਖਿਆਲ 'ਚ, ਉਹਨਾਂ ਨੇ ਆਪਣਾ ਦੱਸਿਆ ਵੀ ਮੈਂ ਕਿਵੇਂ ਮਰੀ ਸੀਗੀ ਤੇ ਕਿਸ ਤਰ੍ਹਾਂ ਵਾਪਸ ਆ ਗਈ। ਸੋ ਇਸੇ ਤਰ੍ਹਾਂ ਹੀ ਇੱਕ ਅਨੀਤਾ ਮੂਰਜਾਨੀ ਹੈ, ਗੂਗਲ ਦੇ ਉੱਤੇ ਕਰਕੇ ਦੇਖ ਲਓ, ਸਾਰਾ ਕੁਝ ਡਿਟੇਲ 'ਚ ਪਤਾ ਲੱਗ ਜਾਊਗਾ। ਉਹ ਕੀ ਸੀਗੀ, ਸਿੰਗਾਪੁਰ ਦੀ ਰਹਿਣ ਵਾਲੀ ਸੀ ਮੇਰੇ ਖਿਆਲ, ਮਾਂ ਜਾਂ ਬਾਪ ਇਹਨਾਂ ਦੋਨਾਂ ਚੋਂ ਇੱਕ ਇੰਡੀਅਨ ਸੀਗੀ। ਇਹ ਫਿਰ ਉਦੋਂ ਬਾਅਦ ਸ਼੍ਰੀਲੰਕਾ ਮੂਵ ਹੋ ਗਏ। ਫਿਰ ਇਹਦੀ ਜਿਹੜੀ ਸ਼ਾਦੀ ਹੈ ਉਹ ਹੋਈ ਜਦੋਂ 1996 'ਚ ਸਿੰਗਾਪੁਰ ਹਾਂਗਕਾਂਗ 'ਚ ਆ ਗਏ ਤੇ ਉੱਥੇ ਇਹਨੂੰ ਬਲੱਡ ਕੈਂਸਰ ਹੋਇਆ, ਇਹਨੇ ਇਲਾਜ ਨਹੀਂ ਕਰਾਇਆ। 2006 ਦੇ ਵਿੱਚ ਇਹ ਕੋਮਾ ਚਲੀ ਗਈ। ਕੋਮਾ ਦੇ ਵਿੱਚ ਇਹ ਆਪਣੀ ਫਿਰ ਦੱਸਦੀ ਹੈ ਵੀ ਦਵਾਈਆਂ ਤੇਜ਼ ਦਿੱਤੀਆਂ, ਫਿਰ ਇਹ ਆਪਣਾ ਸਰੀਰ ਕਿਵੇਂ ਛੱਡਿਆ, ਆਤਮਾ ਕਿੱਥੇ ਕਿੱਥੇ ਕਰਕੇ ਆਈ। ਉਹ ਲੰਬੇ ਨੇ, ਕਿਉਂਕਿ ਜੋ ਦੱਸਾਂਗੇ ਅਲੱਗ ਉਹ ਸਟੋਰੀ ਬਣਾਈ ਹੋਈ ਹੈ, ਜਿਹੜੇ ਤੁਹਾਡਾ ਜੇ ਕੋਈ ਇੰਟਰਸਟ ਹੈ ਤੁਸੀਂ ਗੂਗਲ ਤੇ ਜਾ ਕੇ ਪੜ੍ਹ ਸਕਦੇ ਹੋ। ਹੋਰ ਵੀ ਬੜੀਆਂ ਐਗਜ਼ਾਮਪਲਾਂ ਜਿਹੜੇ ਪੁੱਠੇ ਸਿੱਧੇ ਕੰਮ ਵੀ ਕਰਦੇ ਨੇ, ਉਹ ਵੀ ਆਪਣੇ ਦੱਸਦੇ ਨੇ ਵੀ ਮੇਰੇ 'ਚ ਕਿੰਨੇ ਕਿੰਨੇ ਛਿੱਤਰ ਪਏ, ਕਿਸ ਤਰ੍ਹਾਂ ਦੇ ਪਏ। ਉਹ ਵੀ ਕਈ ਲੋਕ ਨੇ, ਤੁਸੀਂ ਜਾ ਕੇ ਦੇਖੋ ਵੀ ਜਿਹੜੀਆਂ ਇਹ ਐਗਜ਼ਾਮਪਲਾਂ ਜਿਹੜੀਆਂ ਨੇਗੇ ਲਾਈਫ ਆਫਟਰ ਲਾਈਫ ਜਾਂ ਡੈਥ ਨੀਅਰ ਲਾਈਫ, ਇਸ ਤਰ੍ਹਾਂ ਦੇ ਤੁਸੀਂ ਪਾ ਕੇ ਦੇਖੋਗੇ, ਤੁਹਾਨੂੰ ਬਹੁਤ ਸਾਰੇ ਆ ਜਾਣਗੇ। ਤੁਸੀਂ ਪੜ੍ਹ ਕੇ ਜਿਹੜੇ ਬੰਦਿਆਂ ਦਾ ਇੰਟਰਸਟ ਹੋਊਗਾ ਉਹ ਪੜ੍ਹ ਸਕਦੇ ਨੇ। ਹੁਣ ਗੱਲ ਇਹ ਹੈ ਕਿ ਬੇਸਿਕਲੀ ਜਿਹੜੀਆਂ ਗੱਲਾਂ ਸੀ ਆਪਾਂ ਗੱਲਾਂ ਕੀਤੀਆਂ, ਉਹ ਗੱਲਾਂ ਦੇ ਵਿੱਚ ਰਿਜ਼ਲਟ ਇਹੀ ਕੱਢਿਆ ਕਿ ਸਾਨੂੰ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਮੌਤ ਤਾਂ ਭਾਈ ਸਾਹਿਬ ਆਉਣੀ ਆਉਣੀ ਹੈ। ਇਸ ਕਰਕੇ ਰੱਬ ਦਾ ਥੋੜਾ ਜਿਹਾ ਮੋਟਾ ਸਿਮਰਨ ਕਰੋ, ਭਜਨ ਸਿਮਰਨ ਕਰੋ, ਬੰਦਗੀ ਕਰੋ, ਕਿਉਂਕਿ ਰੱਬ ਦਾ ਇਸ਼ਕ ਦਾ ਪਿੰਡ ਹੈ ਔਖਾ, ਹੈ ਤਾਂ ਬੜਾ ਔਖਾ। ਸਵੇਰੇ ਸਵੇਰੇ ਉੱਠ ਕੇ ਪਾਠ ਕਰੋ, ਨਹਾਓ ਧੋ ਬੈਠੋ, ਕਿਉਂਕਿ ਨਹੀਂ ਤਾਂ ਚਾਹ ਪੀਤੀ, ਸਿਗਰਟ ਸੁਗਰਟ ਜੀ ਪੀਤੀ ਤੇ ਚਲੋ ਕੰਮ ਤੇ ਚਲੋ। ਇਸ ਕਰਕੇ ਉਹ ਜ਼ਿੰਦਗੀ ਵਧੀਆ ਲੱਗਦੀ ਹੈ ਸਾਨੂੰ, ਪਰ ਰੱਬ ਦੀ ਬੰਦਗੀ ਕਰਨੀ ਔਖੀ ਲੱਗਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਰੱਬ ਦੇ ਇਸ਼ਕ ਦਾ ਪਿੰਡ ਹੈ ਔਖਾ, ਇੱਥੇ ਕੰਮ ਨਹੀਂ ਕੋਈ ਵਪਾਰੀਆਂ ਦਾ। ਇਹ ਨਹੀਂ ਹੈ ਜਦੋਂ ਆਪਾਂ ਕਹਿੰਦੇ ਆ ਵੀ ਮੈਨੂੰ ਤਾਂ 2 ਮਹੀਨੇ ਹੋ ਗਏ ਪਾਠ ਕਰਦੇ ਨੂੰ, 4 ਮਹੀਨੇ ਹੋ ਗਏ, ਫਾਇਦਾ ਤਾਂ ਹੋਇਆ ਨਹੀਂ, ਵਪਾਰੀਆਂ ਦਾ ਨਹੀਂ। ਇਹ ਪਿਆਰ ਦਾ ਸੌਦਾ ਹੈ। ਜਿਹੜਾ ਬੰਦਾ ਪਿਆਰ ਕਰੂਗਾ ਉਹੀ ਬੰਦਾ ਇਹਦੀ ਤਿਆਰੀ ਕਰ ਸਕਦਾ ਹੈ। ਸੋ ਇਸ ਕਰਕੇ ਸਾਨੂੰ ਇਹ ਹਕੀਕਤ ਨੂੰ ਸਮਝਣਾ ਚਾਹੀਦਾ ਹੈ, ਲਾਲਚ ਨੂੰ ਛੱਡਣਾ ਚਾਹੀਦਾ ਹੈ। ਸੋ ਇਹ ਲਾਲਚ ਜਦੋਂ ਛੱਡਦੇ ਆ, ਜਿੰਨਾ ਚਿਰ ਆਪਾਂ ਹਕੀਕਤ ਨੂੰ ਸਮਝਦੇ, ਜਿਵੇਂ ਗੌਤਮ ਬੁੱਧ ਦੀ ਮੈਂ ਸਟਾਰਟ ਕੀਤਾ ਸੀ, ਮੈਂ ਐਂਡ ਵੀ ਉਹਦੇ ਨਾਲ ਹੀ ਕਰ ਰਹਾ। ਮਹਾਤਮਾ ਬੁੱਧ ਰਾਜਕੁਮਾਰ ਸੀਗੇ, ਜਦੋਂ ਇਹਨਾਂ ਦੇ ਫਾਦਰ ਨੇ ਜੋਤਸ਼ੀ ਨੂੰ ਦਿਖਾਈ ਇਹਨਾਂ ਦੀ ਜਨਮ ਪੱਤਰੀ, ਉਹ ਕਹਿੰਦੇ ਵੀ ਜਾਂ ਤਾਂ ਇਹ ਬਹੁਤ ਵੱਡਾ ਸਮਰਾਟ ਬਣੂਗਾ, ਚੱਕਰਵਰਤੀ ਸਮਰਾਟ, ਬਹੁਤ ਦੁਨੀਆ ਦੇ ਉੱਤੇ ਵੱਡਾ ਇਹਦਾ ਨਾਂ ਹੋਊਗਾ, ਜਾਂ ਇਹ ਬਹੁਤ ਵੱਡਾ ਸੰਤ ਬਣੂਗਾ। ਤੇ ਮਾਂ-ਬਾਪ ਚਾਹੁੰਦੇ ਨੇ ਸੰਤ ਦਾ ਕੀ ਫਾਇਦਾ, ਇਹਨੂੰ ਤਾਂ ਰਾਜਾ ਬਣਾਈਏ। ਤੇ ਉਹਨਾਂ ਨੇ ਮਹਿਲ ਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ। ਕਹਿੰਦੇ ਅਚਾਨਕ ਇੱਕ ਦਿਨ ਇਹ ਸੈਰ ਕਰਨ ਰਾਤ ਦੇ ਉੱਤੇ ਜਾ ਰਹੇ ਸੀਗੇ, ਇਹਨਾਂ ਨੇ ਕੋਈ ਬੁੱਢਾ ਆਦਮੀ, ਓਲਡ ਮੈਨ, ਛੋਟੀ ਫੜ ਕੇ ਜਾ ਰਿਹਾ ਸੀਗਾ। ਇਹਨੇ ਆਪਣੇ ਸਾਰਥੀ ਨੂੰ ਜਿਹੜਾ ਰੱਥ ਚਲਾ ਰਿਹਾ ਸੀ ਉਹਨੂੰ ਕਿਹਾ ਰੁਕ। ਇਹ ਕੌਣ ਹੈ ਬੰਦਾ, ਕਿਉਂਕਿ ਉਹਨੇ ਤਾਂ ਕਦੇ ਜ਼ਿੰਦਗੀ ਦੇਖਿਆ ਹੀ ਨਹੀਂ ਸੀਗਾ। ਸਾਰਾ ਦਿਨ ਮਹਿਲਾਂ ਚ ਰਹਿਣੇ, ਚੰਗੀਆਂ ਗੱਲਾਂ ਦਿਖਾਈਆਂ, ਨੇੜੇ ਨਹੀਂ ਚਾਹੁੰਦੀ ਕੋਈ ਬੁਰੀ ਚੀਜ਼ ਆਵੇ ਨਾ, ਤਾਂ ਕਿ ਇਹਦਾ ਦਿਲ ਨਾ ਟੁੱਟ ਜੇ ਦੁਨੀਆ ਤੋਂ। ਉਹ ਕਹਿੰਦੇ ਤਾਂ ਉਹਨੇ ਕਿਹਾ ਵੀ ਮੈਂ ਤੁਹਾਨੂੰ ਝੂਠ ਨਹੀਂ ਬੋਲਿਆ। ਬੁੱਢਾ ਆਦਮੀ ਕਹਿੰਦਾ ਮੈਂ ਵੀ ਹੋਊਗਾ। ਕਹਿੰਦਾ ਹਾਂ, ਜਿਹੜਾ ਵੀ ਪੈਦਾ ਹੋਇਆ ਉਹਨੇ ਉਹਦੀ ਪਹਿਲਾਂ ਰੁੜਦਾ, ਫਿਰ ਜਵਾਨ ਹੁੰਦਾ, ਫਿਰ ਉਹ ਬੁੱਢਾ ਹੁੰਦਾ। ਉਹਨੂੰ ਬੜਾ ਦੁੱਖ ਲੱਗਿਆ, ਸੋਚਣ ਲੱਗ ਗਿਆ। ਅੱਗੇ ਕੁਦਰਤੀ ਗਿਆ ਤੇ ਕਦੀ ਡੈਡ ਬੋਡੀ ਜਾ ਰਹੀ ਸੀ। ਉਹ ਕਹਿੰਦਾ ਕੀ ਹੈ, ਕਹਿੰਦਾ ਬੰਦਾ ਮਰ ਗਿਆ। ਕਿਵੇਂ ਮਰ ਗਿਆ? ਕਹਿੰਦਾ ਜਿਹੜਾ ਪੈਦਾ ਹੋਇਆ ਮਰਨਾ। ਉਹਨੇ ਉੱਥੇ ਹੀ ਛੱਡਤਾ ਕਮਰਾ, ਜੰਗਲ ਚ ਰਹਿ ਗਿਆ ਕਿ ਜਦੋਂ ਮਰ ਕੇ ਮੈਂ ਕਿਹਾ ਉਹਦੇ ਲਈ ਪਹਿਲਾਂ ਹੀ ਸੋਚਾਂ ਵੀ ਇਹ ਚੱਕਰ ਕੀ ਹੈ, ਜ਼ਿੰਦਗੀ ਦਾ ਪਰਪਸ ਕੀ ਹੈ। ਸੋ ਉਹਨੇ ਇੰਨੀ ਮਿਹਨਤ ਕੀਤੀ, ਅੱਜ ਉਹ ਮਹਾਤਮਾ ਬੁੱਧ ਬਣ ਗਏ, ਅੱਜ ਉਹ ਬਹੁਤ ਵੱਡੇ ਦੁਨੀਆ ਦੇ ਸੰਤ ਬਣ ਗਏ। ਸੋ ਇਹ ਤਾਂ ਮਿਹਨਤ ਦੀ ਗੱਲ ਹੈ। ਜਿੰਨੀ ਅਸੀਂ ਮਿਹਨਤ ਕਰੀ ਜਾਵਾਂਗੇ ਉਨਾ ਸਾਨੂੰ ਫਾਇਦਾ ਮਿਲੀ ਜਾਊਗਾ। ਇਹ ਗੱਲ ਦੀ ਪੱਕੀ ਗੱਲ ਹੈ। ਸੋ ਤੁਸੀਂ ਡਰਨ ਵਾਲੀ ਗੱਲ ਨਹੀਂ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਕੋਸ਼ਿਸ਼ ਕਰੀਏ ਕਿ ਆਪਾਂ ਥੋੜਾ ਮੋਟਾ ਤਿਲ ਫੁੱਲ ਜਿਹੜੀ ਸਾਡੀ ਡਾਇਰੈਕਸ਼ਨ ਹੈ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਜਿਹੜੀ ਸਾਡੀ ਅਟੈਚਮੈਂਟ ਹੈ, ਹੁਣ ਜਿਹੜੀ ਰਿਸ਼ਤੇਦਾਰੀਆਂ ਨਾਲ ਹੈ, ਵੀ ਉਹਨਾਂ ਦੇ ਫੋਨ ਆਈ ਜਾਂਦੇ ਨੇ, ਉਹਨਾਂ ਦੇ ਅਖੰਡ ਪਾਠ ਰੱਖੇ ਨੇ, ਉਹਨਾਂ ਨੇ ਵਿਆਹ ਤੇ ਬੁਲਾ ਲਿਆ, ਜੇ ਨਾ ਗਏ ਨਾਰਾਜ਼ ਹੋ ਜਾਣਗੇ। ਉਹ ਕਰਨਗੇ ਥੋੜਾ ਜਿਹਾ ਕੰਮ ਘਟਾਓ। ਜੇ ਕੰਪਨੀ 'ਚ ਬੈਠਦੇ ਹੋ ਬਾਹਲਾ ਬੋਲਣ ਨਾਲੋਂ ਥੋੜਾ ਜਿਹਾ ਬੋਲੋ ਘੱਟ, ਕਿਉਂਕਿ ਲੋਕ ਅੱਜ ਕੱਲ੍ਹ ਕਲਯੁਗ ਦਾ ਜ਼ਮਾਨਾ ਹੈ। ਤੁਸੀਂ ਆਪ ਤਾਂ ਚੁੱਪ ਕਰਕੇ ਮਕਰੇ ਜਿਹੇ ਹੋ ਕੇ ਸੁਣਦੇ ਰਹਿੰਦੇ, ਤੁਸੀਂ ਬੋਲੀ ਜਾਂਦੇ ਇੰਜੋਏ ਕਰਦੇ ਹੋ। ਜੇ ਇੱਕ ਅੱਧੀ ਗੱਲ ਕਹੀ ਉਹਨੂੰ ਫੜ ਲੈਂਦੇ ਤੁਹਾਡੇ ਕੋਲ, ਪਿਕ ਐਂਡ ਚੂਜ਼। ਸੋ ਉਹ ਇਹੋ ਜਿਹੇ ਰਿਸ਼ਤੇਦਾਰਾਂ ਨਾਲ, ਇਹੋ ਜਿਹੇ ਯਾਰ ਦੋਸਤਾਂ ਦਾ ਫਾਇਦਾ ਕੀ ਹੈ, ਜਿਹੜੇ ਕਿ
100% ਓਨੈਸਟੀ ਨਾਲ ਰਿਲੇਸ਼ਨ ਨਾ ਰੱਖਣ। ਜੇ ਕੰਮ ਚਲਾਊ ਜਾਓ ਜਾਂ ਤੁਸੀਂ ਕੰਮ ਚਲਾਈ ਚਲੋ, ਕਿਸੇ ਨੂੰ ਨਫ਼ਰਤ ਨਾ ਕਰੋ। ਉਹ ਇਹ ਵੀ ਨਹੀਂ ਹੈ ਵੀ ਹਰ ਵਕਤ ਤੁਰੇ ਰਹੋ ਆਉਣ ਦੇ ਮੁਤਾਬਕ। ਜੋ ਤੁਹਾਡੀ ਆਤਮਾ ਕਹਿੰਦੇ ਤੁਸੀਂ ਜ਼ਿਆਦਾ ਇੰਪੋਰਟੈਂਟ ਜਿਹੜੀ ਹੈ ਆਪਣੀ ਭਜਨ ਸਿਮਰਨ ਨੂੰ ਦਿਓ। ਕੋਈ ਨਾਰਾਜ਼ ਹੈ, ਤੁਸੀਂ ਅੰਦਰ ਹੀ ਮਾਫੀ ਮੰਗ ਲਓ, ਉਹਨੂੰ ਕਾਹਦੇ ਲਈ ਕਰਨਾ, ਉਹ ਫਿਰ ਹੋਰ ਹੋ ਜਾਊਗਾ। ਤੁਸੀਂ ਆਪਣੇ ਵੱਲੋਂ ਸਿੱਧੇ ਸੌਦੇ ਰਹੋ, ਮਾਲਕ ਇਹ ਗੱਲ ਯਕੀਨ ਕਰੋ ਕਿ ਪਰਮਾਤਮਾ ਤੁਹਾਡੇ ਅੰਦਰ ਬੈਠਾ, ਉਹ ਤੁਹਾਨੂੰ ਦੇਖ ਰਿਹਾ, ਉਹ ਤੋਂ ਡਰੋ, ਉਹਦੇ ਨਾਲ ਪਿਆਰ ਕਰੋ। ਦੁਨੀਆ ਦਾ ਕੀ ਹੈ, ਜਿੱਥੇ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਜੱਗ ਭਾਵੇ ਸਾਰਾ ਰੁੱਸ ਜੇ। ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਉਸ ਪਰਮਾਤਮਾ ਨੂੰ ਖੁਸ਼ ਰੱਖੀਏ। ਉਹ ਖੁਸ਼ ਤਾਂ ਹੀ ਹੋਊਗਾ ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ, ਭਗਤੀ ਕਰਾਂਗੇ, ਚੰਗੇ ਕੰਮ ਕਰਾਂਗੇ। ਹਾਂਜੀ, ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਕਈ ਵਾਰੀ ਬੰਦੇ ਸਾਡੇ ਘਰ ਦੇ ਹੀ ਕਹਿੰਦੇ ਨੇ ਕਿ ਤੁਸੀਂ ਉੱਥੇ ਤਾਂ ਬੜਾ ਲੈਕਚਰ ਵਧੀਆ ਦਿੰਦੇ ਹੋ, ਪਰ ਤੇ ਕੰਮ ਕਰ ਤੁਸੀਂ ਉਲਟ ਕਰਦੇ ਹੋ, ਗੁੱਸਾ ਵੀ ਤੁਹਾਨੂੰ ਬਹੁਤ ਹੈ। ਮੈਂ ਕਦੋਂ ਕਹਿਣਾ, ਮੈਂ ਤਾਂ ਓਪਨਲੀ ਹਰ ਫੰਕਸ਼ਨ ਦੇ ਕਹਿਣਾ ਕਿ ਵੀ ਆਰ ਆਲ ਸਟਰਗਲਿੰਗ। ਸੋ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਕਰਦੇ ਹਾਂ। ਇੱਕ ਦਿਨ 'ਚ ਥੋੜਾ ਕੋਈ ਚਾਬੀ ਆ ਵੀ ਮੇਰਾ ਸੁਭਾਅ ਬਿਲਕੁਲ ਠੰਡਾ ਹੋ ਜਾਊ, ਬਹੁਤ 100% ਇਮਾਨਦਾਰ ਨਹੀਂ। ਜਿਉਂ ਜਿਉਂ ਦੀ ਕੰਪਨੀ ਹੋਊਗੀ, ਹੌਲੀ 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 ਚੇਂਜ ਆਊਗੀ। ਜਿਸ ਤਰ੍ਹਾਂ ਪਾਣੀ ਆਪਾਂ ਸਟੋਵ ਦੇ ਉੱਤੇ ਰੱਖ ਦਿੰਦੇ ਹਾਂ, ਪਤੀਲਾ ਇੱਕ ਪਹਿਲੇ ਮਿੰਟ ਤੇ ਹੌਲੀ ਹੌਲੀ ਗਰਮ ਹੁੰਦਾ ਫਿਰ ਪੂਰਾ ਗਰਮ ਹੋ ਜਾਂਦਾ, ਤੇ ਜਦੋਂ ਥੱਲੇ ਆ ਜਾਂਦੇ ਨੇ ਹੌਲੀ 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 ਉਹ ਠੰਡਾ ਹੋ ਜਾਂਦਾ। ਇਸ ਤਰ੍ਹਾਂ ਸਾਡੇ ਚੇਂਜਿਸ ਹੋਣਗੇ। ਚੇਂਜਿਸ ਤਾਂ ਹੀ ਹੋਣਗੇ ਜਦੋਂ ਅਸੀਂ ਕਿਸੇ ਨਾਲ ਲੜ ਲੱਗਾ। ਠੀਕ ਹੈ ਜੀ। ਸੋ ਸਾਨੂੰ ਚੰਗੇ ਪਾਸੇ ਲੱਗਣਾ ਚਾਹੀਦਾ, ਪਰਮਾਤਮਾ ਦੇ ਲੜ ਲੱਗਣਾ ਚਾਹੀਦਾ, ਭਜਨ ਸਿਮਰਨ ਕਰਨਾ ਚਾਹੀਦਾ, ਤਾਂ ਕਿ ਜਦੋਂ ਕਿਤੇ ਮੌਤ ਆਵੇ ਵੀ ਸਾਨੂੰ ਕੋਈ ਫਿਕਰ ਨਾ ਹੋਵੇ, ਸਾਨੂੰ ਨਜ਼ਾਰਾ ਆਵੇ ਵੀ ਅਸੀਂ ਕਿੱਥੇ ਚੱਲੇ ਆ, ਆਪਣੇ ਘਰ ਚੱਲੇ ਆ। ਇਸ ਕਰਕੇ ਅਖੀਰ ਦੇ ਵਿੱਚ ਮੈਂ ਇਹਨਾਂ ਲਾਈਨਾਂ ਦੇ ਨਾਲ ਬੰਦ ਕਰਦਾ ਕਿ ਮਾਨਸ ਜਨਮ ਦੁਰਲੰਭ ਹੈ, ਹਿਊਮਨ ਬੀਇੰਗ ਇਜ਼ ਸੋ ਪ੍ਰੈਸ਼ੀਅਸ, ਬੜਾ ਕੀਮਤੀ ਹੈ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ। ਇਹ ਬਾਰੀ ਬਾਰੀ ਨਹੀਂ ਤੁਹਾਨੂੰ ਮਨੁੱਖਾ ਜਨਮ ਮਿਲਣਾ, ਕਿਤੇ ਭੁਲੇਖਾ ਹੋਊਗਾ ਕਿ ਮਨੁੱਖਾ ਪਤਾ ਨਹੀਂ ਕਿਹੜੀ ਗੰਦੀ ਨਾਲੀ ਜਾਣਾ ਜਿਹੇ ਅਸੀਂ ਕਰਮ ਕਰਦੇ ਹਾਂ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਕ ਭੋਏ ਗਰੇ, ਬਹੁ ਨਾ ਲਾਗੇ ਡਾ। ਜਿਵੇਂ ਇੱਕ ਦਰਖਤ ਦੇ ਤੋਂ ਕੋਈ ਫਲ ਡਿੱਗ ਪਏ, ਸੂਈ ਧਾਗਾ ਲੈ ਲਓ, ਜੋ ਮਰਜ਼ੀ ਗਲੂ ਲੈ ਲਓ, ਕਦੇ ਜੁੜਦਾ ਨਹੀਂ। ਇਸੇ ਤਰ੍ਹਾਂ ਜਦੋਂ ਸਾਡੀ ਹਵਾ ਨਿਕਲ ਗਈ, ਫਿਰ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਓ, ਵੱਡੇ ਤੋਂ ਵੱਡਾ ਦੁਨੀਆ ਦਾ ਡਾਕਟਰ ਬਣਾ ਲਓ, ਨਹੀਂ। ਜਾਂ ਸਾਨੂੰ ਮਿੱਟੀ ਦੇ ਵਿੱਚ ਦਫਨਾਇਆ ਜਾਊਗਾ, ਸਾਡੇ ਕੀੜੇ ਖਾਣਗੇ, ਜਾਂ ਸਾਨੂੰ ਅੱਗ ਦੇ ਸਪੁਰਦ ਕੀਤਾ ਜਾਊਗਾ, ਸਾਡੀ ਸੁਆਹ ਬਣੂਗੀ। ਸੋ ਇਸ ਕਰਕੇ ਇਹ ਗੱਲਾਂ ਨੂੰ ਯਾਦ ਰੱਖੋ, ਇਹ ਇੱਕ ਸੱਚਾਈ ਹੈ। ਆਪਾਂ ਨੂੰ ਵਨ ਸ਼ੁੱਡ ਬੀ ਰੀਅਲਿਸਟਿਕ, ਪੋਜ਼ਿਟਿਵ ਹੋਣਾ ਚਾਹੀਦਾ। ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਹੋਪ ਫਾਰ ਦਾ ਬੈਸਟ, ਜ਼ਿੰਦਗੀ ਦਾ ਇੰਜੋਏ ਵੀ ਕਰੋ ਐਂਡ ਪ੍ਰਪੇਅਰ ਫਾਰ ਦਾ ਵਰਸਟ। ਉਹਦੇ ਲਈ ਤਿਆਰ ਵੀ ਕਰੋ ਕਿ ਮੈਂ ਜਿੱਥੇ ਜਾਣਾ ਉਹਦੇ ਲਈ ਕੋਈ ਦੇਖਾਂ ਦਾ ਸੀ ਵੀ ਕਿਤੇ ਜਾਣਾ ਵੀ ਹੈ, ਕਿੱਥੇ ਜਾਂਦੀ ਹੈ ਰੂਹ, ਕਿੱਥੇ ਆਈ ਕਿੱਥੋਂ ਹੈ। ਕਿਸੇ ਨੂੰ ਪਤਾ ਜਦੋਂ ਮਾਂ ਦੇ ਪੇਟ ਦੇ ਵਿੱਚ ਗਰਭ 'ਚ ਆਈ ਸੀ, ਲਾਈਫ ਆਈ ਸੀ, ਕਿੱਥੋਂ ਆਈ ਸੀ, ਕਿਵੇਂ ਨਿਕਲ ਕੇ ਆਈ ਸੀ। ਤੇ ਜਦੋਂ ਜਾਂਦੀ ਆ ਜਿੰਨੇ ਮਰਜ਼ੀ ਟਰਾਈਆਂ ਕਰ ਲਓ, ਨਹੀਂ ਪਤਾ ਲੱਗਦਾ। ਸੋ ਜਿੱਥੋਂ ਆਈ ਹੈ, ਜਿਵੇਂ ਫੂਕ ਮਾਰ ਕੇ ਦੀਵਾ ਬੁਝਾਤਾ, ਜਿੱਥੋਂ ਆਈ ਹੈ ਉੱਥੇ ਚਲੀ ਜਾਊਗੀ। ਸੋ ਉੱਥੇ ਉਹਦੇ ਲਈ ਤਿਆਰੀ ਕਰੀਏ ਵੀ ਕੋਈ ਅਜਿਹਾ ਕੰਮ ਨਾ ਕਰੇ ਜਿੱਥੋਂ ਆਈ ਹੈ ਜਿੰਨੀ ਸਾਫ਼ ਸੁਥਰੀ ਆਈ ਹੈ। ਜਿਵੇਂ ਬੱਦਲਾਂ ਚੋਂ ਮੀਂਹ ਆਉਂਦਾ ਨਾ, ਪਾਣੀ ਸਾਫ਼ ਹੁੰਦਾ, ਜ਼ਮੀਨ ਤੇ ਡਿੱਗਦਾ, ਕੋਈ ਨਾਲੀਆਂ 'ਚ ਡਿੱਗਦਾ, ਚਿੱਕੜ ਡਿੱਗਦਾ, ਉਹ ਪਾਣੀ ਗੰਦਾ ਹੋ ਜਾਂਦਾ, ਬਦਬੂ ਆਉਂਦੀ ਹੈ। ਤੇ ਜਦੋਂ ਸੂਰਜ ਦੀ ਗਰਮੀ ਨਾਲ ਉਹ ਪਾਣੀ ਉੱਪਰ ਉੱਡ ਜਾਂਦਾ, ਫੇਰ ਸਾਫ਼ ਹੋ ਕੇ ਉੱਪਰ ਬੱਦਲਾਂ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਹੀ ਹੈ ਵੀ ਜਿਹੜੀ ਅਸੀਂ ਗੰਦਗੀ ਜ਼ਿੰਦਗੀ 'ਚ ਇਕੱਠੀ ਕਰੀ ਜਾਂਦੇ ਆ, ਉਹ ਥੋੜੀ ਥੋੜੀ ਗੰਦਗੀ ਨੂੰ ਘਟਾਈਏ। ਇੱਕ ਦਿਨ ਨਹੀਂ, 2 ਦਿਨ ਨਹੀਂ, ਹੌਲੀ ਹੌਲੀ ਮਿਹਨਤਾਂ ਕਰੀਏ, ਸਟੈਪ ਬਾਈ ਸਟੈਪ, ਹੌਲੀ ਹੌਲੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਜਾਊਗਾ। ਇੰਨਾ ਹੀ ਮੈਂ ਕਹਿਣਾ ਸੀਗਾ। ਜੇ ਕੋਈ ਵੱਧ ਕੱਢ ਕੇ ਆ ਗਿਆ ਹੋਵੇ, ਸੌਰੀ ਫਾਰ ਦੈਟ। ਮੈਂ ਕਿਸੇ ਦੀ ਫੀਲਿੰਗ ਹਰਟ ਨਹੀਂ ਕਰਦਾ। ਹਾਂ, ਅਖੀਰ ਦੇ ਵਿੱਚ ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਨਾ ਕਿ ਜੇ ਕਿਸੇ ਨੂੰ ਕੋਈ ਚੈਨਲ ਪਸੰਦ ਆਵੇ, YouTube ਤੇ ਜਾਣਾ, ਤੁਸੀਂ ਮੇਰਾ ਨਾਮ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ। YouTube ਤੇ ਵੀ ਚਲੇ ਜਾਓਗੇ, ਫੇਸਬੁੱਕ ਤੇ ਵੀ ਤੁਸੀਂ ਜਾ ਸਕਦੇ ਹੋ, ravigoyal.ca। ਤੇ ਜੇ ਤੁਸੀਂ ਮੇਰੀ ਵੈਬਸਾਈਟ ਦੇਖਣੀ ਹੈ ਤਾਂ ਵੀ ਰਵੀ ਗੋਇਲ CA। ਤੁਸੀਂ ਮੇਰੀ ਬੁੱਕ ਵੀ ਪੜ੍ਹ ਸਕਦੇ ਹੋ, ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ, ਮਾਸਟਰਸ ਪਬਲਿਸ਼ਡ ਇਨ ਅਮਰੀਕਾ। ਤੁਸੀਂ ਹੋਰ ਵੀ ਬੁੱਕ ਹੁਣ ਛੇਤੀ ਆ ਰਹੀ ਇੰਗਲੈਂਡ ਦੇ ਉੱਤੇ ਪਬਲਿਸ਼ ਹੋ ਰਹੀ, ਉਹਦੇ ਉੱਤੇ ਵੀ ਮੈਂ ਕੰਮ ਕਰ ਰਿਹਾ। ਥੋੜਾ ਜਿਹਾ ਰਹਿ ਗਿਆ ਕੰਮ, ਹੋਪਫੁਲੀ। ਬਾਕੀ ਤਾਂ ਮੈਂ ਤਾਂ ਆਪਣੇ ਬੰਦਾ ਤਾਂ ਆਪਣੀਆਂ ਸਕੀਮਾਂ ਬਣਾਉਂਦਾ ਹੁੰਦਾ ਉਹੀ ਹੈ, ਹੋਤਾ ਵਹੀ ਜੋ ਮਨਜ਼ੂਰ ਖੁਦਾ ਹੋਤਾ ਹੈ। ਉਹਦੇ ਉੱਤੇ ਮੈਡੀਟੇਸ਼ਨ ਦੇ ਉੱਤੇ ਬੁੱਕ ਲਿਖੀ ਹੈ, ਲਿਖਣ ਦੀ ਕੋਸ਼ਿਸ਼ ਕਰਦਾ, ਫਾਈਨਲਾਈਜ਼ ਹੋ ਜਾਏਗੀ, ਤੁਹਾਨੂੰ ਮੈਂ ਦੱਸਾਂਗਾ। ਸੋ ਇਸ ਸੰਡੇ ਆਪਾਂ ਪ੍ਰੇਅਰ ਦੇ ਉੱਤੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਕਿ ਪ੍ਰਾਰਥਨਾ, ਰੱਬ ਨੂੰ ਜਿਹੜੀ ਅਰਜ਼ੋਈ ਕਰਦੇ ਆ, ਪ੍ਰਾਰਥਨਾ ਕਰਦੇ ਆ, ਪ੍ਰੇਅਰ ਕਰਦੇ ਆ, ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਵੇਂ ਹੋਣੀ ਚਾਹੀਦੀ ਹੈ। ਕਿ ਸਾਨੂੰ ਬੁੱਕਸ ਦੇ ਵਿੱਚ ਜੋ ਸਾਡੇ ਗੁਰੂ ਦੱਸਦਾ ਹੁੰਦੇ ਨੇ, ਕਿਤਾਬਾਂ 'ਚ ਲਿਖਿਆ ਉਹੀ ਕਰਨੀ ਹੈ, ਉਹਦਾ ਕੋਈ ਜ਼ਿਆਦਾ ਅਸਰ ਹੈ ਕਿ ਜੋ ਸਾਡੇ ਦਿਲੋਂ ਨਿਕਲੇ ਉਹਦੀ ਇੰਪੋਰਟੈਂਸ ਹੈ। ਕਿੱਥੇ ਕਰਨੀ ਚਾਹੀਦੀ ਹੈ, ਕਦੋਂ ਕਰਨੀ ਚਾਹੀਦੀ ਹੈ, ਕਿੰਨਾ ਚਿਰ ਕਰਨੀ ਚਾਹੀਦੀ ਹੈ, ਕਿਹੋ ਜਿਹੀ ਭਾਸ਼ਾ ਹੈ। ਅਜਿਹੇ ਜਿਹੜੇ ਸਵਾਲ ਨੇ ਉਹ ਪ੍ਰੇਅਰ ਦੇ ਉੱਤੇ ਆਪਾਂ ਸੰਡੇ ਨੂੰ ਕਰਾਂਗੇ ਤੇ ਤੁਸੀਂ ਹੋਪਫੁਲੀ ਇੰਜੋਏ ਕਰਦੇ ਹੋਵੋਗੇ। ਬਾਕੀ ਜਦੋਂ ਗਰਮੀਆਂ ਆ ਗਈਆਂ ਤੇ ਡਾਕਟਰ ਸਾਹਿਬ ਬਣ ਗਏ, ਆਪਾਂ ਥੋੜੇ ਜਿਹੇ ਮੈਡੀਕਲ ਜਿਹੜੇ ਇਸ਼ੂਜ਼ ਨੇ ਉਹ ਵੀ ਟੱਚ ਕਰਾਂਗੇ। ਜਿਵੇਂ ਅੱਗੇ ਮੈਡੀਕਲ ਦੇ ਵਿੱਚ ਆਮ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਕੀ ਹੈ, ਬ੍ਰੇਨ ਦੀ ਕੀ ਪ੍ਰੋਬਲਮ ਹੈ, ਬਲੱਡ ਪ੍ਰੈਸ਼ਰ ਕਿਹਨੂੰ ਕਹਿੰਦੇ ਨੇ, ਸ਼ੂਗਰ ਕਿਹਨੂੰ ਕਹਿੰਦੇ ਨੇ, ਸਕਿਨ ਡਿਜ਼ੀਜ਼ ਕਿਹਨੂੰ ਕਹਿੰਦੇ ਨੇ, ਡਕਾਰ ਗੰਦੇ ਆਉਂਦੇ ਨੇ, ਇਹਦਾ ਕੀ ਮਤਲਬ। ਇਹ ਜਿਹੀਆਂ ਮੇਰੇ ਸਾਰੇ ਟੌਪਿਕਾਂ ਦੇ ਉੱਤੇ, ਅੱਖਾਂ ਦੇ ਬਾਰੇ ਵੀ, ਡਰਾਈ ਆਈਜ਼ ਕੀ ਨੇ, ਕੈਟਰੈਕਟ ਕੀ ਹੈ, ਗਲੂਕੋਮਾ ਕੀ ਹੈ, ਇਹ ਮੈਂ ਨਹੀਂ ਦੱਸਦਾ, ਮੈਂ ਆਪਣੇ ਸਪੈਸ਼ਲਿਸਟ ਡਾਕਟਰ ਨੂੰ ਉਹਨਾਂ ਨੇ ਇੰਟਰਵਿਊ ਕਰਦਾ, ਕਿਉਂਕਿ ਉਹਨਾਂ ਦੀ ਇੰਟਰਵਿਊ ਕੀਤੀ ਹੁੰਦੀ ਹੈ। ਇਸ ਕਰਕੇ
मैं भी जिवें अपने इंडिया ਦੇ ਵਿੱਚ ਹੁੰਦਾ ਨਾ ਡਾਕਟਰ ਦੇ ਨਾਲ ਜਿਹੜਾ ਕੰਪਾਊਂਡਰ ਲੱਗ ਲਾ ਕੇ ਉਹ ਵੀ ਵੱਡਾ ਡਾਕਟਰ ਬਣ ਜਾਂਦਾ ਸੋ ਕਿਉਂਕਿ ਮੈਂ ਉਹਨਾਂ ਦੀਆਂ ਇੰਟਰਵਿਊਜ਼ ਕੀਤੀਆਂ ਇਸ ਕਰਕੇ ਮੈਨੂੰ ਬੇਸਿਕਲੀ ਉਹ ਜਿੰਨਾਂ ਚੀਜ਼ਾਂ ਦੀ ਨੌਲੇਜ ਹੋ ਗਈ ਸੋ ਆਪਾਂ ਨੈਕਸਟ ਵੀਕ ਮਿਲਾਂਗੇ ਟਿਲ ਦੈਨ ਥੈਂਕ ਯੂ ਵੈਰੀ ਮਚ ਗੁੱਡ ਨਾਈਟ ਥੈਂਕ ਯੂ